ਵੈਲਕਮ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਪਰ। ਸੋ ਅੱਜ ਆਪਾਂ ਆਪਣੀ ਪੋਲਿਟੀ ਦੀ ਸੀਰੀਜ਼ ਦੇ ਵਿੱਚ ਨੈਕਸਟ ਵੀਡੀਓ ਜੋ ਲੈ ਕੇ ਆਏ ਹਾਂ। ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਡਿਸਕਸ ਪਾਰਲੀਮੈਂਟ ਕਰਾਂਗੇ। ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਪਾਰਲੀਮੈਂਟ ਡਿਸਕਸ ਕੀਤਾ ਸੀ ਆਪਾਂ, ਔਰ ਜੋ ਕਨਸੈਪਟਸ ਜਾਂ ਜੋ ਟਰਮਸ ਆਪਣੀਆਂ ਪਹਿਲੇ ਰਹਿ ਗਈਆਂ ਸੀਗੀਆਂ ਉਹਨੂੰ ਆਪਾਂ ਸੈਕੰਡ ਵੀਡੀਓ 'ਚ ਡਿਸਕਸ ਕਰਨ ਲੱਗੇ ਹਾਂ। ਮੀਨਸ ਅੱਜ ਵਾਲੀ ਵੀ ਜਿਹੜੀ ਵੀਡੀਓ ਹੈ ਉਹ ਫਸਟ ਦੀ ਕੰਟੀਨਿਊਸ਼ਨ ਦੇ ਵਿੱਚ ਹੈ ਜੋ ਆਪਾਂ ਰੀਸੈਂਟਲੀ ਅਪਲੋਡ ਕੀਤੀ, ਜਿਸ ਦੇ ਵਿੱਚ ਆਪਾਂ ਪਾਰਲੀਮੈਂਟ ਨੂੰ ਡਿਸਕਸ ਕਰ ਰਹੇ ਸੀਗੇ। ਸੋ ਲੈਟਸ ਸਟਾਰਟ ਦਾ ਵੀਡੀਓ। ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਪਾਰਲੀਮੈਂਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਬੜੀ ਟਰਮ ਕਾਮਨ ਯੂਜ਼ ਕਰਦੇ ਹਾਂ ਕਿ ਬਿੱਲ ਕੀ ਹੁੰਦਾ ਹੈ। ਸੋ ਬਿੱਲ ਇੱਕ ਤੁਹਾਡੇ ਕੋਲ ਕੀ ਇੱਕ ਫਾਰਮਲ ਡਾਕੂਮੈਂਟ ਹੈ ਜਾਂ ਇੱਕ ਪ੍ਰਪੋਜ਼ਲ ਹੈ। ਜਦ ਕੋਈ ਵੀ ਲਾਅ ਬਣਦਾ ਹੈ ਜਾਂ ਕੋਈ ਵੀ ਐਕਟ ਬਣਦਾ ਹੈ ਤਾਂ ਉਹਦੀ ਜਿਹੜੀ ਫਾਰਮਲੀ ਉਹਨੂੰ ਆਪਾਂ ਇੰਟਰੋਡਿਊਸ ਕਰਦੇ ਹਾਂ ਇਨ ਦਾ ਫਾਰਮ ਆਫ ਬਿੱਲ। ਉਸ ਡਾਕੂਮੈਂਟ ਨੂੰ ਆਪਾਂ ਸਿੰਪਲੀ ਕਹਿ ਦਿੰਦੇ ਹਾਂ ਬਿੱਲ ਕਹਿ ਦਿੰਦੇ ਹਾਂ। ਔਰ ਉਹ ਐਕਟ ਕਦ ਬਣੇਗਾ? ਜਦੋਂ ਦੋਨੋਂ ਹਾਊਸਸ ਤੋਂ ਪਾਸ ਹੋ ਗਿਆ, ਮੀਨਸ ਕਿ ਤੁਹਾਡਾ ਲੋਅਰ ਹਾਊਸ ਐਂਡ ਅਪਰ ਹਾਊਸ ਤੋਂ ਪਾਸ ਹੋ ਗਿਆ ਅਗਰ ਰਿਕੁਆਇਰਡ ਹੈ, ਐਂਡ ਅਲਟੀਮੇਟਲੀ ਜਦ ਉਹਨੂੰ ਆਪਣਾ ਜਿਹੜਾ ਪ੍ਰੈਜ਼ੀਡੈਂਟ ਨੇ ਜਿਹੜੇ ਆਪਣਾ ਉਹਨੂੰ ਅਸੈਂਟ ਦੇਤਾ, ਆਪਣਾ ਜਿਹੜਾ ਹੈਗਾ ਸਾਈਨ ਕਰਤੇ ਆ, ਤਾਂ ਅਲਟੀਮੇਟਲੀ ਉਹ ਤੁਹਾਡੇ ਕੋਲ ਕੀ ਬਣ ਜਾਏਗਾ? ਉਹ ਲਾਅ ਬਣ ਜਾਏਗਾ ਜਾਂ ਉਹ ਕੀ ਬਣੇਗਾ? ਐਕਟ ਬਣ ਜਾਏਗਾ। ਸੋ ਫਾਰਮਲ ਡਾਕੂਮੈਂਟ ਨੂੰ ਆਪਾਂ ਇਹਨੂੰ ਕੀ ਬੋਲ ਦਿੰਦੇ ਹਾਂ? ਬਿੱਲ। ਹੁਣ ਬਿੱਲਸ ਨੂੰ ਵੀ ਆਪਾਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਤਾਂ ਹੁੰਦਾ ਕਿ ਪ੍ਰਾਈਵੇਟ ਬਿੱਲ, ਇੱਕ ਹੁੰਦਾ ਹੈ ਪਬਲਿਕ ਬਿੱਲ। ਹੁਣ ਪ੍ਰਾਈਵੇਟ ਬਿੱਲ ਕਿਹੜਾ ਹੈਗਾ? ਪ੍ਰਾਈਵੇਟ ਬਿੱਲ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਇੱਕੋ ਪੁਆਇੰਟ ਯਾਦ ਰੱਖਣਾ ਕਿ ਜਿਹੜਾ ਪ੍ਰਾਈਵੇਟ ਬਿੱਲ ਹੈ ਉਹਨੂੰ ਕੌਣ ਇੰਟਰੋਡਿਊਸ ਕਰਦਾ ਹੈਗਾ? ਉਹਨੂੰ ਕਰਦਾ ਹੈਗਾ ਪਾਰਲੀਮੈਂਟ ਦਾ ਮੈਂਬਰ, ਬਟ ਅਦਰ ਦੈਨ ਮਿਨਿਸਟਰ। ਮੀਨਸ ਉਹਨੂੰ ਇੰਟਰੋਡਿਊਸ ਕੌਣ ਕਰੇਗਾ? ਮਿਨਿਸਟਰ ਨਹੀਂ ਇੰਟਰੋਡਿਊਸ ਕਰੇਗਾ, ਉਹਨੂੰ ਕੌਣ ਇੰਟਰੋਡਿਊਸ ਕਰੇਗਾ? ਐਨੀ ਮੈਂਬਰ ਆਫ ਪਾਰਲੀਮੈਂਟ, ਜੋ ਕੋਈ ਵੀ MP ਹੈ ਹੂ ਇਜ਼ ਨਾਟ ਦਾ ਮਿਨਿਸਟਰ, ਉਹ ਉਹਨੂੰ ਇੰਟਰੋਡਿਊਸ ਅਗਰ ਕਰ ਰਿਹਾ ਤਾਂ ਉਹਨੂੰ ਆਪਾਂ ਉਸ ਬਿੱਲ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰਾਈਵੇਟ ਬਿੱਲ ਬੋਲਦੇ ਹਾਂ। ਔਨ ਦਾ ਅਦਰ ਹੈਂਡ ਅਗਰ ਕੋਈ ਵੀ ਬਿੱਲ ਨੂੰ ਇੰਟਰੋਡਿਊਸ ਕਰ ਰਿਹਾ ਹੈਗਾ ਮਿਨਿਸਟਰ ਤਾਂ ਉਹ ਤੁਹਾਡੇ ਕੋਲ ਕੀ ਬਣ ਜਾਏਗਾ? ਉਹ ਪਬਲਿਕ ਬਿੱਲ ਬਣ ਜਾਏਗਾ। ਸੋ ਦੋਨੋਂ ਕੰਡੀਸ਼ਨਸ ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਦੋਨੋਂ ਟਰਮਸ ਵਿੱਚ ਕੀ ਹੈ ਕਿ ਅਗਰ ਤਾਂ ਕਿਸੇ ਬਿੱਲ ਨੂੰ MP ਇੰਟਰੋਡਿਊਸ ਕਰ ਰਿਹਾ ਹੈਗਾ, MP ਕੌਣ ਆ? ਹੂ ਇਜ਼ ਨਾਟ ਦਾ ਮਿਨਿਸਟਰ, ਉਹ ਮਿਨਿਸਟਰ ਨਹੀਂ ਹੋਏਗਾ ਤਾਂ ਉਹਨੂੰ ਆਪਾਂ ਕੀ ਬੋਲਾਂਗੇ? ਉਹਨੂੰ ਆਪਾਂ ਬੋਲਾਂਗੇ ਪ੍ਰਾਈਵੇਟ ਬਿੱਲ। ਔਰ ਅਗਰ ਤੁਹਾਡੇ ਕੋਲ ਕਰ ਰਿਹਾ ਹੈਗਾ ਮਿਨਿਸਟਰ, ਹੈ ਨਾ, ਮਿਨਿਸਟਰ ਕੀ ਹੈ? MP ਤਾਂ ਉਹ ਹੈ ਹੀ ਹੈਗਾ, ਲੇਕਿਨ ਅਗਰ ਉਹ ਮਿਨਿਸਟਰ ਉਸ ਬਿੱਲ ਨੂੰ ਇੰਟਰੋਡਿਊਸ ਕਰ ਰਿਹਾ ਤਾਂ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਪਬਲਿਕ ਬਿੱਲ, ਜਾਂ ਉਹਨੂੰ ਆਪਾਂ ਗਵਰਨਮੈਂਟ ਬਿੱਲ ਵੀ ਬੋਲ ਦਿੰਦੇ ਹਾਂ। ਸੋ ਇਹ ਬੇਸਿਕ ਜਿਹਾ ਡਿਫਰੈਂਸ ਦੋਨਾਂ ਦੇ ਵਿੱਚ ਕੀ ਹੈ ਪ੍ਰਾਈਵੇਟ ਬਿੱਲ ਐਂਡ ਪਬਲਿਕ ਬਿੱਲ ਦੇ, ਔਰ ਦੋਨਾਂ ਨੂੰ ਕੌਣ ਕੌਣ ਇੰਟਰੋਡਿਊਸ ਕਰਦਾ ਹੈ ਉਹ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਫਿਰ ਆਪਣੇ ਕੋਲ ਆ ਗਿਆ ਟਾਈਪਸ ਆਫ ਬਿੱਲਸ। ਹੁਣ ਬਿੱਲਸ ਦੇ ਆਪਣੇ ਕੋਲ ਚਾਰ ਮੇਜਰ ਕੈਟਾਗਰੀਜ਼ ਦੇ ਵਿੱਚ ਆਪਾਂ ਡਿਵਾਈਡ ਕਰਦੇ ਹਾਂ: ਆਰਡੀਨਰੀ ਬਿੱਲ, ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਐਂਡ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਹੁਣ ਇਹਨੂੰ ਵਨ ਬਾਏ ਵਨ ਆਪਾਂ ਦੇਖਦੇ ਹਾਂ ਕਿ ਇਹਨਾਂ ਦਾ ਮੀਨਿੰਗ ਕੀ ਹੈ। ਅਗਰ ਆਪਾਂ ਦੇਖੀਏ ਜਿਹੜਾ ਕਨਸਟੀਟਿਊਸ਼ਨਲ ਬਿੱਲ ਹੈ ਇਹਨੂੰ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਕਨਸਟੀਟਿਊਸ਼ਨਲ ਬਿੱਲ ਨੂੰ ਅਗਰ ਇਹ 'ਚ ਅਮੈਂਡਮੈਂਟ ਕਰਨੀ ਹੈ ਤਾਂ ਅਮੈਂਡਮੈਂਟ ਕਰਨ ਦੇ ਲਈ ਆਪਣੇ ਕੋਲ ਆਰਟੀਕਲ ਕਿਹੜਾ ਹੈਗਾ? 368। ਆਰਡੀਨਰੀ ਬਿੱਲ, ਆਪਾਂ ਆਰਡੀਨਰੀ ਬਿੱਲ ਕਿਹਨੂੰ ਕਹਾਂਗੇ? ਜਿਹੜਾ ਨਾ ਤਾਂ ਮਨੀ ਬਿੱਲ ਹੈ, ਨਾ ਫਾਈਨੈਂਸ਼ੀਅਲ ਬਿੱਲ ਹੈ, ਨਾ ਕਨਸਟੀਟਿਊਸ਼ਨਲ ਬਿੱਲ ਹੈ। ਇਟ ਮੀਨਸ ਅਲਟੀਮੇਟਲੀ ਤੁਹਾਡੇ ਕੋਲ ਰਹਿ ਕਿਹੜਾ ਗਿਆ? ਉਹ ਆਰਡੀਨਰੀ ਬਿੱਲ। ਔਰ ਮਨੀ ਬਿੱਲ ਕਿਹੜਾ ਹੈਗਾ? ਮਨੀ ਬਿੱਲ ਜਿਹੜਾ ਹੈਗਾ ਉਹ ਅੰਡਰ ਆਰਟੀਕਲ 110। ਔਰ ਫਾਈਨੈਂਸ਼ੀਅਲ ਬਿੱਲ ਕੀ ਹੈ? ਅੰਡਰ ਆਰਟੀਕਲ 117। ਕਲੀਅਰ? ਸੋ ਚਾਰ ਤਰ੍ਹਾਂ ਦੇ ਆਪਣੇ ਕੋਲ ਬਿੱਲਸ ਅਵੇਲੇਬਲ ਨੇ। ਇੱਕ ਤਾਂ ਹੈ ਆਰਡੀਨਰੀ ਬਿੱਲ, ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਐਂਡ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਹੁਣ ਇਹਨੂੰ ਆਪਾਂ ਦੇਖਦੇ ਹਾਂ ਕਿ ਤਿੰਨ ਮੇਜਰ ਕੈਟਾਗਰੀਜ਼ ਨੇ ਆਪਣੇ ਕੋਲੇ। ਜੋ ਮਨੀ ਬਿੱਲ ਹੈ ਇਹਨੂੰ ਜਿਹੜਾ ਤੁਹਾਡਾ ਮਨੀ ਬਿੱਲ ਹੋਏਗਾ ਇਹਨੂੰ ਆਪਾਂ ਹੋਰ ਨਾਲ ਇਹਦੇ ਕੀ ਬੋਲ ਦਿੰਦੇ ਹਾਂ? ਫਾਈਨੈਂਸ਼ੀਅਲ ਬਿੱਲ ਵੀ ਬੋਲ ਦਿੰਦੇ ਹਾਂ। ਬਟ ਫਾਈਨੈਂਸ਼ੀਅਲ ਬਿੱਲ ਨੂੰ ਮਨੀ ਬਿੱਲ ਨਹੀਂ ਬੋਲਾਂਗੇ ਆਪਾਂ, ਹੈ ਨਾ। ਇਹ 'ਚ ਡਿਫਰੈਂਸ ਹੈ ਕਿ ਜਿਹੜਾ ਮਨੀ ਬਿੱਲ ਹੈ, ਮਨੀ ਬਿੱਲ ਨੂੰ ਆਪਾਂ ਫਾਈਨੈਂਸ਼ੀਅਲ ਬਿੱਲ ਬੋਲ ਸਕਦੇ ਹਾਂ, ਲੇਕਿਨ ਫਾਈਨੈਂਸ਼ੀਅਲ ਬਿੱਲ ਨੂੰ ਆਪਾਂ ਮਨੀ ਬਿੱਲ ਨਹੀਂ ਬੋਲ ਸਕਦੇ। ਕਲੀਅਰ? ਬਟ ਇਹਦੇ ਵਿੱਚ ਮੇਜਰ ਤਿੰਨੋਂ ਜਿਹੜੇ ਬਿੱਲਸ ਆ ਤੁਹਾਡੇ ਕੋਲ ਆਰਡੀਨਰੀ ਬਿੱਲ, ਮਨੀ ਬਿੱਲ ਜਾਂ ਕਨਸਟੀਟਿਊਸ਼ਨਲ ਬਿੱਲ, ਇਹਦੇ 'ਚ ਆਪਾਂ ਦੇਖਦੇ ਹਾਂ ਕਿ ਤਿੰਨਾਂ ਦੇ ਵਿੱਚ ਡਿਫਰੈਂਸ ਕੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਅਗਰ ਆਰਡੀਨਰੀ ਬਿੱਲ ਹੈ ਜਾਂ ਮਨੀ ਬਿੱਲ ਹੈ ਜਾਂ ਕਨਸਟੀਟਿਊਸ਼ਨਲ ਬਿੱਲ ਹੈ, ਇਹ ਕਿਸ ਹਾਊਸ ਦੇ ਵਿੱਚ ਇੰਟਰੋਡਿਊਸ ਹੁੰਦਾ ਹੈ? ਮੀਨਸ ਆਪਾਂ ਇਹਨੂੰ ਇਨੀਸ਼ੀਏਟ ਕਰਦੇ ਹਾਂ ਤਾਂ ਕਿੱਥੇ ਹੋਏਗਾ? ਹੁਣ ਆਰਡੀਨਰੀ ਬਿੱਲ ਕੀਤਾ ਆਪਾਂ ਕੀ ਲਿਖਿਆ? ਆਈਦਰ ਹਾਊਸ। ਕਨਸਟੀਟਿਊਸ਼ਨਲ ਬਿੱਲ ਲਿਖਿਆ, ਇਹ 'ਚ ਕੀ ਹੈ? ਆਈਦਰ ਹਾਊਸ। ਮੀਨਸ ਇਹ ਲੋਕ ਸਭਾ 'ਚ ਵੀ ਇੰਟਰੋਡਿਊਸ ਹੋ ਸਕਦਾ ਹੈ, ਇਹ ਰਾਜ ਸਭਾ 'ਚ ਵੀ ਇੰਟਰੋਡਿਊਸ ਹੋ ਸਕਦਾ। ਸਿਮਿਲਰਲੀ ਆਰਡੀਨਰੀ ਬਿੱਲ ਵੀ ਤੁਹਾਡਾ ਕੀ ਹੈ? ਲੋਕ ਸਭਾ 'ਚ ਵੀ ਹੋ ਸਕਦਾ, ਰਾਜ ਸਭਾ ਤੋਂ ਵੀ ਸ਼ੁਰੂ ਹੋ ਸਕਦਾ ਹੈ। ਬਟ ਜੋ ਮਨੀ ਬਿੱਲ ਹੈ, ਮਨੀ ਬਿੱਲ ਤੁਹਾਡੇ ਕੋਲ ਕੀ ਹੈ? ਇਹ ਚੀਜ਼ ਯਾਦ ਰੱਖਣੀ ਹੈ ਕਿ ਮਨੀ ਬਿੱਲ ਜੋ ਹੋਏਗਾ ਉਹ ਸਿਰਫ ਤੇ ਸਿਰਫ ਲੋਕ ਸਭਾ ਦੇ ਵਿੱਚ ਹੋਏਗਾ, ਉਹਦੇ ਵਿੱਚ ਰਾਜ ਸਭਾ ਦੇ ਕੋਲੇ ਪਾਵਰਸ ਨਹੀਂ ਹੈ। ਠੀਕ ਹੈ? ਸੋ ਪਹਿਲੇ ਪੁਆਇੰਟ ਦੇ ਵਿੱਚ ਤਿੰਨਾਂ ਦੇ ਵਿੱਚ ਡਿਫਰੈਂਸ ਕੀ ਆ ਗਿਆ? ਜਿਹੜਾ ਆਰਡੀਨਰੀ ਬਿੱਲ ਹੈ ਜਾਂ ਕਨਸਟੀਟਿਊਸ਼ਨਲ ਬਿੱਲ ਹੈ, ਇਹ ਜਿਹੜਾ ਇੰਟਰੋਡਿਊਸ ਹੋ ਸਕਦਾ ਆਈਦਰ ਹਾਊਸ ਆਫ ਦਾ ਪਾਰਲੀਮੈਂਟ, ਚਾਹੇ ਲੋਅਰ ਹਾਊਸ ਹੈ ਚਾਹੇ ਤੁਹਾਡਾ ਅਪਰ ਹਾਊਸ ਹੈ। ਬਟ ਜੋ ਮਨੀ ਬਿੱਲ ਹੈ, ਮਨੀ ਬਿੱਲ ਕਿੱਥੇ ਇੰਟਰੋਡਿਊਸ ਹੋਏਗਾ? ਓਨਲੀ ਇਨ ਦਾ ਲੋਅਰ ਹਾਊਸ ਆਫ ਦਾ ਪਾਰਲੀਮੈਂਟ, ਦੈਟ ਇਜ਼ ਲੋਕ ਸਭਾ। ਪਹਿਲਾ ਪੁਆਇੰਟ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਦੂਸਰੀ
ਦੂਸਰਾ ਕੀ ਹੈ, ਉਹ ਜਿਹੜਾ ਆਰਡਨਰੀ ਬਿੱਲ ਹੈ, ਆਰਡਨਰੀ ਬਿੱਲ ਨੂੰ ਕੌਣ ਇੰਟਰੋਡਿਊਸ ਕਰ ਸਕਦਾ ਹੈ? ਇੰਟਰੋਡਿਊਸਡ ਬਾय ਦ ਪ੍ਰਾਈਵੇਟ ਮੈਂਬਰ ਜਾਂ ਮਿਨਿਸਟਰ ਵੀ ਕਰ ਸਕਦਾ, ਪ੍ਰਾਈਵੇਟ ਮੈਂਬਰ ਵੀ ਕਰ ਸਕਦਾ। ਸਿਮਿਲਰਲੀ ਕਨਸਟੀਟਿਊਸ਼ਨਲ ਬਿੱਲ ਕੀ ਹੈ, ਇਹਨੂੰ ਕੌਣ ਕੌਣ ਕਰ ਸਕਦਾ? ਇੰਟਰੋਡਿਊਸਡ ਬਾय ਦ ਮਿਨਿਸਟਰ ਔਰ ਦਾ ਪ੍ਰਾਈਵੇਟ ਮੈਂਬਰ। ਬਟ ਮਨੀ ਬਿੱਲ ਦੇ ਵਿੱਚ ਕੀ ਆਏਗਾ, ਕੌਣ ਇੰਟਰੋਡਿਊਸ ਕਰੇਗਾ? ਓਨਲੀ ਮਿਨਿਸਟਰ। ਸੋ ਦੂਜਾ ਵੀ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਕਿ ਜਿਹੜਾ ਮਨੀ ਬਿੱਲ ਹੈ, ਹੁਣ ਦੇਖੋ ਮਨੀ ਬਿੱਲ ਦੇ ਦੋਨਾਂ ਦੇ ਵਿੱਚੋਂ ਜ਼ਿਆਦਾ ਡਿਫਰੈਂਸ ਕਿਹਦੇ 'ਚ ਆ ਰਿਹਾ? ਮਨੀ ਬਿੱਲ ਦੇ ਵਿੱਚ ਆ ਰਿਹਾ। ਪਹਿਲੇ 'ਚ ਇੱਕ ਹਾਊਸ ਆ ਗਿਆ, ਦੂਜੇ ਵਿੱਚ ਹਾਊਸ ਦੇ ਵਿੱਚੋਂ ਵੀ ਕੌਣ ਇਹਨੂੰ ਇੰਟਰੋਡਿਊਸ ਕਰੇਗਾ? ਮਿਨਿਸਟਰ ਇੰਟਰੋਡਿਊਸ ਕਰੇਗਾ। ਥਰਡ ਪੁਆਇੰਟ ਦੇਖ ਲੈਂਦੇ ਆਪਾਂ, ਜਿਹੜਾ ਆਰਡਨਰੀ ਬਿੱਲ ਆ, ਹੁਣ ਆਰਡਨਰੀ ਬਿੱਲ ਇੰਟਰੋਡਿਊਸ ਵਿਦਆਊਟ ਦਾ ਰეკਮੈਂਡੇਸ਼ਨ ਆਫ ਦਾ ਪ੍ਰੈਜ਼ੀਡੈਂਟ ਦੀ ਰეკਮੈਂਡੇਸ਼ਨ ਦੀ ਕੋਈ ਜ਼ਰੂਰਤ ਨਹੀਂ ਹੈ। ਇਹਦੇ 'ਚ ਆਪਾਂ ਇਹਨੂੰ ਦੋਨਾਂ ਨੂੰ ਕੰਪੇਅਰ ਕਰਦੇ ਹਾਂ, ਇੰਟਰੋਡਿਊਸਡ ਔਨ ਦਾ ਰეკਮੈਂਡੇਸ਼ਨ ਆਫ ਦਾ ਪ੍ਰੈਜ਼ੀਡੈਂਟ। ਬਟ ਇਹਦੇ 'ਚ ਕੀ ਹੈ, ਇਹਦੇ 'ਚ ਰეკਮੈਂਡੇਸ਼ਨ ਆਏਗੀ ਤੁਹਾਡੇ ਕੋਲੇ, ਕਿਸ ਦੀ ਰეკਮੈਂਡੇਸ਼ਨ ਆਏਗੀ? ਪ੍ਰੈਜ਼ੀਡੈਂਟ ਦੀ ਆਏਗੀ। ਔਰ ਦੂਸਰਾ ਕੀ ਹੈ ਕਿ ਮਨੀ ਬਿੱਲ ਕੌਣ ਦੱਸੇਗਾ ਕਿ ਜਿਹੜਾ ਇਹ ਬਿੱਲ ਹੈ ਕੌਣ ਡਿਸਾਈਡ ਕਰੇਗਾ ਕਿ ਮਨੀ ਬਿੱਲ ਹੈ? ਉਹ ਕਰੇਗਾ ਸਪੀਕਰ ਆਫ ਲੋਕ ਸਭਾ। ਮਨੀ ਬਿੱਲ ਕੌਣ ਦੱਸੇਗਾ? ਸਪੀਕਰ ਆਫ ਦਾ ਲੋਕ ਸਭਾ। ਉਸ ਤੋਂ ਬਾਅਦ ਕੀ ਹੈ, ਇਟ ਕੈਨ ਬੀ ਰਿਜੈਕਟਡ, ਅਪਰੂਵਡ ਔਰ ਰਿਟਰਨ ਫॉर ਰੀਕਨਸੀਡਰੇਸ਼ਨ ਬਾय ਦਾ ਪ੍ਰੈਜ਼ੀਡੈਂਟ। ਇਹ ਜਦੋਂ ਆਪਾਂ ਬਿੱਲ ਨੂੰ ਪਾਸ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਇਹ ਕਰਦਾ ਹੈਗਾ, ਤੁਹਾਡੇ ਕੋਲੇ ਪ੍ਰੈਜ਼ੀਡੈਂਟ ਦੇ ਕੋਲੇ ਪਾਵਰ ਹੁੰਦੀ ਹੈ ਕਿ ਉਹ ਇਹਨੂੰ ਅਪਰੂਵ ਵੀ ਕਰ ਸਕਦਾ, ਰਿਟਰਨ ਵੀ ਕਰ ਸਕਦਾ ਫॉर ਦਾ ਰੀਕਨਸੀਡਰੇਸ਼ਨ, ਐਂਡ ਉਸ ਬਿੱਲ ਨੂੰ ਕੀ ਕਰ ਸਕਦਾ? ਰਿਜੈਕਟ ਵੀ ਕਰ ਸਕਦਾ ਇਨ ਕੇਸ ਆਫ ਆਰਡਨਰੀ ਬਿੱਲ। ਬਟ ਮਨੀ ਬਿੱਲ ਦੇ ਵਿੱਚ ਕੀ ਹੈ ਤੁਹਾਡੇ ਕੋਲ? ਇਸ ਕੇਸ ਦੇ ਵਿੱਚ ਕੀ ਹੈ, ਇਟ ਕੈਨ ਬੀ ਰਿਜੈਕਟਡ ਔਰ ਅਪਰੂਵਡ ਬਟ ਕੈਨ ਨਾਟ ਬੀ ਰਿਟਰਨਡ। ਮੀਨਸ ਮਨੀ ਬਿੱਲ ਰਿਜੈਕਟ ਵੀ ਹੋ ਸਕਦਾ ਹੈ, ਜਾਂ ਰਿਜੈਕਟ ਹੋਏਗਾ ਜਾਂ ਅਪਰੂਵ ਹੋਏਗਾ, ਪਰ ਇਹਨੂੰ ਰੀਕਨਸੀਡਰੇਸ਼ਨ ਦੇ ਲਈ ਰਿਟਰਨ ਨਹੀਂ ਕਰੇਗਾ। ਕੌਣ ਨਹੀਂ ਰਿਟਰਨ ਕਰੇਗਾ? ਪ੍ਰੈਜ਼ੀਡੈਂਟ ਨਹੀਂ ਕਰੇਗਾ। ਹੁਣ ਕਨਸਟੀਟਿਊਸ਼ਨਲ ਬਿੱਲ ਦੇਖੋ, ਇਹਦੇ 'ਚ ਦੇਖੋ ਕੀ ਹੈ ਕਿ ਦ ਪ੍ਰੈਜ਼ੀਡੈਂਟ ਮਸਟ ਗਿਵ ਹਿਜ਼ ਅਸੈਂਟ ਟੂ ਦਾ ਬਿੱਲ। ਮਤਲਬ ਕਹਿਣ ਦਾ ਮਤਲਬ ਕੀ ਹੈ, ਇਹਦੇ ਵਿੱਚ ਕੀ ਹੈ, ਇਹਨੂੰ ਅਸੈਂਟ ਦੇਣੀ ਹੀ ਪਏਗੀ। ਹੀ ਕੈਨ ਨੇਦਰ ਵਿਦ ਹੋਲਡ, ਨਾ ਤਾਂ ਉਹ ਆਪਣੇ ਕੋਲ ਹੀ ਰੱਖ ਸਕਦਾ ਹੈ, ਔਰ ਦੂਸਰਾ ਕੀ ਹੈ, ਨੌਰ ਰਿਟਰਨ ਦਾ ਬਿੱਲ ਫॉर ਦਾ ਰੀਕਨਸੀਡਰੇਸ਼ਨ। ਹੁਣ ਦੇਖੋ ਪਹਿਲੇ ਦੇ ਵਿੱਚ ਕੀ ਹੈ, ਪਹਿਲੇ ਦੇ ਵਿੱਚ ਤਿੰਨੋਂ ਚੀਜ਼ਾਂ ਨੇ, ਰਿਜੈਕਟ ਵੀ ਕਰ ਸਕਦਾ, ਅਪਰੂਵ ਵੀ ਕਰ ਸਕਦਾ ਔਰ ਰੀਕਨਸੀਡਰੇਸ਼ਨ ਦੇ ਲਈ ਉਹਨੂੰ ਰਿਟਰਨ ਵੀ ਕਰ ਸਕਦਾ ਹੈ। ਲੇਕਿਨ ਮਨੀ ਬਿੱਲ ਦੇ ਵਿੱਚ ਤੁਹਾਡੇ ਕੋਲ ਕੀ ਹੈ, ਰਿਜੈਕਟ ਹੋ ਸਕਦਾ, ਅਪਰੂਵ ਹੋ ਸਕਦਾ, ਬਟ ਰੀਕਨਸੀਡਰੇਸ਼ਨ ਲਈ ਨਹੀਂ ਜਾ ਸਕਦਾ ਹੈ। ਔਰ ਕਨਸਟੀਟਿਊਸ਼ਨਲ ਦੇ ਵਿੱਚ ਤਾਂ ਸਭ ਤੋਂ ਹੀ ਵਧੀਆ ਹੈਗਾ ਕਿ ਪ੍ਰੈਜ਼ੀਡੈਂਟ ਨੂੰ ਆਪਣੀ ਅਸੈਂਟ ਦੇਣੀ ਪਏਗੀ। ਕਿਉਂ ਦੇਣੀ ਪਏਗੀ? ਬਿਕੋਜ਼ ਇਹ ਕਨਸਟੀਟਿਊਸ਼ਨਲ ਬਿੱਲ ਪਹਿਲੇ ਲੋਕ ਸਭਾ ਤੋਂ ਪਾਸ ਹੋਏਗਾ, ਫਿਰ ਰਾਜ ਸਭਾ ਤੋਂ ਪਾਸ ਹੋਏਗਾ, ਦੋਨੋਂ ਹਾਊਸਿਸ ਤੋਂ ਪਹਿਲੇ ਹੀ ਪਾਸ ਹੋ ਕੇ ਆਏਗਾ। ਤਾਂ ਇਹਦੇ 'ਚ ਨਾ ਤਾਂ ਕੀ ਹੈ ਤੁਹਾਡੇ ਕੋਲ ਰੀਕਨਸੀਡਰੇਸ਼ਨ ਹੋਣੀ ਹੈ, ਔਰ ਨਾ ਹੀ ਇਹਦੇ 'ਚ ਆਪਾਂ ਜਿਹੜਾ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਲਈ ਅਗਰ ਕੋਈ ਬਿੱਲ ਲੈ ਕੇ ਆਏ ਆ ਉਹਨੂੰ ਵਿਦ ਹੋਲਡ ਕਰ ਸਕਦਾ, ਮੀਨਸ ਉਹਨੂੰ ਆਪਣੇ ਕੋਲੇ ਰੱਖ ਸਕਦਾ ਵੀ ਆਪਣੇ ਸਾਈਨ ਨਾ ਕਰੇ। ਇਹ ਚੀਜ਼ ਪੋਸੀਬਲ ਨਹੀਂ ਇਨ ਕੇਸ ਆਫ ਕਨਸਟੀਟਿਊਸ਼ਨਲ ਬਿੱਲ। ਸੋ ਇਹ ਤਿੰਨ ਜਿਹੜੇ ਮੇਜਰ ਬਿੱਲਸ ਟਾਈਪਸ ਆਫ ਬਿੱਲਸ ਨੇ, ਇਹਨਾਂ ਦੀ ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਨਹੀਂ ਕਲੀਅਰ ਹੋਈ ਤਾਂ ਇਹਨੂੰ ਇੱਕ ਵਾਰੀ ਦੁਬਾਰਾ ਫਿਰ ਰੀਡ ਆਊਟ ਕਰ ਲੈਣਾ ਕਿ ਆਰਡਨਰੀ ਬਿੱਲ ਦੇ ਵਿੱਚ ਕੀ ਹੋਏਗਾ, ਮਨੀ ਬਿੱਲ ਦੇ ਵਿੱਚ ਕੀ ਹੋਏਗਾ, ਔਰ ਕਨਸਟੀਟਿਊਸ਼ਨਲ ਬਿੱਲ ਦੇ ਵਿੱਚ ਕੀ ਹੋਏਗਾ। ਇਹਨਾਂ ਸਟੇਟਮੈਂਟ ਦੇ ਬੇਸਿਸ ਤੇ ਹੀ ਆਪਣੇ ਕੋਲੇ MCQ ਅੱਗੇ ਨੈਕਸਟ ਆਪਾਂ ਡਿਸਕਸ ਕਰਾਂਗੇ। ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਜਦੋਂ ਬਿੱਲ ਪਾਸ ਕਰਦੇ ਹਾਂ, ਕਹਿਣ ਦਾ ਮਤਲਬ ਲੋਅਰ ਹਾਊਸ ਤੋਂ ਪਾਸ ਹੁੰਦਾ, ਅਪਰ ਹਾਊਸ ਤੋਂ ਪਾਸ ਹੁੰਦਾ, ਜਾਂ ਪਹਿਲੇ ਅਪਰ ਹਾਊਸ 'ਚ ਆਇਆ ਫਿਰ ਲੋਅਰ ਹਾਊਸ ਦੇ ਵਿੱਚ ਗਿਆ, ਫਿਰ ਉਸ ਤੋਂ ਬਾਅਦ ਉਹ ਕਦੋਂ ਤੱਕ ਐਕਟ ਕਦੋਂ ਬਣੇਗਾ? ਜਦੋਂ ਤੁਹਾਡੇ ਕੋਲੇ ਕੀ ਹੈ, ਪ੍ਰੈਜ਼ੀਡੈਂਟ ਉੱਤੇ ਸਾਈਨ ਨਹੀਂ ਕਰ ਦਿੰਦਾ। ਸੋ ਹੁਣ ਇਹ ਸਾਰੇ ਪ੍ਰੋਸੀਜਰ ਨੂੰ ਐਕਸਪਲੇਨ ਕਰਨ ਦੇ ਲਈ ਮੈਂ ਇੱਕ ਜਿਹੜਾ ਹੈਗਾ ਗ੍ਰਾਫਿਕਲ ਚਾਰਟ ਜਿਹਾ ਇਹਦੇ 'ਚ ਮੈਂ ਯੂਜ਼ ਕਰ ਲਿਆ, ਪਿਕਟੋਰੀਅਲ ਚਾਰਟ। ਹੁਣ ਇਹਦੇ 'ਚ ਕੀ ਹੈ, ਦੇਖੋ ਇੱਕ ਬਿੱਲ ਨੂੰ ਆਪਾਂ ਪਾਸ ਕਰਨਾ ਤਾਂ ਕੀ ਸਟੈਪਸ ਹੋ ਸਕਦੇ ਆ। ਸਭ ਤੋਂ ਪਹਿਲੇ ਕੀ ਹੈ, ਹੁਣ ਆਪਾਂ ਡਿਸਕਸ ਕਰ ਰਹੇ ਹਾਂ ਕਿ ਬਿੱਲ ਕਿਹੜੇ ਆ, ਆਰਡਨਰੀ ਬਿੱਲ ਹੈ ਜਾਂ ਕਨਸਟੀਟਿਊਸ਼ਨਲ ਬਿੱਲ ਹੈ। ਆਪਾਂ ਦੇਖਿਆ ਜੇ ਆਰਡਨਰੀ ਬਿੱਲ ਹੈ ਜਾਂ ਕਨਸਟੀਟਿਊਸ਼ਨਲ ਬਿੱਲ ਹੈ, ਇਹ ਇੰਟਰੋਡਿਊਸ ਕਿੱਥੇ ਹੋਏਗਾ? ਆਈਦਰ ਹਾਊਸ। ਕਹਿਣ ਦਾ ਮਤਲਬ ਲੋਕ ਸਭਾ 'ਚ ਵੀ ਹੋ ਸਕਦਾ, ਰਾਜ ਸਭਾ 'ਚ ਵੀ ਹੋ ਸਕਦਾ ਹੈ। ਚਾਹੇ ਉਹ ਆਰਡਨਰੀ ਬਿੱਲ ਹੈ, ਇਹ ਵੀ ਦੋਨੋਂ ਹਾਊਸਿਸ 'ਚ ਹੋ ਸਕਦਾ। ਜੇ ਕਨਸਟੀਟਿਊਸ਼ਨਲ ਬਿੱਲ ਹੈ, ਉਹ ਵੀ ਦੋਨੋਂ ਹਾਊਸਿਸ 'ਚ ਹੋ ਸਕਦਾ। ਬਟ ਮਨੀ ਬਿੱਲ ਦੀ ਕੰਡੀਸ਼ਨ ਕੀ ਹੈ, ਉਹ ਲੋਕ ਸਭਾ ਦੇ ਵਿੱਚ ਹੀ ਹੋਏਗਾ। ਸੋ ਆਪਾਂ ਇਹਨੂੰ ਐਕਸਪਲੇਨ ਕਰਕੇ, ਕਿਉਂਕਿ ਸਟੈਪਸ ਕਾਮਨ ਹੀ ਹੈ, ਇਹਨੂੰ ਆਪਾਂ ਐਕਸਪਲੇਨ ਕਰਨ ਦੇ ਲਈ ਆਪਾਂ ਜ਼ੂਮ ਕਰ ਰਹੇ ਹਾਂ ਕਿ ਆਰਡਨਰੀ ਬਿੱਲ ਆਪਾਂ ਇੱਥੇ ਡਿਸਕਸ ਕਰ ਲਗੇ ਕਿ ਆਰਡਨਰੀ ਬਿੱਲ ਇੰਟਰੋਡਿਊਸ ਹੋਣ ਲੱਗਿਆ ਕਿ ਫੋਰ ਐਗਜ਼ਾਮਪਲ ਆਪਾਂ ਕੀ ਕੀਤਾ ਕਿ ਆਰਡਨਰੀ ਬਿੱਲ ਨੂੰ ਆਪਾਂ ਇੰਟਰੋਡਿਊਸ ਕਿੱਥੇ ਕਰਤਾ? ਲੋਕ ਸਭਾ ਦੇ ਵਿੱਚ। ਹੁਣ ਜਦੋਂ ਲੋਕ ਸਭਾ ਦੇ ਵਿੱਚ ਹੋਇਆ ਹੈਗਾ, ਉਸ ਤੋਂ ਬਾਅਦ ਕੀ ਹੋਏਗਾ? ਇੰਟਰੋਡਿਊਸ ਕਰਨ ਤੋਂ ਬਾਅਦ ਕੀ ਹੋਏਗਾ? ਇਹਦੇ ਤੇ 3 ਰੀਡਿੰਗਸ ਹੋਣਗੀਆਂ, ਫਸਟ ਰੀਡਿੰਗ, ਸੈਕੰਡ ਰੀਡਿੰਗ, ਥਰਡ ਰੀਡਿੰਗ। ਹੁਣ ਫਸਟ ਰੀਡਿੰਗ ਦੇ ਵਿੱਚ ਕੀ ਹੈ, ਸਿਰਫ ਇਹਦੇ 'ਚ ਆਪਾਂ ਗੱਲ ਕਰ ਲਈਏ ਕਿ ਇਹਦਾ ਬੇਸਿਕ ਜੀ ਇਹਦੀ ਨੀਡ ਕੀ ਹੈ, ਇਹਦਾ ਆਬਜੈਕਟਿਵ ਕੀ ਹੈ, ਔਰ ਮੇਨ ਇਹਦੇ 'ਚ ਜਿਹੜਾ ਪੁਆਇੰਟ ਹੋਏਗਾ ਉਹ ਕੀ ਹੋਏਗਾ ਕਿ ਇਹਨੂੰ ਆਪਾਂ ਪਬਲਿਸ਼ ਕਰਾਂਗੇ। ਕਿੱਥੇ ਪਬਲਿਸ਼ ਕਰਾਂਗੇ? ਗੈਜਟ ਦੇ ਵਿੱਚ। ਠੀਕ ਹੈ, ਜੋ ਗਵਰਨਮੈਂਟ ਆਫ ਇੰਡੀਆ ਦਾ ਗੈਜਟ ਹੋਏਗਾ ਉਹਦੇ ਵਿੱਚ ਆਪਾਂ ਇਹਨੂੰ ਕੀ ਕਰਾਂਗੇ? ਪਬਲਿਸ਼ ਕਰਾਂਗੇ। ਔਰ ਫਸਟ ਰੀਡਿੰਗ ਦੇ ਵਿੱਚ ਜਸਟ ਉਹਦਾ ਇਹ ਦੱਸਦੇ ਆ ਉਹਦਾ ਪਰਪਸ ਕੀ ਹੈ, ਉਹਦਾ ਆਬਜੈਕਟਿਵ ਕੀ ਹੈ, ਇਹਦੀ ਕਿਉਂ ਜ਼ਰੂਰਤ ਹੋਈ ਹੈ, ਮਤਲਬ ਬੇਸਿਕ ਇੰਟਰੋਡਕਸ਼ਨ ਆਫ ਦਾ
ਜਿਹੜਾ ਹੈਗਾ ਬਿੱਲ ਉਹ ਆਪਣੀ ਫਸਟ ਰੀਡਿੰਗ ਦੇ ਵਿੱਚ ਹੋ ਜਾਂਦੀ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਡਿਟੇਲ ਜਿਹੜੀ ਹੋਏਗੀ, ਡਿਟੇਲਡ ਹੋਏਗੀ ਤੁਹਾਡੇ ਕੋਲੇ ਸੈਕੰਡ ਰੀਡਿੰਗ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਕਮੇਟੀਜ਼ ਬਣਦੀਆਂ ਨੇ, ਡਿਫਰੈਂਟ ਕਮੇਟੀਜ਼ ਬਣਦੀਆਂ ਨੇ। ਉਹ ਕੀ ਕਰਦੇ ਨੇ, ਬਿੱਲ ਨੂੰ ਸਟੱਡੀ ਕਰਦੇ ਨੇ ਕਲੌਜ਼ ਬਾਏ ਕਲੌਜ਼। ਕਹਿਣ ਦਾ ਮਤਲਬ ਕਿ ਇੱਕ ਅਗਰ ਤੁਹਾਡੇ ਕੋਲ 1000 ਪੇਜਸ ਦਾ ਡਾਕੂਮੈਂਟ ਹੈ, ਉਹਦੇ 'ਚ ਡਿਫਰੈਂਟ ਕਲੌਜ਼ਸ ਆ, ਤਾਂ ਹਰ ਇੱਕ ਡਿਫਰੈਂਟ ਕਲੌਜ਼ ਨੂੰ ਉਹ ਕੀ ਕਰੂਗਾ, ਡਿਟੇਲ ਦੇ ਵਿੱਚ ਡਿਸਕਸ ਕਰਨਗੇ। ਠੀਕ ਹੈ, ਉਹਦੇ 'ਚ ਚੇਂਜਸ ਕਰਨੀਆਂ ਨੇ, ਚੇਂਜਸ ਕਰਨਗੇ। ਤਾਂ ਇਹ ਅਲਟੀਮੇਟਲੀ ਤੁਹਾਡੇ ਕੋਲ ਹੈ ਕੀ ਹੈ ਕਿ ਇਹਦੇ ਵਿੱਚ ਡਿਟੇਲਡ ਜਿਹੜੀ ਹੋਏਗੀ ਡਿਸਕਸ਼ਨ ਹੋਏਗੀ, ਜਾਂ ਡਿਟੇਲ ਜਿਹੜਾ ਇਸ ਚੀਜ਼ ਨੂੰ ਆਪਾਂ ਇਵੈਲੂਏਟ ਕਰਾਂਗੇ, ਡਿਟੇਲ ਦੀ ਸਟੱਡੀ ਹੋਏਗੀ। ਕਿਹਦੀ ਸਟੱਡੀ? ਬਿੱਲ ਦੀ। ਜੋ ਆਪਾਂ ਬਿੱਲ ਇੰਟਰੋਡਿਊਸ ਕਰਨ ਲੱਗੇ ਹਾਂ, ਕਿਸੇ ਬਿੱਲ ਦੀ ਆਪਾਂ ਗੱਲ ਕਰ ਰਹੇ ਹਾਂ, ਆਰਡੀਨਰੀ ਬਿੱਲ ਦੀ। ਫਸਟ ਇਜ਼ ਜਸਟ ਇੰਟਰੋਡਕਸ਼ਨ, ਸੈਕੰਡ ਦੇ ਵਿੱਚ ਉਹਦੀ ਡਿਟੇਲ ਜਿਹੜੀ ਹੈਗੀ ਸਟੱਡੀ, ਆਪਾਂ ਉਹਨੂੰ ਐਨਾਲਾਈਜ਼ ਕਰ ਰਹੇ ਹਾਂ, ਡਿਟੇਲ ਉਹਨੂੰ ਸਟੱਡੀ ਕਰ ਰਹੇ ਹਾਂ। ਹੁਣ ਇਹਦੀ ਜਦੋਂ ਕਮੇਟੀਜ਼ ਨੇ ਸਟੱਡੀ ਕਰ ਲਿਆ, ਡਿਫਰੈਂਟ ਕਮੇਟੀ ਨੇ ਸਟੱਡੀ ਕਰਨ ਤੋਂ ਬਾਅਦ ਜੋ ਵੀ ਉਹ 'ਚ ਪਲੱਸ ਮਾਈਨਸ ਹੋਣਾ ਹੈਗਾ, ਉਹ ਕਰਨ ਤੋਂ ਬਾਅਦ ਅਲਟੀਮੇਟਲੀ ਆਪਣੇ ਕੋਲ ਕਿੱਥੇ ਚਲਿਆ ਗਿਆ, ਥਰਡ ਰੀਡਿੰਗਸ ਜਿਹੜਾ ਹੈਗਾ ਸਟੈਪ ਹੈਗਾ ਉਹਦੇ ਚਲੇ ਗਿਆ। ਹੁਣ ਥਰਡ ਦੇ ਵਿੱਚ ਡਿਬੇਟ ਹੋਏਗੀ, ਲੇਕਿਨ ਡਿਬੇਟ ਇਹ ਨਹੀਂ ਹੋਏਗੀ ਕਿ ਇਹਦੇ ਵਿੱਚ ਆਹ ਵਾਲਾ ਕਲੌਜ਼ ਗਲਤ ਆ, ਇਹ ਕਲੌਜ਼ ਠੀਕ ਹੈ। ਇਹਦੇ 'ਚ ਡਿਬੇਟ ਇੱਕੋ ਪੁਆਇੰਟ ਤੇ ਹੋਏਗੀ ਕਿ ਆਈਦਰ ਟੂ ਐਕਸੈਪਟ ਇਟ ਔਰ ਟੂ ਰਿਜੈਕਟ ਇਟ। ਜਾਂ ਤਾਂ ਇਹਨੂੰ ਐਕਸੈਪਟ ਕਰੋ ਜਾਂ ਇਹਨੂੰ ਰਿਜੈਕਟ ਕਰੋ, ਲੇਕਿਨ ਇਹਦੇ 'ਚ ਪਲੱਸ ਮਾਈਨਸ ਕੁਝ ਨਹੀਂ ਕਰ ਸਕਦੇ ਇਨ ਕੇਸ ਆਫ ਜੇ ਬਿੱਲ ਤੁਹਾਡੇ ਕੋਲ ਆ ਗਿਆ ਥਰਡ ਰੀਡਿੰਗ ਦੇ ਵਿੱਚ। ਸਪੋਜ਼ ਇਹਨਾਂ ਨੇ ਕੀ ਕੀਤਾ, ਪਲੱਸ ਮਾਈਨਸ ਕਰਕੇ ਇਹਦੇ 'ਚ ਕੀ ਹੈ, ਬਿੱਲ ਦੇ ਵਿੱਚ ਸਪੋਜ਼ ਪਹਿਲੇ 1000 ਪੇਜਸ ਦਾ ਸੀਗਾ, ਇਹ ਤੁਹਾਡਾ 990 ਪੇਜਸ ਦੇ ਵਿੱਚ ਇਹਨਾਂ ਨੇ ਇਹਨੂੰ ਕੰਪਾਈਲ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਕੀ ਹੈ, ਹੁਣ ਇੱਥੇ ਡਿਸਕਸ਼ਨ ਨਹੀਂ ਹੋਏਗੀ, ਇੱਥੇ ਸਿਰਫ ਹੋਏਗਾ ਕਿ ਡਿਬੇਟ ਹੋਏਗੀ। ਡਿਬੇਟ ਕਿਸ ਗੱਲ ਤੇ ਹੋਏਗੀ ਕਿ ਜਾਂ ਤਾਂ ਇਹਨੂੰ ਐਕਸੈਪਟ ਕਰਨਾ ਹੈ ਜਾਂ ਇਹਨੂੰ ਰਿਜੈਕਟ ਕਰਨਾ ਹੈ। ਹੁਣ ਫੋਰ ਐਗਜ਼ਾਮਪਲ ਜੋ ਆਰਡੀਨਰੀ ਬਿੱਲ ਹੈ, ਇਹ ਦੋਨੋਂ ਸਟੇਜਸ ਤੋਂ ਬਾਅਦ ਤੁਹਾਡੇ ਕੋਲ ਥਰਡ ਤੇ ਆ ਗਿਆ, ਔਰ ਥਰਡ ਨੇ ਵੀ ਕੀ ਕੀਤਾ ਗਿਆ, ਥਰਡ ਨੇ ਕੀ ਕੀਤਾ, ਉਹਨੂੰ ਐਕਸੈਪਟ ਕਰ ਲਿਆ। ਹੁਣ ਐਕਸੈਪਟ ਕਰ ਲਿਆ, ਇਹਦਾ ਮਤਲਬ ਜਿਹੜਾ ਲੋਅਰ ਹਾਊਸ ਆ, ਲੋਕ ਸਭਾ ਨੇ ਤੈਨੂੰ ਪਾਸ ਕਰ ਲਿਆ ਗਿਆ। ਪਾਸ ਕਰਨ ਤੋਂ ਬਾਅਦ ਫਿਰ ਉਹ ਕਿੱਥੇ ਚਲੇ ਜਾਏਗਾ, ਤੁਹਾਡੇ ਕੋਲ ਰਾਜ ਸਭਾ ਦੇ ਵਿੱਚ। ਹੁਣ ਰਾਜ ਸਭਾ ਦੇ ਵਿੱਚ ਕੀ ਹੋ ਗਿਆ, ਸੈਕੰਡ ਹਾਊਸ ਹੈ। ਹੁਣ ਸੈਕੰਡ ਹਾਊਸ ਦੇ ਕੋਲ ਤੁਹਾਡੇ ਕੋਲ ਕੀ ਹੋਏਗਾ, ਸੈਕੰਡ ਹਾਊਸ ਦੇ ਵਿੱਚ ਤੁਹਾਡੇ ਕੋਲ ਕੀ ਕੁਝ ਆ ਗਿਆ। ਇਹਦੇ 'ਚ ਸੈਕੰਡ ਹਾਊਸ ਕੀ ਕਰ ਸਕਦਾ ਹੈ, ਇਹ ਕੀ ਕਰ ਸਕਦਾ ਹੈ, ਪਾਸ ਦਾ ਬਿੱਲ। ਕਹਿਣ ਦਾ ਮਤਲਬ ਕਿ ਵਿਦਆਊਟ ਐਨੀ ਚੇਂਜ ਜੋ ਲੋਕ ਸਭਾ ਨੇ ਡਿਸਾਈਡ ਕੀਤਾ ਉਹਨੂੰ ਐਜ਼ ਇਟ ਇਜ਼ ਪਾਸ ਕਰਤਾ। ਅਗਰ ਪਾਸ ਕਰਤਾ ਤਾਂ ਅਲਟੀਮੇਟਲੀ ਤੁਹਾਡੇ ਕੋਲ ਕਿਹਦੇ ਕੋਲ ਚਲਾ ਜਾਏਗਾ, ਪ੍ਰੈਜ਼ੀਡੈਂਟ ਦੇ ਕੋਲ ਚਲਾ ਜਾਏਗਾ। ਸੈਕੰਡ ਆਪਸ਼ਨ ਕੀ ਹੋ ਸਕਦੀ ਹੈ, ਪਾਸ ਵਿਦ ਦ ਅਮੈਂਡਮੈਂਟ ਐਂਡ ਰਿਟਰਨ ਟੂ ਦ ਫਸਟ ਹਾਊਸ ਫॉर ਰੀਕਨਸੀਡरेशन। ਕਹਿਣ ਦਾ ਮਤਲਬ ਜੋ ਚੀਜ਼ ਆਪਣੀ ਇੱਥੋਂ ਆਈ ਹੈ, ਉਹਨੇ ਕੀ ਕੀਤਾ, ਰਾਜ ਸਭਾ ਨੇ ਉਹ 'ਚ ਅਮੈਂਡਮੈਂਟ ਕੀਤੀਆਂ ਨੇ, ਅਮੈਂਡਮੈਂਟ ਕਰਕੇ ਦੁਬਾਰਾ ਫਿਰ ਕਿਹਦੇ ਕੋਲ ਭੇਜਤਾ, ਲੋਕ ਸਭਾ ਦੇ ਕੋਲੇ ਅਪਰੂਵਲ ਦੇ ਲਈ, ਹੈ ਨਾ। ਸੈਕੰਡ ਕੇਸ ਇਹ ਹੋ ਸਕਦਾ ਕਿ ਥਰਡ ਕੀ ਹੈ, ਰਿਜੈਕਟ ਦਾ ਬਿੱਲ, ਟੋਟਲੀ ਡਿਨਾਈ ਕਰਤਾ ਹੈ, ਆਪਾਂ ਨਹੀਂ ਪਾਸ ਕਰ ਰਹੇ। ਫੋਰਥ ਦਾ ਕੀ ਹੈ, ਤੁਹਾਡੇ ਕੋਲ ਆਪਸ਼ਨ ਕਿਹੜੀ ਆ ਸਕਦੀ ਹੈ ਸੈਕੰਡ ਹਾਊਸ ਦੇ ਵਿੱਚ, ਇਟ ਮੇ ਨਾਟ ਟੇਕ ਐਨੀ ਐਕਸ਼ਨ। ਕਹਿਣ ਦਾ ਮਤਲਬ ਨਾ ਤਾਂ ਉਹਦੇ 'ਚ ਕੋਈ ਚੇਂਜਸ ਕੀਤੀਆਂ ਨੇ, ਸਿਰਫ ਉਹਨੂੰ ਵਿਦ ਹੋਲਡ ਕਰ ਲਿਆ, ਉਹਨੂੰ ਆਪਣੇ ਕੋਲੇ ਰੱਖ ਲਿਆ। ਤਾਂ ਉਸ ਕੇਸ ਦੇ ਵਿੱਚ ਅਗਰ ਇਹ ਵਾਲਾ ਕੇਸ ਆ ਜਾਂਦਾ ਹੈ ਕਿ ਰਾਜ ਸਭਾ ਜਾਂ ਜਿਹੜਾ ਸੈਕੰਡ ਹਾਊਸ ਆਫ ਦਾ ਪਾਰਲੀਮੈਂਟ ਹੈ, ਉਹਨੇ ਕਿਸੇ ਬਿੱਲ ਨੂੰ ਆਪਣੇ ਕੋਲੇ ਰੱਖ ਲਿਆ ਗਿਆ, ਤਾਂ ਉਸ ਕੇਸ ਦੇ ਵਿੱਚ ਨਾ ਤਾਂ ਯੈਸ ਹੋ ਰਹੀ ਹੈ, ਨਾ ਤਾਂ ਰਿਜੈਕਟ ਹੋ ਰਿਹਾ, ਨਾ ਹੀ ਅਪਰੂਵ ਹੋ ਰਿਹਾ ਹੈਗਾ। ਤਾਂ ਉਸ ਕੇਸ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਕੀ ਕਰੇਗਾ, ਤੁਹਾਡੇ ਕੋਲ ਪ੍ਰੈਜ਼ੀਡੈਂਟ ਕੀ ਬੁਲਾਏਗਾ, ਜੁਆਇੰਟ ਸਿਟਿੰਗ ਜਿਹੜੀ ਹੈਗੀ ਦੋਨੋਂ ਹਾਊਸ ਦੀ, ਲੋਕ ਸਭਾ ਦੀ ਔਰ ਰਾਜ ਸਭਾ ਦੀ। ਔਰ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀ ਜੁਆਇੰਟ ਸਿਟਿੰਗ ਹੈ ਉਹ ਓਨਲੀ ਪੋਸੀਬਲ ਇਨ ਦਾ ਕੇਸ ਆਫ ਆਰਡੀਨਰੀ ਬਿੱਲ। ਨਾ ਤਾਂ ਕਨਸਟੀਟਿਊਸ਼ਨਲ ਬਿੱਲ ਦੇ ਵਿੱਚ ਜੁਆਇੰਟ ਸਿਟਿੰਗ ਪੋਸੀਬਲ ਹੈ, ਨਾ ਹੀ ਮਨੀ ਬਿੱਲ ਦੇ ਵਿੱਚ। ਮਨੀ ਬਿੱਲ ਦੇ ਵਿੱਚ ਤਾਂ ਆਲਦੋ ਸੈਕੰਡ ਹਾਊਸ ਦਾ ਕੋਈ ਰੋਲ ਹੀ ਨਹੀਂ ਹੈ, ਰਾਜ ਸਭਾ ਦਾ ਕੋਈ ਰੋਲ ਨਹੀਂ ਹੈ ਮਨੀ ਬਿੱਲ ਦੇ ਵਿੱਚ। ਸਿਰਫ ਉਹਨੂੰ ਡਿਸਕਸ਼ਨ ਦੇ ਲਈ, ਉਹਨੂੰ ਕੰਸੀਡਰੇਸ਼ਨ ਦੇ ਲਈ ਜਾਂ ਉਹਨਾਂ ਦੀ ਓਪੀਨੀਅਨ ਦੇ ਲਈ ਆਪਾਂ ਉਹਨੂੰ ਭੇਜਦੇ ਹਾਂ। ਉਹਨੂੰ ਮੰਨੇ ਨਾ ਮੰਨੇ ਉਹ ਲੋਕ ਸਭਾ ਦੇ ਹੱਥ ਦੇ ਵਿੱਚ ਹੋਏਗਾ ਇਨ ਕੇਸ ਆਫ ਮਨੀ ਬਿੱਲ। ਲੇਕਿਨ ਅਗਰ ਆਪਾਂ ਗੱਲ ਕਰ ਰਹੇ ਹਾਂ ਜੁਆਇੰਟ ਸਿਟਿੰਗ ਦੀ, ਸੋ ਜੁਆਇੰਟ ਸਿਟਿੰਗ ਜਿਹੜੀ ਹੋਏਗੀ ਉਹ ਪੋਸੀਬਲ ਕਿੱਥੇ ਹੋਏਗੀ, ਓਨਲੀ ਇਨ ਕੇਸ ਆਫ ਆਰਡੀਨਰੀ ਬਿੱਲ। ਹੁਣ ਆਪਾਂ ਇਹ ਗੱਲ ਕਰ ਰਹੇ ਸੀਗੇ ਆਰਡੀਨਰੀ ਬਿੱਲ ਦੀ, ਪਹਿਲੇ ਗੱਲ ਕਰ ਰਹੇ ਹਾਂ। ਸਪੋਜ਼ ਕੀ ਕੀਤਾ, ਥਰਡ ਰੀਡਿੰਗ ਤੋਂ ਬਾਅਦ ਬਿੱਲ ਚਲੇ ਗਿਆ ਸੈਕੰਡ ਹਾਊਸ ਰਾਜ ਸਭਾ ਦੇ ਵਿੱਚ। ਹੁਣ ਰਾਜ ਸਭਾ ਨੇ ਕੀ ਕੀਤਾ ਕਿ ਵਿਦਆਊਟ ਐਨੀ ਅਮੈਂਡਮੈਂਟ ਬਿੱਲ ਨੂੰ ਪਾਸ ਕਰਤਾ। ਬਿੱਲ ਪਾਸ ਕਰਨ ਤੋਂ ਬਾਅਦ ਤੁਹਾਡੇ ਕੋਲ ਕਿਹਦੇ ਕੋਲ ਚਲੇ ਗਿਆ, ਪ੍ਰੈਜ਼ੀਡੈਂਟ ਦੇ ਕੋਲੇ। ਹੁਣ ਪ੍ਰੈਜ਼ੀਡੈਂਟ ਕੋਲੇ ਕੀ ਹੋਏਗਾ, ਪ੍ਰੈਜ਼ੀਡੈਂਟ ਜਾਂ ਤਾਂ ਉਹਨੂੰ ਆਪਣੀ ਪਰਮਿਸ਼ਨ ਅਪਰੂਵਲ ਦੇ ਦੇਗਾ ਜਾਂ ਕੀ ਕਰ ਲੇਗਾ, ਵਿਦ ਹੋਲਡ ਕਰ ਲੇਗਾ। ਜੇ ਅਗਰ ਅਪਰੂਵਲ ਦੇਤੀ ਹੈ ਅੰਡਰ ਆਰਟੀਕਲ 111 ਤਾਂ ਉਹ ਅਲਟੀਮੇਟਲੀ ਤੁਹਾਡੇ ਕੋਲ ਕੀ ਬਣ ਜਾਏਗਾ, ਐਕਟ ਬਣ ਜਾਏਗਾ। ਅਗਰ ਨਹੀਂ ਅਪਰੂਵਲ ਦਿੱਤੀ ਜਾਂ ਉਹ ਆਪਣੇ ਕੋਲ ਹੀ ਰੱਖੇਗਾ ਜਾਂ ਕੀ ਕਰੇਗਾ, ਰੀਕਨਸੀਡਰੇਸ਼ਨ ਲਈ ਉਹ ਦੁਬਾਰਾ ਤੋਂ ਦੁਬਾਰਾ ਕੀ ਕੋਲ ਭੇਜ ਦੇਗਾ, ਫਸਟ ਹਾਊਸ ਦੇ ਕੋਲ, ਜਿਹਦੇ ਕੋਲ ਪਹਿਲੇ ਆਪਣੇ ਕੋਲ ਆਇਆ ਕਿ ਸਪੋਜ਼ ਲੋਕ ਸਭਾ ਕੋਲੇ ਆਇਆ ਤਾਂ ਰੀਕਨਸੀਡਰੇਸ਼ਨ ਲਈ ਲੋਕ ਸਭਾ ਜਾਂ ਰਾਜ ਸਭਾ ਦੇ ਕੋਲੇ ਭੇਜ ਦੇਗਾ। ਕਲੀਅਰ। ਉਸ ਤੋਂ ਬਾਅਦ ਇਹ ਚੀਜ਼ ਧਿਆਨ ਰੱਖਣਾ ਕਿ ਰੀਕਨਸੀਡਰੇਸ਼ਨ ਤੋਂ ਬਾਅਦ ਅਗਰ ਲੋਕ ਸਭਾ ਨੇ ਬਿੱਲ ਪਾਸ ਕਰਤਾ, ਰਾਜ ਸਭਾ ਨੇ ਬਿੱਲ ਪਾਸ ਕਰਤਾ, ਫਿਰ ਅਲਟੀਮੇਟਲੀ ਪ੍ਰੈਜ਼ੀਡੈਂਟ ਕੀ ਕਰੇਗਾ, ਫਿਰ ਪ੍ਰੈਜ਼ੀਡੈਂਟ ਨੂੰ ਆਪਣੀ ਐਕਸੈਂਟ ਦੇਣੀ ਹੀ ਪਏਗੀ। ਫਿਰ ਉਹਨੂੰ ਦੁਬਾਰਾ ਤੋਂ ਨਹੀਂ ਸੈਂਡ ਬੈਕ ਕਰ ਸਕਦਾ। ਮਤਲਬ ਕਹਿਣ ਦਾ ਮਤਲਬ ਕਿ ਜੋ ਰੀਕਨਸੀਡਰੇਸ਼ਨ ਹੈ ਇਹ ਸਿਰਫ ਸਿੰਗਲ ਟਾਈਮ ਪੋਸੀਬਲ ਹੈ।
ਇਹ ਨਹੀਂ ਹੈ ਕਿ ਪਹਿਲੀ ਵਾਰ ਰੀਕਨਸੀਡਰੇਸ਼ਨ ਲਈ ਭੇਜਿਆ, ਦੁਬਾਰਾ ਫਿਰ ਬਿੱਲ ਤੁਹਾਡਾ ਪਾਸ ਹੋ ਕੇ ਆ ਗਿਆ ਦੋਨੋਂ ਹਾਊਸਿਸ ਤੋਂ, ਲੋਕ ਸਭਾ ਤੋਂ ਐਜ਼ ਵੈਲ ਐਜ਼ ਰਾਜ ਸਭਾ ਤੋਂ। ਫਿਰ ਦੁਬਾਰਾ ਕੀ ਹੈ, ਫਿਰ ਤੁਹਾਡੇ ਕੋਲ ਕੀ ਹੋਏਗਾ, ਪ੍ਰੈਜ਼ੀਡੈਂਟ ਉਹਨੂੰ ਆਪਣੀ ਅਪਰੂਵਲ ਦੇਗਾ ਔਰ ਅਪਰੂਵਲ ਦੇਣ ਤੋਂ ਬਾਅਦ ਤੁਹਾਡੇ ਕੋਲ ਉਹ ਬਣ ਕੀ ਜਾਏਗਾ, ਐਕਟ ਬਣ ਜਾਏਗਾ। ਸੋ ਆਲ ਦੀਜ਼ ਆਰ ਦਾ ਸਟੈਪਸ ਟੂ ਬਿਕਮ ਅ ਲਾਅ ਫਰੋਮ ਬਿੱਲ। ਇੱਕ ਸਿੰਪਲ ਬਿੱਲ ਤੋਂ ਲਾਅ ਤੱਕ ਬਣਦੇ ਜਿਹੜੇ ਸਟੈਪਸ ਨੇ ਉਹ ਆਪਣੇ ਕੋਲ ਇਹ ਸਟੈਪਸ ਆ ਜਾਂਦੇ ਆ। ਉਹ ਇਹ ਦੋਨੋਂ ਕੇਸਿਸ ਦੇ ਵਿੱਚ ਸੇਮ ਹੀ ਹੈ। ਅਗਰ ਲੋਕ ਸਭਾ ਦੇ ਵਿੱਚ ਆ ਰਿਹਾ ਤਾਂ ਪਹਿਲੇ ਲੋਕ ਸਭਾ ਵਾਲੇ ਸਟੈਪਸ ਹੋ ਜਾਣਗੇ, ਫਿਰ ਉਹ ਰਾਜ ਸਭਾ ਜਾਏਗਾ, ਰਾਜ ਸਭਾ 'ਚ ਇਹ ਸਟੈਪਸ ਹੋਣਗੇ ਔਰ ਅਲਟੀਮੇਟਲੀ ਪ੍ਰੈਜ਼ੀਡੈਂਟ ਕੋਲ ਜਾਏਗਾ ਫॉर ਅਪਰੂਵਲ। ਅਗਰ ਪਹਿਲੇ ਰਾਜ ਸਭਾ ਤੋਂ ਆਇਆ ਤਾਂ ਪਹਿਲੇ ਰਾਜ ਸਭਾ ਫਸਟ ਰੀਡਿੰਗ ਕਰੇਗਾ, ਸੈਕੰਡ ਰੀਡਿੰਗ ਕਰੇਗਾ, ਥਰਡ ਰੀਡਿੰਗ ਕਰਨ ਤੋਂ ਬਾਅਦ ਉਹ ਬਿੱਲ ਚਲਾ ਜਾਏਗਾ ਲੋਕ ਸਭਾ ਦੇ ਕੋਲੇ। ਸੋ ਇੱਕ ਇਹ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਸੀਗੀ, ਇਹਨੂੰ ਇੱਕ ਵਾਰ ਦੇਖ ਲੈਣਾ ਹੈਗਾ ਕਿ ਇਹਦਾ ਮੀਨਿੰਗ ਕੀ ਹੈ। ਸੋ ਉਸ ਤੋਂ ਬਾਅਦ ਕੀ ਹੈ, ਹੁਣ ਕੁਝ ਸਪੈਸ਼ਲ ਪਾਵਰਸ ਨੇ ਰਾਜ ਸਭਾ ਦੇ ਕੋਲੇ। ਜਿਵੇਂ ਲੋਕ ਸਭਾ ਦੇ ਕੋਲੇ ਇੱਕ ਪਾਵਰ ਕੀ ਹੈ, ਜਿਹੜਾ ਲੋਕ ਸਭਾ ਕੋਲੇ ਮਨੀ ਬਿੱਲ ਜੋ ਹੋਏਗਾ ਉਹ ਸਿਰਫ ਇੰਟਰੋਡਿਊਸ ਹੋਏਗਾ ਲੋਕ ਸਭਾ ਦੇ ਵਿੱਚ। ਸਿਮਿਲਰਲੀ ਰਾਜ ਸਭਾ ਦੇ ਕੋਲੇ ਵੀ ਕੁਝ ਸਪੈਸ਼ਲ ਪਾਵਰਸ ਨੇ ਜਿਸ ਦੇ ਬੇਸਿਸ ਤੇ ਆਪਾਂ ਨੂੰ MCQ ਆਉਂਦਾ ਜਾਂ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਰਾਜ ਸਭਾ ਦੇ ਕੋਲ ਇੱਕ ਅੰਡਰ ਆਰਟੀਕਲ 249 ਇੱਕ ਪਾਵਰ ਆ, ਉਹਦੇ ਕੀ ਹੋਏਗਾ ਕਿ ਜਿਹੜੇ ਸਬਜੈਕਟਸ ਨੇ ਲਿਸਟਡ ਇਨ ਦਾ ਸਟੇਟ ਲਿਸਟ, ਆਪਾਂ ਤਿੰਨ ਲਿਸਟ ਜਿਹੜੇ ਹੈਗੇ ਆ ਲਿਸਟ ਆਪਾਂ ਪੜ੍ਹਦੇ ਹੁੰਦੇ ਆ, ਸਟੇਟ ਲਿਸਟ, ਯੂਨੀਅਨ ਲਿਸਟ ਐਂਡ ਕਨਕਰੰਟ ਲਿਸਟ। ਕਨਕਰੰਟ ਲਿਸਟ ਮਤਲਬ ਕਿਹੜੀ ਹੈ, ਜਿਹਦੇ ਵਿੱਚ ਸਟੇਟ ਐਂਡ ਯੂਨੀਅਨ ਦੋਨੋਂ ਕਾਨੂੰਨ ਬਣਾਉਂਦੀ ਹੈ। ਯੂਨੀਅਨ ਲਿਸਟ ਦੇ ਵਿੱਚ ਸਿਰਫ ਸੈਂਟਰ ਗਵਰਨਮੈਂਟ ਕਾਨੂੰਨ ਬਣਾਏਗੀ ਔਰ ਸਟੇਟ ਲਿਸਟ ਦੇ ਵਿੱਚ ਸਿਰਫ ਸਟੇਟ ਬਣਾਏਗੀ। ਲੇਕਿਨ ਰਾਜ ਸਭਾ ਦੇ ਕੋਲੇ ਇਸ ਚੀਜ਼ ਦੀ ਜਿਹੜੀ ਹੈਗੀ ਪਰਮਿਸ਼ਨ ਹੈ ਕਿ ਅੰਡਰ ਆਰਟੀਕਲ 249 ਜਿਹੜਾ ਰਾਜ ਸਭਾ ਉਹ ਵੀ ਸਟੇਟ ਲਿਸਟ ਦੇ ਵਿੱਚ ਕੋਈ ਕਾਨੂੰਨ ਬਣਾ ਸਕਦੀ ਹੈ ਅਗਰ ਇਸ ਚੀਜ਼ ਦੀ ਜ਼ਰੂਰਤ ਆਉਂਦੀ ਹੈ। ਸੋ 249 ਦੇ ਵਿੱਚ ਕੀ ਹੈ, ਇਹ ਰਾਜ ਸਭਾ ਨੂੰ ਆਥੋਰਾਈਜ਼ ਕਰਦੀ ਹੈ, ਆਥੋਰਾਈਜ਼ ਦਾ ਪਾਰਲੀਮੈਂਟ ਟੂ ਮੇਕ ਲਾਅ ਔਨ ਦਾ ਸਬਜੈਕਟ ਲਿਸਟਡ ਇਨ ਦਾ ਸਟੇਟ ਲਿਸਟ। ਅਗਰ ਸਟੇਟ ਲਿਸਟ ਜਿਸ ਦੇ ਵਿੱਚ ਆਲਰੇਡੀ ਪਰਮਿਸ਼ਨ ਹੈ ਕਿਸ ਕੋਲੇ, ਅਦਰਵਾਈਜ਼ ਸਟੇਟ ਨੇ ਬਣਾਉਣੇ ਆ ਉਹਦੇ ਵਿੱਚ ਕਾਨੂੰਨ ਜਾਂ ਲਾਅ, ਪਰ ਰਾਜ ਸਭਾ ਵੀ ਬਣਾ ਸਕਦੀ ਹੈ। ਰਾਜ ਸਭਾ ਨੂੰ ਜੋ ਪਾਵਰ ਦਿੱਤੀ ਹੈ ਉਹ ਕਿਸ ਆਰਟੀਕਲ ਦੇ ਅੰਡਰ ਦਿੱਤੀ ਹੈ, ਆਰਟੀਕਲ 249 ਦੇ ਵਿੱਚ। ਨੈਕਸਟ ਆਪਾਂ ਦੇਖਦੇ ਹਾਂ ਦੂਸਰਾ ਕੀ ਹੈ, ਇਟ ਕੈਨ ਆਥੋਰਾਈਜ਼ ਦਾ ਪਾਰਲੀਮੈਂਟ ਟੂ ਕ੍ਰੀਏਟ ਨਿਊ ਆਲ ਇੰਡੀਆ ਸਰਵਿਸਿਜ਼ ਕਾਮਨ ਟੂ ਬੋਥ ਸੈਂਟਰ ਐਂਡ ਦਾ ਸਟੇਟ। ਆਲ ਇੰਡੀਆ ਸਰਵਿਸ ਮੀਨ IAS है ना, IPS हो गया ਤੁਹਾਡਾ, IFS ਹੋ ਗਿਆ। ਆਲ ਇੰਡੀਆ ਸਰਵਿਸਿਜ਼ ਅਗਰ ਕੋਈ ਨਵੀਂ ਇੰਟਰੋਡਿਊਸ ਕਰਨੀ ਹੈ ਤਾਂ ਉਹਦੀ ਵੀ ਪਾਵਰ ਕਿਹਦੇ ਕੋਲੇ ਹੈ, ਉਹ ਵੀ ਰਾਜ ਸਭਾ ਦੇ ਕੋਲੇ ਪਾਵਰ ਹੈ। ਇਹ ਦੋ ਸਪੈਸ਼ਲ ਪਾਵਰਸ ਨੇ ਜਿਹੜੀਆਂ ਕਿ ਲੋਕ ਸਭਾ ਦੇ ਕੋਲੇ ਨਹੀਂ ਹੈ ਲੇਕਿਨ ਰਾਜ ਸਭਾ ਦੇ ਕੋਲੇ ਅਵੇਲੇਬਲ ਹੈ ਔਰ ਇਸ ਦੇ ਬੇਸਿਸ ਤੇ ਆਪਾਂ MCQ ਦੇ ਵਿੱਚ ਕੁਐਸਚਨ ਵੀ ਡਿਸਕਸ ਕਰਾਂਗੇ। ਫਿਰ ਨੈਕਸਟ ਜਿਹੜਾ ਆ ਗਿਆ ਆਪਣੇ ਕੋਲ ਕੁਝ ਕਮੇਟੀਜ਼ ਹੁੰਦੀਆਂ ਨੇ, ਫਾਈਨੈਂਸ਼ੀਅਲ ਕਮੇਟੀਜ਼, ਇਹਨਾਂ ਦੇ ਬੇਸਿਸ ਤੇ ਵੀ ਆਪਣੇ ਕੋਲੇ ਕੁਐਸਚਨ ਆਉਂਦਾ ਹੈ। ਹੁਣ ਫਾਈਨੈਂਸ਼ੀਅਲ ਕਮੇਟੀ ਕਿਹੜੀ ਨੇ ਆਪਣੇ ਕੋਲੇ, ਪਬਲਿਕ ਅਕਾਊਂਟਸ ਕਮੇਟੀ, ਐਸਟੀਮੇਟਸ ਕਮੇਟੀ ਐਂਡ ਕਮੇਟੀ ਔਨ ਪਬਲਿਕ ਅੰਡਰਟੇਕਿੰਗਸ। ਉਹ ਤਿੰਨਾਂ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਤਾਂ ਇਹਨਾਂ 'ਚ ਮੇਨ ਪੁਆਇੰਟ ਦੇਖਣਾ ਕਿ ਤਿੰਨਾਂ ਦੇ ਕਿੰਨੇ ਟੋਟਲ ਮੈਂਬਰ ਕਿੰਨੇ ਹੈ। ਪਹਿਲੇ ਪਬਲਿਕ ਅਕਾਊਂਟਸ ਕਮੇਟੀ ਵਿੱਚ ਕਿੰਨੇ ਮੈਂਬਰ ਹੈ, 22। ਐਸਟੀਮੇਟ ਕਮੇਟੀ ਦੇ ਕਿੰਨੇ ਮੈਂਬਰ ਹੈ, 30। ਔਰ ਕਮੇਟੀ ਔਨ ਪਬਲਿਕ ਅੰਡਰਟੇਕਿੰਗ ਦੇ ਵਿੱਚ ਆਪਣੇ ਕੋਲ ਕਿੰਨੇ ਹੈ, 22। ਹੁਣ ਇਹ ਜਿਹੜੇ 22 ਹੈ ਜਾਂ 30 ਹੈ ਜਾਂ ਨੈਕਸਟ 22 ਮੈਂਬਰਸ ਨੇ, ਇੱਕ ਕੀ ਲੋਕ ਸਭਾ ਦੇ ਮੈਂਬਰ ਨੇ ਕਿ ਰਾਜ ਸਭਾ ਦੇ ਮੈਂਬਰ ਨੇ, ਇਹ ਪੁਆਇੰਟ ਵੀ ਮਾਈਂਡ ਦੇ ਵਿੱਚ ਰੱਖਣਾ ਹੈ। ਜਿਹੜੀ ਤਾਂ ਹੈ ਪਬਲਿਕ ਅਕਾਊਂਟਸ ਕਮੇਟੀ ਮਤਲਬ ਜਿਨ੍ਹਾਂ ਦੇ ਵਿੱਚ 22 ਮੈਂਬਰ ਹੈ, ਉਹ 'ਚ ਕਿ 15 ਤਾਂ ਹੋਣਗੇ ਲੋਕ ਸਭਾ ਤੋਂ ਔਰ 7 ਹੋਣਗੇ ਰਾਜ ਸਭਾ ਤੋਂ। ਔਰ ਇਹ 22 ਮੈਂਬਰ ਕਿਹਦੀ 'ਚ ਹੈ, ਪਬਲਿਕ ਅਕਾਊਂਟਸ ਕਮੇਟੀ ਦੇ ਵਿੱਚ ਹੈ ਔਰ ਕਮੇਟੀ ਔਨ ਪਬਲਿਕ ਅੰਡਰਟੇਕਿੰਗ। ਦੋਨਾਂ ਦੇ ਵਿੱਚ 15 ਜਿਹੜੀ ਹੈ ਲੋਕ ਸਭਾ ਤੋਂ ਹੈ ਔਰ 7 ਕਿੱਥੋਂ ਹੈ, ਰਾਜ ਸਭਾ ਤੋਂ। ਲੇਕਿਨ ਜੋ ਐਸਟੀਮੇਟ ਕਮੇਟੀ ਹੈ, ਐਸਟੀਮੇਟਸ ਕਮੇਟੀ ਦੇ ਵਿੱਚ ਕੀ ਹੈ, ਤੁਹਾਡੇ ਕੋਲ ਸਾਰੇ ਮੈਂਬਰ ਕਿੱਥੋਂ ਆਏ ਹੈ, ਲੋਕ ਸਭਾ ਤੋਂ। ਦੋ ਪੁਆਇੰਟ ਤੁਹਾਡੇ 'ਚ ਕਲੀਅਰ ਹੋ ਗਏ ਹੈ। ਪਹਿਲੀ ਗੱਲ ਤਾਂ ਕੀ ਹੈ, ਅਗਰ ਦੇਖਿਆ ਜਾਵੇ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਮੈਕਸਿਮਮ ਨੰਬਰ ਆਫ ਮੈਂਬਰਸ ਕਿਹੜੀ ਕਮੇਟੀ ਦੇ ਵਿੱਚ ਹੈ, ਮਤਲਬ ਜਿਹੜੀ ਹੈਗੀ ਹੈ ਲਾਰਜੈਸਟ ਕਮੇਟੀ ਕਿਹੜੀ ਹੈ, ਐਸਟੀਮੇਟ ਕਮੇਟੀ। ਕਿਉਂਕਿ ਇਹ ਕਿਉਂ ਹੈ ਲਾਰਜੈਸਟ, ਬਿਕੋਜ਼ ਇਹਦੇ ਵਿੱਚ 30 ਮੈਂਬਰ ਹੈ, ਇਹਨਾਂ ਦੋਨਾਂ ਦੇ ਵਿੱਚ 22 ਮੈਂਬਰ ਹੈ। ਦੂਸਰਾ ਇਹਦੇ 'ਚ ਕੀ ਹੈ, ਜਿਹੜੀ 30 ਮੈਂਬਰਾਂ ਵਾਲੀ ਕਮੇਟੀ ਹੈ ਸਾਰੀ ਕਿੱਥੋਂ ਬਣੇਗੀ, ਲੋਕ ਸਭਾ ਤੋਂ। ਲੇਕਿਨ ਜਿਹੜੀ ਪਬਲਿਕ ਅਕਾਊਂਟਸ ਕਮੇਟੀ ਹੈ ਇਹ 'ਚ ਲੋਕ ਸਭਾ ਦੇ ਮੈਂਬਰ ਵੀ ਹੋਣਗੇ ਔਰ ਰਾਜ ਸਭਾ ਦੇ ਮੈਂਬਰ ਵੀ ਹੋਣਗੇ। ਦੋਨਾਂ ਦੇ ਵਿੱਚ 15 ਮੈਂਬਰ ਲੋਕ ਸਭਾ ਤੋਂ ਔਰ 7 ਮੈਂਬਰ ਰਾਜ ਸਭਾ ਤੋਂ। ਇਹ ਮੇਨ ਡਿਫਰੈਂਸ ਤਿੰਨਾਂ ਦੇ ਵਿੱਚ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਤੁਹਾਨੂੰ ਆਏਗਾ। ਫਿਰ ਜਿਹੜਾ ਤਿੰਨਾਂ ਦਾ ਟੈਨਿਓਰ ਹੋਏਗਾ ਉਹ ਕਾਮਨ ਹੋਏਗਾ। ਤਿੰਨਾਂ ਦਾ ਟੈਨਿਓਰ ਕੀ ਹੋਏਗਾ, 1 ਈਅਰ ਹੋਏਗਾ, 1 ਈਅਰ ਟਰਮ ਹੋਏਗੀ, ਇੱਕ ਸਾਲ ਹੀ ਕਮੇਟੀ ਤੁਹਾਡੀਆਂ ਬਣਨਗੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਕਹਿਣ ਦਾ ਮਤਲਬ ਕਿ ਇਹਦੇ 'ਚ ਕੀ ਹੈ, ਜਿਹੜਾ ਮਿਨਿਸਟਰ ਹੋਏਗਾ ਤਿੰਨਾਂ ਦੇ ਵਿੱਚ, ਜਿਹੜਾ ਮੈਂਬਰ ਕਮੇਟੀ ਦਾ ਮੈਂਬਰ ਹੋਏਗਾ ਉਹ ਮਿਨਿਸਟਰ ਨਹੀਂ ਹੋਏਗਾ। ਨਾ ਤਾਂ ਇਸ ਦੇ ਵਿੱਚ ਮਿਨਿਸਟਰ ਮੈਂਬਰ ਬਣ ਸਕਦਾ, ਨਾ ਇਸ ਕਮੇਟੀ ਵਿੱਚ ਮਿਨਿਸਟਰ ਮੈਂਬਰ ਬਣ ਸਕਦਾ ਔਰ ਨਾ ਹੀ ਇਸ ਕਮੇਟੀ ਵਿੱਚ ਮਿਨਿਸਟਰ ਮੈਂਬਰ ਬਣ ਸਕਦਾ, ਕਮੇਟੀ ਔਨ ਦਾ ਪਬਲਿਕ ਅੰਡਰਟੇਕਿੰਗ।
ਸੋ ਇਹ ਤਿੰਨਾਂ ਦੇ ਵਿੱਚ ਇਹ ਕਾਮਨ ਹੈ, ਟਨਿਓਰ ਤਿੰਨਾਂ ਦੇ ਵਿੱਚ ਕਾਮਨ ਹੈ। ਫਿਰ ਡਿਫਰੈਂਸ ਕਿੱਥੇ ਆ ਗਿਆ ਇਹਦੇ 'ਚ? ਹੁਣ ਜਿਹੜਾ ਪਬਲਿਕ ਅਕਾਊਂਟਸ ਕਮੇਟੀ ਹੈ, ਜਿਹੜਾ ਇਹਦਾ ਚੇਅਰਮੈਨ ਅਪਾਇੰਟ ਕਰਦਾ ਹੈ, ਕੌਣ ਅਪਾਇੰਟ ਕਰਦਾ ਹੈ? ਸਪੀਕਰ। ਤਿੰਨਾਂ ਦੇ ਵਿੱਚ ਸਪੀਕਰ ਅਪਾਇੰਟ ਕਰੇਗਾ, ਹੈ ਨਾ। ਕਿਹਨੂੰ ਅਪਾਇੰਟ ਕਰੇਗਾ? ਇਟਸ ਮੈਂਬਰਸ ਫਰੋਮ ਦਾ ਓਪੋਜੀਸ਼ਨ। ਇਹ ਆਪਣੇ ਕੋਲ ਇੱਕ ਕਨਵੈਨਸ਼ਨ ਹੈ ਜੋ ਆਪਾਂ ਯੂਜ਼ ਕਰਦੇ ਆ ਰਹੇ ਹਾਂ ਕਿ ਜਿਹੜਾ ਚੇਅਰਮੈਨ ਹੋਏਗਾ ਉਹ ਇਹਨਾਂ ਦੇ ਮੈਂਬਰਸ ਦੇ ਵਿੱਚੋਂ ਓਪੋਜੀਸ਼ਨ ਪਾਰਟੀ ਦਾ ਜਿਹੜਾ ਮੈਂਬਰ ਹੋਏਗਾ ਉਹਨੂੰ ਆਪਾਂ ਐਜ਼ ਅ ਚੇਅਰਮੈਨ ਬਣਾ ਦਿੰਦਾ। ਕੌਣ ਅਪਾਇੰਟ ਕਰਦਾ? ਕਿ ਸਪੀਕਰ ਆਫ ਦਾ ਲੋਕ ਸਭਾ। ਅਗਰ ਐਸਟੀਮੇਟਸ ਕਮੇਟੀ ਹੈ ਤੇ ਇਹਦੇ ਵਿੱਚ ਤਾਂ ਰਾਜ ਸਭਾ ਦੇ ਮੈਂਬਰ ਹੈ ਹੀ ਨਹੀਂ ਹੈ, ਤੇ ਓਬਵੀਅਸਲੀ ਕਿੱਥੋਂ ਆਏਗਾ? ਰੂਲਿੰਗ ਪਾਰਟੀ ਤੋਂ। ਲੋਕ ਸਭਾ ਦੇ ਮੈਂਬਰ ਹੈ ਔਰ ਰੂਲਿੰਗ ਪਾਰਟੀ ਦੇ ਜਿਹੜਾ ਹੈਗਾ ਮੈਂਬਰ ਹੋਏਗਾ ਉਹਨੂੰ ਕੀ ਅਪਾਇੰਟ ਕਰ ਦੇਗਾ? ਸਪੀਕਰ, ਚੇਅਰਮੈਨ ਅਪਾਇੰਟ ਕਰ ਦੇਗਾ। ਹੁਣ ਆ ਗਈ ਕਮੇਟੀ ਔਨ ਪਬਲਿਕ ਅੰਡਰਟੇਕਿੰਗ। ਇਹਦੇ ਵਿੱਚ ਵੀ ਕੀ ਹੋਏਗਾ? ਚੇਅਰਮੈਨ ਕੌਣ ਅਪਾਇੰਟ ਕਰੇਗਾ? ਸਪੀਕਰ ਅਪਾਇੰਟ ਕਰੇਗਾ। ਲੇਕਿਨ ਕਿੱਥੋਂ ਕਰੇਗਾ? ਲੋਕ ਸਭਾ ਦੇ ਮੈਂਬਰਸ ਤੋਂ। ਮੈਂਬਰ ਦੋਨੋਂ ਤਰ੍ਹਾਂ ਦੇ ਇਹਦੇ ਵਿੱਚ, ਲੋਕ ਸਭਾ ਵੀ ਹੈ, ਰਾਜ ਸਭਾ, ਲੇਕਿਨ ਚੇਅਰਮੈਨ ਕੌਣ ਹੋਏਗਾ? ਚੇਅਰਮੈਨ ਹੋਏਗਾ ਲੋਕ ਸਭਾ ਦੇ ਜਿਹੜੇ ਮੈਂਬਰ ਉਹਨਾਂ ਚ ਮੀਨਸ ਕਿ 15 ਦੇ ਵਿੱਚੋਂ ਇੱਕ ਨੂੰ ਕੀ ਬਣਾ ਦੇਗਾ? ਚੇਅਰਮੈਨ ਬਣਾ ਦੇਗਾ। ਕੌਣ ਬਣਾਏਗਾ? ਸਪੀਕਰ ਬਣਾਏਗਾ। ਸੋ ਇਹ ਤਿੰਨੋਂ ਕਮੇਟੀਜ਼, ਔਰ ਤਿੰਨੋਂ ਕਮੇਟੀਜ਼ ਨੂੰ ਆਪਾਂ ਕੀ ਬੋਲਦੇ ਹਾਂ? ਫਾਈਨੈਂਸ਼ੀਅਲ ਕਮੇਟੀਜ਼। ਕਈ ਵਾਰ ਐਗਜ਼ਾਮ ਦੇ ਵਿੱਚ ਇਹ ਵੀ ਆ ਜਾਂਦਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਦਾ ਫਾਈਨੈਂਸ਼ੀਅਲ ਕਮੇਟੀ। ਤਾਂ ਤਿੰਨ ਇਹ ਦੇਤੀਆਂ, ਇੱਕ ਫੋਰਥ ਵਨ ਤੁਹਾਨੂੰ ਕੋਈ ਹੋਰ ਦੇਤੀ ਹੈ, ਉਸ ਕੇਸ ਦੇ ਵਿੱਚ ਤੁਹਾਡੇ ਕੋਲ ਕੀ ਹੋ ਜਾਏਗਾ? ਫੋਰਥ ਵਨ ਕੀ ਬਣ ਜਾਏਗਾ? ਉਹ ਤੁਹਾਡਾ ਆਨਸਰ ਬਣ ਜਾਏਗਾ। ਮੈਂਬਰਸ ਪੁੱਛ ਸਕਦਾ ਹੈਗਾ, ਕਿੰਨੇ ਕਿੰਨੇ ਮੈਂਬਰ ਉਹ ਹੁੰਦੇ ਆ ਉਹ ਪੁੱਛ ਸਕਦਾ ਹੈ ਤੁਹਾਨੂੰ ਐਗਜ਼ਾਮੀਨਰ ਇਨ ਦਾ ਫਾਰਮ ਆਫ MCQ। ਇਹ ਸੀਗੇ ਤੁਹਾਡੀ ਫਾਈਨੈਂਸ਼ੀਅਲ ਕਮੇਟੀ ਜੋ ਆਪਾਂ ਪਾਰਲੀਮੈਂਟ ਦੇ ਵਿੱਚ ਯੂਜ਼ ਕਰਦੇ ਹਾਂ। ਫਿਰ ਆ ਗਿਆ ਹੁਣ ਆਪਣੇ ਕੋਲ ਬੜਾ ਇੰਪੋਰਟੈਂਟ ਇੱਕ ਟੌਪਿਕ ਆ ਜਾਂਦਾ, ਜਿੱਕੇ ਆਪਾਂ ਬੜੀ ਟਰਮ ਸੁਣੀ ਹੈ ਕਿ ਬਜਟ ਪਾਸ ਹੋ ਗਿਆ ਜਾਂ ਬਜਟ ਪਾਸ ਨਹੀਂ ਹੋਇਆ ਹੈਗਾ। ਹੁਣ ਬਜਟ ਹੈ ਕੀ ਹੈ? ਬਜਟ ਬੇਸਿਕਲੀ ਤੁਹਾਡੇ ਕੋਲ ਕੀ ਹੈ ਕਿ ਸਰਕਾਰ ਦੇ ਕੋਲ ਕਿੱਥੋਂ ਪੈਸਾ ਆਉਣਾ ਹੈਗਾ ਔਰ ਕਿੱਥੇ ਪੈਸਾ ਲੱਗਣਾ ਹੈਗਾ, ਇਹ ਸਾਰਾ ਤੁਹਾਡੇ ਕੋਲ ਕੀ ਹੈ? ਇਹ ਬਜਟ ਦੇ ਵਿੱਚ ਜਿਹੜਾ ਹੈਗਾ ਆਪਾਂ ਡਿਸਕਸ ਕਰਦੇ ਹਾਂ। ਮੀਨਸ ਬਜਟ ਕੰਟੇਨਸ ਐਸਟੀਮੇਟਸ ਆਫ ਰੈਵਨਿਊ, ਕਿੱਥੋਂ ਪੈਸਾ ਆਉਣਾ ਹੈਗਾ, ਐਂਡ ਕੈਪੀਟਲ ਰਿਸੀਟਸ, ਵੇਜ਼ ਐਂਡ ਮੀਨਸ ਟੂ ਰੇਜ਼ ਦਾ ਰੈਵਨਿਊ, ਕਿਹੜੇ ਕਿਹੜੇ ਆਪਾਂ ਟੈਕਸਸ ਲਗਾਉਣੇ ਆ ਜਾਂ ਕਿਹੜੇ ਕਿਹੜੇ ਟੈਕਸਸ ਹਟਾਉਣੇ ਆ, ਇਹ ਸਾਰਾ ਕਿੱਥੇ ਲਿਖਿਆ ਹੋਏਗਾ? ਤੁਹਾਡਾ ਬਜਟ ਦੇ ਵਿੱਚ ਹੋਏਗਾ। ਐਸਟੀਮੇਟਸ ਆਫ ਦਾ ਐਕਸਪੈਂਡੀਚਰ ਇਨ ਦਾ ਫਾਈਨੈਂਸ਼ੀਅਲ ਈਅਰ, ਜਿਹੜਾ ਕਮਿੰਗ ਇਹ ਫਾਈਨੈਂਸ਼ੀਅਲ ਈਅਰ ਹੋਏਗਾ। ਫਾਈਨੈਂਸ਼ੀਅਲ ਈਅਰ ਕਿੱਥੋਂ ਕਿੱਥੇ ਤੱਕ ਹੁੰਦਾ ਹੈ? 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ। ਹੁਣ ਇਹ ਸਾਰਾ ਤੁਹਾਡਾ ਕਿੱਥੇ ਲਿਖਿਆ ਹੋਏਗਾ? ਇਹ ਬਜਟ ਦੇ ਵਿੱਚ ਤੁਹਾਡਾ ਹੋਏਗਾ। ਇਹ ਕਿੱਥੋਂ ਪੈਸਾ ਸਰਕਾਰ ਕੋਲੇ ਆਏਗਾ, ਕਿੱਥੇ ਕਿੱਥੇ ਪੈਸਾ ਸਰਕਾਰ ਦਾ ਖਰਚ ਹੋਏਗਾ, ਸਰਕਾਰ ਦੀ ਜਿਹੜੀ ਇਨਕਮ ਆ ਜਾਂ ਰੈਵਨਿਊ ਆ ਉਹਨੂੰ ਕਿੱਦਾਂ ਐਨਹਾਂਸ ਕਰਨਾ, ਕਿਹੜੇ ਕਿਹੜੇ ਨਵੇਂ ਟੈਕਸਸ ਲੱਗਣੇ ਆ, ਕਿਹੜੇ ਕਿਹੜੇ ਟੈਕਸਸ ਨਹੀਂ ਲੱਗਣੇ, ਹਟਾਉਣੇ ਆ, ਉਹ ਸਾਰਾ ਤੁਹਾਡਾ ਬਜਟ ਦੇ ਵਿੱਚ ਡਿਸਕਸ ਹੋਏਗਾ। ਹੁਣ ਜਿਹੜਾ ਬਜਟ ਜਦੋਂ ਪਾਸ ਹੁੰਦਾ ਹੈ ਉਹਦੇ ਲਈ ਆਪਣੇ ਕੋਲ ਡਿਫਰੈਂਟ ਸਟੈਪਸ ਨੇ, 6 ਸਟੇਜਸ ਨੇ। 6 ਸਟੇਜਸ ਦੇ ਗੋ ਥਰੂ ਹੋ ਕੇ ਹੀ ਤੁਹਾਡਾ ਬਜਟ ਜਿਹੜਾ ਹੋਏਗਾ ਉਹ ਪਾਸ ਹੋਏਗਾ। ਹੁਣ ਔਰ 6 ਦੇ 6 ਸਟੈਪਸ ਤੁਹਾਡੇ ਕੋਲ ਕੀ ਹੈ? ਐਗਜ਼ਾਮ ਦੇ ਵਿੱਚ ਇਹ ਵੀ ਤੁਹਾਨੂੰ ਕੁਐਸਚਨ ਆਏਗਾ ਕਿ ਇਹਨਾਂ ਨੂੰ ਸੀਰੀਅਲ ਆਰਡਰ 'ਚ ਅਰੇਂਜ ਕਰਨਾ ਹੋਏਗਾ ਕਿ ਪਹਿਲੇ ਕੀ ਹੋਏਗਾ ਔਰ ਲਾਸਟ ਤੇ ਕੀ ਹੋਏਗਾ। ਤੁਹਾਡੇ ਕੋਲ ਪਹਿਲੇ ਪ੍ਰੈਜੈਂਟੇਸ਼ਨ ਆਫ ਦਾ ਬਜਟ, ਫਿਰ ਜਨਰਲ ਡਿਸਕਸ਼ਨ, ਫਿਰ ਸਕ੍ਰੂਟਨੀ ਹੋਗੀ, ਤੁਹਾਡੇ ਕੋਲ ਕਮੇਟੀਜ਼ ਉਹਨੂੰ ਐਨਾਲਾਈਜ਼ ਕਰਦੀਆਂ ਨੇ, ਫਿਰ ਵੋਟਿੰਗ ਹੋ ਗਈ ਹੈ, ਫਿਰ ਐਪਰੋਪ੍ਰੀਏਸ਼ਨ ਬਿੱਲ ਐਂਡ ਅਲਟੀਮੇਟਲੀ ਤੁਹਾਡੇ ਕੋਲ ਪਾਸਿੰਗ ਆਫ ਦਾ ਫਾਈਨੈਂਸ਼ੀਅਲ ਬਿੱਲ। ਇਹਨੂੰ ਵਨ ਬਾਏ ਵਨ ਦੇਖਦੇ ਹਾਂ ਵੀ ਮੀਨਿੰਗ ਕੀ ਹੈ ਔਰ ਇਹਦੇ ਪੈਰਲਰ ਮੈਂ ਤੁਹਾਨੂੰ ਇਹਦੇ 'ਚ ਰੱਖਿਆ ਹੋਇਆ ਤਾਂ ਕਿ ਤੁਹਾਨੂੰ ਇਹਦੀ ਸੀਕੁਐਂਸ ਯਾਦ ਰਹਿ ਜੇ। ਸਭ ਤੋਂ ਪਹਿਲਾਂ ਕੀ ਹੈ? ਪ੍ਰੈਜੈਂਟੇਸ਼ਨ ਆਫ ਦਾ ਬਜਟ। ਉਹ ਜਿਹੜਾ ਬਜਟ ਹੈ ਉਹਨੂੰ ਪ੍ਰੈਜੈਂਟ ਕੌਣ ਕਰ ਰਿਹਾ ਤੁਹਾਡੇ ਸਾਹਮਣੇ? ਜਿਹੜਾ ਫਾਈਨਾਂਸ ਮਿਨਿਸਟਰ ਹੈ। ਔਰ ਕਦੋਂ ਕਰੇਗਾ? ਫਸਟ ਡੇ ਆਫ ਦਾ ਫੈਬ। ਦੇਖੋ ਪਹਿਲੇ 2017 ਤੋਂ ਪਹਿਲੇ ਤੁਹਾਡੇ ਕੋਲ ਕੀ ਹੁੰਦਾ ਸੀਗਾ? ਲਾਸਟ ਡੇ ਆਫ ਦਾ ਮੰਥ ਜਿਹੜਾ ਫੈਬਰਰੀ ਹੈ ਉਹਦੇ ਲਾਸਟ ਜਿਹੜਾ ਡੇ ਹੋਏਗਾ ਉਦੋਂ ਇੰਟਰੋਡਿਊਸ ਕਰਦੇ ਸੀਗੇ। ਲੇਕਿਨ 2017 ਤੋਂ ਬਾਅਦ ਇਹਨੂੰ ਕੀ ਕਰਨ ਲੱਗੇ ਆਪਾਂ? ਫਸਟ ਡੇ ਆਫ ਦਾ ਫੈਬ ਜਿਹੜਾ ਹੈਗਾ ਇਹਨੂੰ ਆਪਾਂ ਇੰਟਰੋਡਿਊਸ ਕਰਨ ਲੱਗੇ। ਔਰ ਬਜਟ ਤੇ ਮਨੀ ਬਿੱਲ ਦੋਨੋਂ ਕਿੱਥੇ ਤੁਹਾਡੇ ਹੁੰਦੇ ਆ? ਲੋਕ ਸਭਾ ਦੇ ਵਿੱਚ। ਔਰ ਸ਼ੁਰੂ ਕਿਵੇਂ ਹੋਏਗਾ? ਵਿਦ ਅ ਸਪੀਚ। ਔਰ ਸਪੀਚ ਨੂੰ ਆਪਾਂ ਕੀ ਬੋਲਦੇ ਹਾਂ? ਬਜਟ ਸਪੀਚ। ਕਹਿਣ ਦਾ ਮਤਲਬ ਕੀ ਹੈ ਕਿ ਲੋਕ ਸਭਾ ਦੇ ਵਿੱਚ ਫਸਟ ਡੇ ਆਫ ਦਾ 1 ਫਰਵਰੀ ਨੂੰ ਜਿਹੜਾ ਫਾਈਨਾਂਸ ਮਿਨਿਸਟਰ ਹੈ ਉਹ ਆਪਣੀ ਜਿਹੜੀ ਸਪੀਚ ਸਟਾਰਟ ਕਰੇਗਾ। ਸਪੀਚ ਦੇ ਵਿੱਚ ਉਹ ਡਿਸਕਸ ਕੀ ਕਰੇਗਾ? ਬਜਟ ਕਰੇਗਾ। ਡਿਸਕਸ ਨਹੀਂ, ਬੇਸਿਕਲੀ ਉਹਦੀ ਜਸਟ ਇੱਕ ਇੰਟਰੋਡਕਸ਼ਨ ਹੈ, ਉਹ ਇੰਟਰੋਡਕਸ਼ਨ ਦੇਗਾ। ਔਰ ਜਿਹੜੀ ਸਪੀਚ ਸਟਾਰਟ ਹੋਏਗੀ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਬਜਟ ਸਪੀਚ ਹੈ। ਔਰ ਜਿਵੇਂ ਬਜਟ ਦੀ ਜਿਹੜੀ ਇਹ ਬਜਟ ਸਪੀਚ ਤੁਹਾਡੇ ਖਤਮ ਹੋਈ ਆ ਉਸ ਤੋਂ ਬਾਅਦ ਕੀ ਹੁੰਦਾ ਹੈਗਾ? ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋ ਰਿਹਾ। ਇਟ ਮੀਨਸ ਕਿ ਸਪੀਚ ਵੀ ਕਿਤੇ ਹੋ ਰਹੀ ਹੈ ਲੋਕ ਸਭਾ ਦੇ ਵਿੱਚ। ਫਿਰ ਉਹ ਤੁਹਾਡੇ ਕੋਲ ਜਿਹੜਾ ਹੈਗਾ ਉਹ ਕਿਤੇ ਚਲਾ ਜਾਏਗਾ? ਰਾਜ ਸਭਾ ਦੇ ਵਿੱਚ। ਰਾਜ ਸਭਾ ਦੇ ਕੋਲ ਕੀ ਹੈ? ਜਸਟ ਡਿਸਕਸ ਕਰਨ ਦੇ ਲਈ ਕਿ ਹਾਂਜੀ ਇਹ ਚੀਜ਼ ਪਲੱਸ ਹੋਣੀ ਚਾਹੀਦੀ ਹੈ, ਇਹ ਚੀਜ਼ ਮਾਈਨਸ ਹੋਣੀ ਚਾਹੀਦੀ ਹੈ। ਮੰਨਣਾ ਜਾਂ ਨਾ ਮੰਨਣਾ ਉਹ ਲੋਕ ਸਭਾ ਦੇ ਉੱਪਰ ਹੈ। ਲੇਕਿਨ ਰਾਜ ਸਭਾ ਦੇ ਵਿੱਚ ਜਾਏਗਾ ਜਸਟ ਓਨਲੀ ਟੂ ਡਿਸਕਸ ਦਾ ਬਿੱਲ, ਡਿਸਕਸ ਦਾ ਬਜਟ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਆ ਗਿਆ ਸੈਕੰਡ ਫੇਜ਼ ਦੇ ਵਿੱਚ ਕੀ ਹੋ ਗਿਆ? ਡਿਸਕਸ਼ਨ ਸਟਾਰਟ ਹੋ ਗਈ ਹੈ। ਹੁਣ ਦੇਖੋ ਜਦੋਂ ਪ੍ਰੈਜੈਂਟੇਸ਼ਨ ਤੋਂ ਬਾਅਦ ਕੀ ਹੋਏਗਾ ਆਪਣੇ ਕੋਲ ਦੋਨੋਂ ਹਾਊਸਸ ਦੇ ਵਿੱਚ ਕੀ ਹੋਏਗੀ? ਇਹਦੀ
ਪ੍ਰੈਜੈਂਟੇਸ਼ਨ ਤੋਂ ਬਾਅਦ ਤੁਹਾਡੇ ਕੋਲ ਦੋਨੋਂ ਹਾਊਸਿਸ ਵਿੱਚ ਕੀ ਹੋਏਗੀ, ਡਿਸਕਸ਼ਨ ਹੋਏਗੀ 3 ਤੋਂ 4 ਦਿਨ ਲਈ। ਬਟ ਇਹਦੇ 'ਚ ਕੀ ਹੈ, ਕੋਈ ਕੱਟ ਮੋਸ਼ਨ ਨਹੀਂ ਲੱਗੇਗਾ। ਮਤਲਬ ਕਹਿਣ ਦਾ ਮਤਲਬ ਕੀ ਹੈ, ਕੋਈ ਸਿਰਫ ਡਿਸਕਸ਼ਨ ਹੋਏਗੀ ਔਰ ਡਿਸਕਸ਼ਨ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਇਹਦੇ 'ਚ ਕੋਈ ਪਾਲਿਸੀ ਕੱਟ ਲਗਾ ਰਹੇ ਹੋ, ਕੋਈ ਇਕੋਨਮੀ ਕੱਟ ਲਗਾ ਰਹੇ ਹੋ ਜਾਂ ਕੋਈ ਟੋਕਨ ਕੱਟ ਲਗਾ ਰਹੇ ਹੋ। ਉਹ ਚੀਜ਼ ਨਹੀਂ ਪੋਸੀਬਲ ਹੈਗੀ ਇਨ ਕੇਸ ਆਫ ਜਨਰਲ ਡਿਸਕਸ਼ਨ। ਸਿਰਫ ਉਹਦੇ ਆਪਾਂ ਫਾਇਦੇ ਜਾਂ ਉਹਦੇ ਨੁਕਸਾਨ ਦੀ ਗੱਲ ਕਰ ਰਹੇ ਹਾਂ 3 ਜਾਂ 4 ਦਿਨ ਦੀ। ਉਸ ਤੋਂ ਬਾਅਦ ਕੀ ਹੋਏਗਾ, ਜਦੋਂ ਇਹ ਡਿਸਕਸ਼ਨ ਹੋ ਗਈ ਹੈ, ਫਿਰ ਡਿਸਕਸ਼ਨ ਤੋਂ ਬਾਅਦ ਜਿਹੜਾ ਹੈਗਾ ਕਿ ਉਹ ਤੁਹਾਡਾ ਬਜਟ ਜਿਹੜਾ ਚਲਾ ਜਾਏਗਾ, ਉਹ ਨੈਕਸਟ ਫੇਜ਼ ਦੇ ਵਿੱਚ ਚਲੇਗਾ, ਜਿਹਨੂੰ ਆਪਾਂ ਬੋਲਦੇ ਹਾਂ ਸਕ੍ਰਿਊਟਨੀ ਬਾਏ ਦਾ ਡਿਪਾਰਟਮੈਂਟਲ ਕਮੇਟੀਜ਼। ਹੁਣ ਜਦੋਂ ਕਮੇਟੀਜ਼ ਦੇ ਵਿੱਚ ਚਲਿਆ ਗਿਆ ਤਾਂ ਜਨਰਲ ਡਿਸਕਸ਼ਨ ਤੋਂ ਬਾਅਦ ਇਸ ਕਮੇਟੀਜ਼ ਦੇ ਵਿੱਚ ਕੀ ਹੋਏਗਾ, ਜਿਹੜਾ ਹਾਊਸ ਆ ਤੁਹਾਡਾ ਐਡਜਰਨ ਹੋ ਜਾਏਗਾ 3 to 4 ਵੀਕਸ ਦੇ ਲਈ। ਕਿਉਂ ਹੋਏਗਾ, ਕਿਉਂਕਿ ਇਸ ਦੇ ਵਿੱਚ ਜਿਹੜੇ ਤੁਹਾਡੇ ਐਕਸਪਰਟ ਮੈਂਬਰਸ ਨੇ ਜਾਂ ਐਕਸਪਰਟ ਕਮੇਟੀਜ਼ ਨੇ, ਉਹ ਬਜਟ ਨੂੰ ਕੀ ਕਰਨਗੇ, ਇਨ ਡਿਟੇਲ ਉਹਨੂੰ ਉਹਦੀ ਸਕ੍ਰਿਊਟਨੀ ਕਰਨਗੇ। ਉਹ ਜੋ ਵੀ ਐਡ ਆਨ ਹੋਣਾਗੇ, ਪਲੱਸ ਜਾਂ ਮਾਈਨਸ ਹੋਣਾਗੇ, ਉਹ ਸਾਰਾ ਦਾ ਸਾਰਾ ਜਾਂ ਜੋ ਚੀਜ਼ ਡਿਮਾਂਡ ਕੀਤੀ ਹੈ ਉਹ ਚੀਜ਼ ਫਿਜ਼ੀਬਲ ਹੈ ਜਾਂ ਨਹੀਂ ਹੈ, ਉਹ ਸਾਰਾ ਸਕ੍ਰਿਊਟਨੀ ਕੌਣ ਕਰੇਗਾ, ਜਿਹੜੀਆਂ ਡਿਪਾਰਟਮੈਂਟਲ ਕਮੇਟੀਜ਼ ਨੇ। ਕਹਿਣ ਦਾ ਮਤਲਬ ਪਹਿਲੇ ਪ੍ਰੈਜੈਂਟੇਸ਼ਨ ਹੋਈ, ਇੱਕ ਜਨਰਲ ਇੰਟਰੋਡਕਸ਼ਨ ਹੋਈ ਲੋਕ ਸਭਾ ਦੇ ਵਿੱਚ। ਉਸ ਤੋਂ ਬਾਅਦ ਕੀ ਹੈ, ਬਜਟ ਸਪੀਚ ਖਤਮ ਹੋਣ ਤੋਂ ਬਾਅਦ ਉਹ ਲੋਕ ਸਭਾ ਜਿਹੜਾ ਬਜਟ ਹੈ ਉਹ ਤੁਹਾਡਾ ਰਾਜ ਸਭਾ ਦੇ ਵਿੱਚ ਚਲੇ ਗਏ ਡਿਸਕਸ਼ਨ ਦੇ ਲਈ। ਫਿਰ ਜਨਰਲ ਡਿਸਕਸ਼ਨ ਦੇ ਵਿੱਚ ਕੀ ਹੈ, ਜਸਟ ਇਹਦੇ 'ਚ ਆਪਾਂ ਕਰ ਰਹੇ ਹਾਂ ਕਿ ਇਹਦੇ ਇਹ ਫਾਇਦੇ ਹੋਣਗੇ, ਇਹ ਨੁਕਸਾਨ ਹੋਣਗੇ 3 ਤੋਂ 4 ਦਿਨਾਂ ਦੇ ਲਈ। ਔਰ ਕੋਈ ਵੀ ਇਹਦੇ 'ਚ ਤੁਹਾਡਾ ਮੋਸ਼ਨ ਨਹੀਂ ਹੋਏਗਾ, ਨਾ ਕੱਟ ਮੋਸ਼ਨ, ਨਾ ਤੁਹਾਡਾ ਜਿਹੜਾ ਇਕੋਨਮੀ ਕੱਟ, ਨਾ ਤੁਹਾਡਾ ਪਾਲਿਸੀ ਕੱਟ, ਨਾ ਟੋਕਨ ਕੱਟ, ਕੋਈ ਵੀ ਮੋਸ਼ਨ ਨਹੀਂ ਪਾਸ ਹੋਏਗਾ। ਸਿੰਪਲ ਉਹ 'ਚ ਕੀ ਹੋਏਗੀ, ਡਿਸਕਸ਼ਨ ਹੋਏਗੀ। ਫਿਰ ਉਹਦੀ ਡਿਟੇਲਡ ਸਕ੍ਰਿਊਟਨੀ ਹੋਏਗੀ ਔਰ ਉਹ ਕੌਣ ਕਰੇਗਾ, ਡਿਪਾਰਟਮੈਂਟਲ ਕਮੇਟੀਜ਼ ਕਰਨਗੀਆਂ। ਹੁਣ ਡਿਪਾਰਟਮੈਂਟ ਕਮੇਟੀਜ਼ ਜੋ ਉਹਦੀ ਸਕ੍ਰਿਊਟਨੀ ਹੋ ਗਈ ਹੈ, ਆਪਾਂ ਨੂੰ ਕਲੀਅਰ ਹੋ ਗਿਆ, ਇੱਕ ਤੁਹਾਡੇ ਕੋਲ ਇੱਕ ਫਾਰਮਲ ਆ ਗਿਆ ਕਿ ਹਾਂ ਇਹ ਬੈਸਟ ਚੀਜ਼ ਬਣ ਕੇ ਆ ਗਈ ਹੈ। ਫਿਰ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਕੀ ਹੋਏਗਾ, ਵੋਟਿੰਗ ਔਨ ਡਿਮਾਂਡ ਫॉर ਗ੍ਰਾਂਟਸ। ਕਹਿਣ ਦਾ ਮਤਲਬ ਕੀ ਹੈ, ਬਜਟ ਦੇ ਵਿੱਚ ਹਰ ਇੱਕ ਸਪੋਜ਼ ਤੁਹਾਡੇ ਕੋਲੇ ਫਾਈਨਾਂਸ ਮਿਨਿਸਟਰ ਨੇ ਜਦੋਂ ਇਹਨੂੰ ਇੰਟਰੋਡਿਊਸ ਕੀਤਾ ਤਾਂ ਡਿਫਰੈਂਟ ਮਿਨਿਸਟਰੀਜ਼ ਆ, ਉਹਨਾਂ ਨੇ ਆਪਣੀ ਡਿਮਾਂਡ ਰੱਖੀਆਂ ਕਿ ਮੈਨੂੰ 200 ਕਰੋੜ ਰੁਪਏ ਚਾਹੀਦਾ, ਮੈਨੂੰ 500 ਕਰੋੜ ਚਾਹੀਦੀਆਂ ਨੇ, ਹੈ ਨਾ, ਜਾਂ ਮੈਨੂੰ 1000 ਕਰੋੜ ਰੁਪਏ ਚਾਹੀਦਾ। ਕਿ ਉਹ ਸਾਰੇ ਤੇ ਉੱਥੇ ਕੀ ਹੋਏਗੀ, ਉੱਥੇ VOTING ਹੋਏਗੀ ਕਿ ਜੋ ਇਹਨਾਂ ਦੀ ਡਿਮਾਂਡ ਹੈ ਕਿ ਇਹ ਚੀਜ਼ ਨੂੰ ਜੋ ਇਹਨਾਂ ਨੇ ਡਿਮਾਂਡ ਕੀਤਾ ਕਿ ਉਹ ਚੀਜ਼ ਨੂੰ ਗ੍ਰਾਂਟ ਕਰ ਦੇਣਾ ਚਾਹੀਦਾ ਜਾਂ ਨਹੀਂ ਕਰ ਦੇਣਾ ਚਾਹੀਦਾ। ਮੀਨਸ ਜੋ VOTING ਹੋਏਗੀ ਉਹ ਤੁਹਾਡੀ ਹੋਏਗੀ ਜਦੋਂ ਤੁਹਾਡੀ ਕਮੇਟੀਜ਼ ਨੇ ਉਸਦੀ ਸਕ੍ਰਿਊਟਨੀ ਕਰ ਲਈ ਹੈ। ਡਿਪਾਰਟਮੈਂਟ ਕਮੇਟੀ ਦੀ ਸਕ੍ਰਿਊਟਨੀ ਤੋਂ ਬਾਅਦ ਤੁਹਾਡੇ ਕੋਲ ਕੀ ਹੋਏਗੀ, ਵੋਟਿੰਗ ਔਨ ਡਿਮਾਂਡਸ ਫॉर ਗ੍ਰਾਂਟ। ਮਤਲਬ ਕਿ ਜੋ ਉਹਨਾਂ ਨੇ ਡਿਮਾਂਡ ਕੀਤਾ ਹੈਗਾ ਉਹਦੇ ਤੇ ਹੋਏਗਾ ਕਿ ਇਹ ਚੀਜ਼ ਮਤਲਬ ਦੇ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਹੁਣ ਇਹਦੇ ਉੱਪਰ ਵੀ ਆਪਾਂ ਕੁਝ ਕੱਟਸ ਲਗਾ ਸਕਦੇ ਹਾਂ। ਔਰ ਸਭ ਤੋਂ ਪਹਿਲਾਂ ਇੱਕ ਇਹ ਯਾਦ ਰੱਖਣੀ ਹੈ, ਜਿਹੜੀ ਵੋਟਿੰਗ ਹੋਏਗੀ ਸਿਰਫ ਲੋਕ ਸਭਾ ਦੇ ਵਿੱਚ ਹੀ ਹੈ, ਰਾਜ ਸਭਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਠੀਕ ਹੈ, ਵੋਟਿੰਗ ਔਨ ਡਿਮਾਂਡ ਫॉर ਗ੍ਰਾਂਟਸ ਹੈ ਸਿਰਫ ਤੇ ਸਿਰਫ ਲੋਕ ਸਭਾ ਦੇ ਮੈਂਬਰਸ ਹੀ ਕਰਨਗੇ, ਰਾਜ ਸਭਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ। ਰਾਜ ਸਭਾ ਦਾ ਰੋਲ ਜੋ ਸੀਗਾ ਡਿਸਕਸ਼ਨ ਤੱਕ ਉਹ ਖਤਮ ਹੋ ਗਿਆ ਹੈ। ਹੁਣ ਲੋਕ ਸਭਾ ਦੇ ਵਿੱਚ ਕੀ ਹੈ, ਅਗਰ ਸਪੋਜ਼ ਤੁਹਾਡੇ ਕੋਲ ਕੀ ਹੈ, ਕੋਆਲੀਸ਼ਨ ਗਵਰਨਮੈਂਟ ਹੈ, ਕਹਿਣ ਦਾ ਮਤਲਬ ਕਿ ਜਿਵੇਂ ਫੋਰ ਐਗਜ਼ਾਮਪਲ ਹੁਣ ਮੋਦੀ ਗਵਰਨਮੈਂਟ ਹੈ ਤੁਹਾਡੇ ਕੋਲੇ, ਮੋਦੀ ਗਵਰਨਮੈਂਟ ਬਹੁਤ ਪਾਵਰਫੁਲ ਹੈ, ਸਾਰੇ ਮੈਂਬਰ BJP ਦੇ ਨੇ। ਬਟ ਸਮਟਾਈਮਸ ਕੀ ਹੁੰਦਾ ਹੈ ਕਿ ਕੁਝ ਮੈਂਬਰਸ BJP ਦੇ ਨੇ, ਕੁਝ ਕਾਂਗਰਸ ਦੇ ਉਹਦੇ ਨਾਲ ਜੁਆਇਨ ਕਰਕੇ ਸਰਕਾਰ ਬਣਾ ਰਹੇ ਆ। ਉਸ ਕੇਸਿਸ ਦੇ ਵਿੱਚ ਤੁਹਾਡੇ ਕੋਲ ਕੀ ਹੁੰਦਾ ਹੈ, ਕੱਟ ਮੋਸ਼ਨਸ ਪਾਸ ਹੁੰਦੇ ਆ। ਹੁਣ ਉਹ ਤਿੰਨੋਂ ਕੱਟ ਮੋਸ਼ਨ ਕਿਹੜੇ ਹੈ, ਇੱਕ ਹੈ ਪਾਲਿਸੀ ਕੱਟ, ਇੱਕ ਹੈ ਇਕੋਨਮੀ ਕੱਟ, ਇੱਕ ਹੈ ਟੋਕਨ ਕੱਟ। ਹੁਣ ਕੱਟ ਮੋਸ਼ਨ ਦਾ ਮਤਲਬ ਕੀ ਹੈ ਕਿ ਸਪੋਜ਼ ਇੱਕ ਮਿਨਿਸਟਰ ਨੇ, ਪਹਿਲਾਂ ਇਹਨੂੰ ਲਾਈਨ ਨੂੰ ਰੀਡ ਆਊਟ ਕਰਦੇ ਹਾਂ, ਆਪਾਂ ਇਹਨੂੰ ਪੜ੍ਹਦੇ ਹਾਂ। ਇਟ ਸਟੇਟਸ ਦੈਟ ਦ ਅਮਾਊਂਟ ਆਫ ਦ ਡਿਮਾਂਡ ਬੀ ਰਿਡਿਊਸਡ ਟੂ ₹1। ਕਹਿਣ ਦਾ ਮਤਲਬ ਕੀ ਹੈ, ਅਗਰ ਇੱਕ ਮਿਨਿਸਟਰ ਨੇ ਕਹਿਤਾ ਕਿ ਉਹਨੂੰ ਚਾਹੀਦਾ 200 ਕਰੋੜ ਰੁਪਇਆ ਫੋਰ ਐਗਜ਼ਾਮਪਲ, ਠੀਕ ਹੈ, ਲੇਕਿਨ ਆਪਾਂ ਇੱਥੇ ਮੋਸ਼ਨ ਕਿਹੜਾ ਲਿਆ, ਪਾਲਿਸੀ ਕੱਟ ਮੋਸ਼ਨ। ਆਪਾਂ ਕੀ ਕਹਤਾ ਕਿ ਇਹਨੂੰ 200 ਕਰੋੜ ਦੀ ਬਜਾਏ ਇਹਨੂੰ ਕੀ ਕਰ ਦਿਓ ₹1। ਕਹਿਣ ਦਾ ਮਤਲਬ ਉਹ ਤਾਂ ਮੰਗ ਰਿਹਾ 200 ਕਰੋੜ ਤੇ ਆਪਾਂ ਪਾਰਲੀਮੈਂਟ 'ਚ ਕਹਿ ਰਹੇ ਹਾਂ ਕਿ ਇਹਨੂੰ ਦਿਓ ਸਿਰਫ ₹1। ਇਹਦਾ ਅਲਟੀਮੇਟਲੀ ਤਾਂ ਮੀਨਿੰਗ ਕੀ ਹੋਇਆ ਕਿ ਜੋ ਉਹਨੇ ਜਿਸ ਕੰਮ ਦੇ ਲਈ ਉਹਨੇ 200 ਕਰੋੜ ਰੁਪਇਆ ਮੰਗਿਆ ਉਹਦੇ ਲਈ ਸਾਰੇ ਕੀ ਕਰ ਰਹੇ ਆ, ਡਿਸਐਗਰੀ ਕਰ ਰਹੇ ਆ, ਡਿਸਅਪਰੂਵਲ ਮਿਲ ਰਿਹਾ ਹੈਗਾ, ਕੋਈ ਵੀ ਉਸ ਚੀਜ਼ ਲਈ ਐਗਰੀ ਨਹੀਂ ਕਰ ਰਿਹਾ। ₹1 ਦਾ ਮਤਲਬ ਕੀ ਹੈ ਕਿ ਕੋਈ ਵੀ ਇਸ ਚੀਜ਼ ਲਈ ਵਿਲਿੰਗ ਨਹੀਂ ਹੈ। ਮਤਲਬ ਪੂਰੀ ਦੀ ਪੂਰੀ ਤਰ੍ਹਾਂ ਉਹਦੀ ਜਿਹੜੀ ਪ੍ਰਪੋਜ਼ਲ ਹੈ, ਜਿਹੜੀ ਡਿਮਾਂਡ ਹੈ, ਉਹਨੂੰ ਆਪਾਂ ਕਰ ਰਹੇ ਹਾਂ, ਰਿਜੈਕਟ ਕਰ ਰਹੇ ਹਾਂ। ਜਿਹੜੇ 200 ਕਰੋੜ ਰੁਪਇਆ ਮੰਗ ਰਹੇ ਉਹਨੂੰ ਕਹਿੰਦੇ 200 ਕਰੋੜ ਦੀ ਬਜਾਏ ਤੂੰ ₹1 ਲੈ ਲਾ, ਹੈ ਨਾ। ਤਾਂ ਇਟ ਮੀਨਸ ₹1 ਨਾਲ ਥੋੜਾ ਨਾ ਉਹ ਆਪਣਾ ਕੰਮ ਇੰਪਲੀਮੈਂਟ ਕਰੇਗਾ। ਤਾਂ ਅਲਟੀਮੇਟਲੀ ਇਹਦੇ 'ਚ ਕੀ ਹੈ, ਪੂਰਾ ਡਿਸਅਪਰੂਵਲ, ਪੂਰਾ ਦਾ ਪੂਰਾ ਡਿਸਐਗਰੀਮੈਂਟ ਹੋ ਗਿਆ ਉਹਦੇ 'ਚ ਕਿ ਜੋ ਚੀਜ਼ ਤੁਸੀਂ ਡਿਮਾਂਡ ਕਰ ਰਹੇ ਆ ਉਹ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਹਨੂੰ 200 ਕਰੋੜ ਤੋਂ ਹਟਾ ਕੇ ਉਹਨੂੰ ₹1 ਤੱਕ ਲੈ ਕੇ ਆਉਣਾ ਹੈ। ਇਹ ਤੁਹਾਡਾ ਪਾਲਿਸੀ ਕੱਟ ਹੋ ਗਿਆ। ਇਕੋਨਮੀ ਕੱਟ ਦਾ ਮਤਲਬ ਕੀ ਹੈ, ਸਟੇਟਸ ਦੈਟ ਦਾ ਅਮਾਊਂਟ ਆਫ ਦਾ ਡਿਮਾਂਡ ਬੀ ਰਿਡਿਊਸਡ ਬਾਈ ਸਪੈਸੀਫਿਕ ਅਮਾਊਂਟ, ਹੈ ਨਾ। ਅਮਾਊਂਟ ਦੇ ਸਪੈਲਿੰਗ ਠੀਕ ਕਰ ਲੈਣੀ ਹੈ,
AMOUNT। तो स्पैसीफिक अमाउंट कहने का मतलब की है, ਮੰਗਿਆ ਸੀ 200 ਕਰੋੜ, ਲੇਕਿਨ 200 ਕਰੋੜ ਤਾਂ ਆਪਾਂ ਲੱਗਿਆ ਵੀ ਨਹੀਂ ਜ਼ਿਆਦਾ, ਇਹਦਾ 25% ਇਹਦਾ ਰਿਡਿਊਸ ਕਰ ਦਿਓ। ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਇਹਦੇ ਚੋਂ ਇੰਸਟੈਡ ਆਫ 200 ਕਰੋੜ ਇਸ ਕੰਮ ਦੇ ਲਈ ਤੁਹਾਨੂੰ ਕੀ ਹੈ 150 ਕਰੋੜ ਰੁਪਇਆ ਤੁਸੀਂ ਲੈ ਲਓ। ਕਹਿਣ ਦਾ ਮਤਲਬ ਇਹਦੇ 'ਚ ਤੁਹਾਡਾ ਆਪਣਾ ਕੰਸੈਂਟ ਮਿਲ ਗਿਆ ਕਿ ਹਾਂ ਠੀਕ ਹੈ, ਜੋ ਚੀਜ਼ ਤੁਸੀਂ ਡਿਮਾਂਡ ਕਰ ਰਹੇ ਹੋ ਠੀਕ ਹੈ, ਲੇਕਿਨ ਉਹਦੀ ਬਜਾਏ 200 ਕਰੋੜ ਦੀ ਬਜਾਏ ਇਹਦੇ 'ਚ ਆਪਾਂ 150 ਕਰੋੜ ਰੱਖ ਲਿਆ। ਇੱਕ ਸਪੈਸੀਫਿਕ ਅਮਾਊਂਟ ਤੱਕ ਉਹਨੂੰ ਰਿਡਿਊਸ ਕਰਤਾ। डिमांड बी रिड्यूस्ड बाय अ स्पेसिफाइड अमाउंट, कुछ परसेंटेज लगाती या हाफ करता। उस तो बाद लास्ट वन आ गया तो टोकन कट मोशन। इट स्टेट्स दैट द अमाउंट ऑफ द डिमांड बी रिड्यूस्ड बाय ₹100। कहने का मतलब कि ये हाँ वो तो रुपीज़ सीगा तो ₹2 मतलब कहने 200 करोड़ का ₹1 करता, लेकिन ये आप 100 रुपया रिड्यूस करता। 100 रुपया रिड्यूस का मतलब की है कि हाँ यस जो तुम गल कर रहे हो ये ठीक है, लेकिन उन्होंने आप 100% ठीक नहीं कह सकते, ताकि वो जो है कि जिन्नी अमाउंट यूज़ की है 200 करोड़ है, तो यदा मतलब इनू अमाउंट में कुछ रिड्यूस कर लो। अदरवाइज ये जो है अमाउंट टू बी रिड्यूस्ड बाय ₹100 का ये कोई मीनिंग है कि जी हैगी अमाउंट टू रिड्यूस का मतलब कि 100% एग्रीमेंट ये नहीं होया तुहाडे कोले, है ना। इन केस ऑफ टोकन कट एज की है टोटली डिसएग्री हो गई हो, ये की है एग्री हो गई हो लेकिन अमाउंट रिड्यूस करती है। टोकन कट के तुहाडे की है तुहाडे अपने ग्रीवेंसेस आ, तुहाडे अपने उहदे अगेंस्ट जां उहदे फेवर दे विच अपने पॉइंट है, कहने का मतलब कि उहदी अमाउंट तुसीं रिड्यूस करती हो। सब तो पावरफुल तुहाडे कोल की है ਜਿਹੜਾ ਹੈਗਾ ਪॉलिसी कट मोशन। सो ये ਤੁਹਾਡੇ ਹੈਗੇ ਸਟੈਪਸ ਆਪਾਂ ਕਿਤੇ ਆ ਗਏ 4 ਸਟੈਪ ਦੇ ਵਿੱਚ ਆ ਗਏ ਵੋਟਿੰਗ ਔਨ ਡਿਮਾਂਡ ਫॉर ਗ੍ਰਾਂਟਸ। ਨੈਕਸਟ ਆ ਗਿਆ ਪਾਸਿੰਗ ਆਫ ਐਪਰੋਪ੍ਰੀਏਸ਼ਨ ਬਿੱਲ। ਪਾਸਿੰਗ ਆਫ ਐਪਰੋਪ੍ਰੀਏਸ਼ਨ ਬਿੱਲ ਦਾ ਮਤਲਬ ਕੀ ਹੋਏਗਾ ਕਿ ਦੇਖੋ ਸਿੰਪਲ ਹੈਗੀ ਹੈ, ਤੁਹਾਨੂੰ ਕੋਈ ਪਰਮਿਸ਼ਨ ਲੈਣੀ ਹੈ ਜੋ ਅਮਾਊਂਟ ਆਪਾਂ ਯੂਜ਼ ਕਰਨੀ ਹੈ ਉਹ ਆਪਾਂ ਕਿੱਥੋਂ ਯੂਜ਼ ਕਰਦੇ ਹਾਂ ਕੰਸੋਲੀਡੇਟਡ ਫੰਡ ਦੇ ਵਿੱਚੋਂ। 3 ਤਰ੍ਹਾਂ ਦੇ ਫੰਡਸ ਆਪਾਂ ਡਿਸਕਸ ਕਰਾਂਗੇ ਨੈਕਸਟ ਸਲਾਈਡ ਦੇ ਵਿੱਚ। ਅਗਰ ਕੰਸੋਲੀਡੇਟਡ ਫੰਡ ਦੇ ਵਿੱਚੋਂ ਮਨੀ ਆਪਾਂ ਵਿਡਰਾਅ ਕਰਨੀ ਹੈ, ਉਹ ਵਿਡਰਾਅ ਕਦ ਹੋਏਗੀ ਜਦ ਆਪਾਂ ਨੂੰ ਪਾਸ ਹੋ ਜਾਏਗਾ ਐਪਰੋਪ੍ਰੀਏਸ਼ਨ ਬਿੱਲ, ठीक है। तो जब तक ये एप्रोप्रिएशन बिल पास नहीं होएगा आप मनी विड्रॉ नहीं कर सकते। मनी विड्रॉ नहीं कर सकते तो यह मतलब फिर ग्रांट करने का कोई फायदा ही नहीं है। तो उन्होंने रीड आउट करते हैं द कॉन्स्टिट्यूशन स्टेट्स दैट नो मनी शैल बी विड्रॉन फ्रॉम द कंसोलिडेटेड फंड ऑफ इंडिया एक्सेप्ट अंडर एप्रोप्रिएशन मेड बाय द लॉ। कहने का मतलब कि जब तक एप्रोप्रिएशन बिल पास नहीं होएगा उदों तक तुहाडा की है इस जिहड़ा कंसोलिडेटेड फंड ऑफ इंडिया है ये जो आप मनी विड्रॉ नहीं कर सकते, जिन्होंने आप अलाउ किया गया विद हेल्प ऑफ वोटिंग। मीन जो आप 200 करोड़ की गल कर सकते हैं वो 200 करोड़ कद तक नहीं विड्रॉ कर सकते जब तक वो एप्रोप्रिएशन नहीं होएगी। एक आप टर्म यूज कर देंगे वोट ऑन अकाउंट। वोट ऑन अकाउंट का मतलब बेसिकली की होंगे है, देखो आप गल कर रहे हैं कि फरवरी की आप गल कर रहे हैं है ना कि फैब 1 फैब ਨੂੰ ਇਹ ਤੁਹਾਡਾ ਹੈਗਾ ਕਿ ਇੰਟਰੋਡਿਊਸ ਹੋ ਗਿਆ, ਜਾਂ 2017 ਤੋਂ ਪਹਿਲਾਂ ਗੱਲ ਕਰ ਲਈਏ ਕਿ ਜਿਹੜਾ ਲਾਸਟ ਡੇ ਆਫ ਦਾ ਮੰਥ 28 ਫਰਵਰੀ ਨੂੰ ਅਗਰ ਇੰਟਰੋਡਿਊਸ ਹੋ ਰਿਹਾ ਹੈ, ਫਿਰ ਤੁਹਾਡੇ ਕੋਲ ਕਿ ਮਾਰਚ ਆ ਗਿਆ, ਮਾਰਚ ਤੋਂ ਬਾਅਦ ਫਿਰ ਤੁਹਾਡੇ ਕੋਲ ਕੀ ਆ ਗਿਆ ਅਪ੍ਰੈਲ ਆ ਗਿਆ। ਕਹਿਣ ਦਾ ਮਤਲਬ ਕਿ ਬਜਟ ਪਾਸ ਹੋਣ ਦੇ ਹੁੰਦੇ ਨੂੰ ਸਪੋਜ਼ ਤੁਹਾਨੂੰ 2 ਮਹੀਨੇ ਲੱਗ ਗਏ ਆ ਜਾਂ 3 ਮਹੀਨੇ ਲੱਗ ਗਏ ਆ, ਕਿ 3 ਮਹੀਨੇ ਸਰਕਾਰ ਕੋਈ ਪੈਸਾ ਨਹੀਂ ਵਿਡਰੋ ਕਰੇਗੀ ਜਦ ਤੱਕ ਉਹ ਨਵਾਂ ਪੈਸਾ ਨਹੀਂ ਆਏਗਾ, है ना। जब तक की है एप्रोप्रिएशन बिल नहीं पास होएगा। एप्रोप्रिएशन बिल तां पास होएगा जे बजट के डिस्कशन हो गई है, वोटिंग हो गई है। कहने का मतलब कि बजट को पास करने का एक बड़ा लेंथी प्रोसीजर है। सो जो टैंपरेरी है, टैंपरेरी टाइम दे विच जिहड़े आपां अपने जिहड़े खर्चे आ जां अपने जिहड़े एक्सपेंसिस आ उन्हां नूं किवें मैनेज करांगे, वो आपां मैनेज करांगे ऑन द विद हेल्प ऑफ अ वोट ऑन अकाउंट। अ वोट ऑन अकाउंट का मतलब की है कि आप टैंपरेरी मनी विड्रॉ कर लेने कितों ਜਿਹੜਾ ਕੰਸੋਲੀਡੇਟਡ ਫੰਡ ਆਫ ਇੰਡੀਆ ਚੋਂ, ਠੀਕ ਹੈ। तो ਇਸੇ ਚੀਜ਼ ਨੂੰ ਓਵਰਕਮ ਕਰਨ ਦੇ ਲਈ ਤਾਂ ਕਿ ਇਸ ਚੀਜ਼ ਦੀ ਵੋਟ ਔਨ ਅਕਾਊਂਟ ਦੀ ਆਪਾਂ ਨੂੰ ਜ਼ਰੂਰਤ ਹੀ ਨਾ ਪਵੇ, ਆਪਾਂ ਕੀ ਕੀਤਾ ਇਹਨੂੰ ਲਾਸਟ ਡੇ ਆਫ ਦਾ ਮੰਥ ਦੀ ਬਜਾਏ ਆਪਾਂ ਕਰ ਲਿਆ ਫਸਟ ਡੇ ਆਫ ਦਾ ਮੰਥ। 1 ਫੈਬ ਨੂੰ ਆਪਾਂ ਇਹਨੂੰ ਜਿਹੜਾ ਇੰਟਰੋਡਿਊਸ ਕਰਨਾ ਸ਼ੁਰੂ ਕਰਤਾ ਹੈਗਾ 2017 ਤੋਂ ਬਾਅਦ, ਤਾਂ ਕੀ ਹੈ ਤਾਂ ਕਿ ਜਿਹੜਾ ਤੁਹਾਡਾ ਫਰਵਰੀ ਮਹੀਨੇ ਤੁਹਾਨੂੰ ਪੂਰਾ ਮਿਲ ਜੇ ਔਰ ਮਾਰਚ ਮੰਥ ਤੁਹਾਨੂੰ ਕੰਪਲੀਟ ਮਿਲ ਜੇ। ਕਹਿਣ ਦਾ ਮਤਲਬ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਣ ਦੇ ਨਾਲ ਹੀ ਤੁਹਾਡੇ ਕੋਲ ਕੀ ਹੈ ਤੁਹਾਡੇ ਕੋਲ ਐਕਚੁਅਲ ਮਨੀ ਆ ਜਾਏ ਇੰਸਟੈਡ ਆਫ ਜਿਹੜੀ ਟੈਂਪਰੇਰੀ ਮਨੀ ਹੈ ਵਿਦ ਹੈਲਪ ਆਫ ਵੋਟ ਔਨ ਅਕਾਊਂਟ। ਵੋਟ ਔਨ ਅਕਾਊਂਟ ਦੀ ਆਪਾਂ ਗੱਲ ਕਰ ਰਹੇ ਹਾਂ, ठीक है। उस तो बाद आ गया पासिंग ऑफ द फाइनेंस बिल। इधर तक सिंपल जिहा यही है कि फाइनल अप्रूवल तुहानूं इत्थे मिल गई है, हुण तुहाडे बिल्स पास हो गए है, तुसीं मेन मनी अपनी जिहड़ी हैगी है वो विड्रॉ करके अपनी यूज़ कर सकते हो फॉर द नैक्सट फाइनैंशियल
ਈਅਰਸ। ਸੋ ਐਗਜ਼ਾਮ ਦੇ ਵਿੱਚ ਤੁਹਾਡੇ ਕੋਲ ਕੀ ਹੈ, ਇਹਦੇ 'ਚ ਸਟੈਪਸ ਤੁਹਾਨੂੰ ਯਾਦ ਰੱਖਣੇ ਪੈਣੇ ਆ ਕਿ ਪਹਿਲੇ ਪ੍ਰੈਜੈਂਟੇਸ਼ਨ ਹੋਏਗੀ, ਫਿਰ ਡਿਸਕਸ਼ਨ ਹੋਏਗੀ, ਫਿਰ ਜਿਹੜੀ ਡਿਪਾਰਟਮੈਂਟਲ ਕਮੇਟੀ ਦਾ ਉਹਨੂੰ ਸਕਰੂਟਨੀ ਕਰਨਗੀਆਂ, ਫਿਰ ਉਸ ਤੋਂ ਬਾਅਦ ਵੋਟਿੰਗ ਹੋਏਗੀ ਔਰ ਵੋਟਿੰਗ ਦੇ ਵਿੱਚ ਤੁਹਾਡੇ ਕੋਲ ਕੱਟ ਮੋਸ਼ਨਸ ਲੱਗਣਗੇ। ਕੱਟ ਮੋਸ਼ਨਸ ਕੀ ਹੈ, 3 ਤਰ੍ਹਾਂ ਦੇ ਆ, ਪਾਲਿਸੀ ਕੱਟ, ਟੋਕਨ ਕੱਟ ਐਂਡ ਇਕੋਨਮੀ ਕੱਟ। ਜਦੋਂ ਕੱਟ ਮੋਸ਼ਨਸ ਹੋ ਗਏ ਉਸ ਤੋਂ ਬਾਅਦ ਐਪਰੋਪ੍ਰੀਏਸ਼ਨ ਬਿੱਲ ਮੀਨਸ ਕਿ ਤੁਹਾਡੇ ਕੋਲ ਫਾਰਮਲ ਅਪਰੂਵਲ ਮਿਲ ਗਈ ਹੈ ਔਰ ਅਲਟੀਮੇਟਲੀ ਤੁਹਾਡੇ ਕੋਲ ਕੀ ਹੈ, ਫਾਈਨੈਂਸ਼ੀਅਲ ਬਿੱਲ ਜਿਹੜਾ ਹੈਗਾ ਉਹ ਪਾਸ ਹੋ ਗਿਆ ਹੈ, ਮੀਨ ਤੁਹਾਡਾ ਬਜਟ ਜਿਹੜਾ ਹੈ ਉਹ ਪਾਸ ਹੋ ਗਿਆ ਹੈ। ਸੋ ਇਹ ਸਾਰੇ ਸਟੈਪਸ ਸੀਗੇ ਆਪਣੇ ਜਿਹੜੇ ਬਜਟ ਪਾਸ ਕਰਾਉਣ ਦੇ ਕਿਹੜੇ ਕਿਹੜੇ ਸਟੈਪਸ ਨੇ ਉਹ ਆਪਾਂ ਡਿਸਕਸ ਕੀਤੇ ਆ। ਨੈਕਸਟ ਆਪਣੇ ਕੋਲ ਹੈਗੇ ਆ ਜਿਹੜੇ ਟਾਈਪਸ ਆਫ ਫੰਡਸ ਦੀ ਗੱਲ ਕਰ ਰਹੇ ਹਾਂ। ਹੁਣ 3 ਤਰ੍ਹਾਂ ਦੇ ਆਪਣੇ ਕੋਲ ਫੰਡਸ ਨੇ, ਇੱਕ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ, ਕੰਟੀਜੈਂਸੀ ਫੰਡ ਆਫ ਇੰਡੀਆ ਐਂਡ ਪਬਲਿਕ ਅਕਾਊਂਟਸ ਆਫ ਇੰਡੀਆ। ਤਿੰਨਾਂ ਦੇ ਆਰਟੀਕਲ ਅਗਰ ਯਾਦ ਰਹਿੰਦੇ ਤਾਂ ਬਹੁਤ ਅੱਛੀ ਗੱਲ ਹੈ। ਇਹ 266 ਇਹ ਤੁਹਾਡੇ ਕੋਲ ਕੀ ਹੈ, ਆਰਟੀਕਲ 267। ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖ ਲੈਣਾ ਕਿ ਜਿੰਨੀਆਂ ਵੀ ਸੈਲਰੀਜ਼ ਹੈ ਜਾਂ ਜੋ ਵੀ ਇਨਕਮ ਸਰਕਾਰ ਦੀ ਆ ਰਹੀ ਹੈ ਉਹ ਆਪਾਂ ਕਿੱਥੇ ਐਡ ਕਰ ਰਹੇ ਹਾਂ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ। ਜਾਂ ਕੀ ਹੈ, ਜਾਂ ਜੋ ਵੀ ਆਪਾਂ ਸੈਲਰੀਜ਼ ਦੇ ਰਹੇ ਹਾਂ ਜਾਂ ਜੋ ਵੀ ਖਰਚੇ ਹੋ ਰਹੇ ਆ ਉਹ ਵੀ, ਜਾਂ ਜਿਹੜਾ ਬਜਟ ਪਾਸ ਹੋਇਆ, ਬਜਟ ਪਾਸ ਦੇ ਵਿੱਚ ਜੋ ਪੈਸਾ ਆਉਣਾ ਹੈ ਉਹ ਵੀ ਕਿੱਥੇ ਆਏਗਾ, ਉਹ ਵੀ ਕਿੱਥੋਂ ਜਾਏਗਾ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ। ਆਪਾਂ ਦੇਖੋ ਲਿਖਿਆ ਨਾ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਆਫ ਆਲ ਅਕਾਊਂਟਸ ਆਫ ਦ ਗਵਰਨਮੈਂਟ। ਕਿਉਂ ਇੰਪੋਰਟੈਂਟ ਹੈ? ਬਿਕੋਜ਼ ਜਿਹੜਾ ਫੰਡ ਕਿੱਥੋਂ ਆਏਗਾ ਇਹਦੇ 'ਚ, ਡਾਇਰੈਕਟ ਜਾਂ ਇਨਡਾਇਰੈਕਟ ਟੈਕਸ ਜਿਹੜੇ ਲੱਗੇ ਆ, ਕੋਈ ਆਪਾਂ ਲੋਨ ਲਿਆ ਗਵਰਨਮੈਂਟ ਨੇ, ਉਹ ਸਾਰਾ ਕਿੱਥੇ ਆਏਗਾ, ਕੰਸੋਲੀਡੇਟਡ ਫੰਡ ਦੇ ਵਿੱਚ। ਫਿਰ ਰਿਟਰਨਿੰਗ ਆਫ ਲੋਨਸ, ਕੋਈ ਸਰਕਾਰ ਨੇ ਆਪਣਾ ਲੋਨ ਦਿੱਤਾ ਹੈਗਾ, ਉਹ ਲੋਨ ਰਿਟਰਨ ਹੋ ਗਿਆ ਹੈਗਾ, ਜਾਂ ਸਰਕਾਰ ਨੇ ਲੋਨ ਦਿੱਤਾ ਉਹਦੇ ਉੱਪਰ ਇੰਟਰਸਟ ਆ ਰਿਹਾ ਸਰਕਾਰ ਨੂੰ, ਉਹ ਵੀ ਤੁਹਾਡਾ ਇੱਥੇ ਐਡ ਆਨ ਹੋਏਗਾ। ਠੀਕ ਹੈ, ਸੋ ਸਾਰਾ ਕੀ ਹੈ ਤੁਹਾਡੇ ਕੋਲ ਇਹਦੇ 'ਚ ਜਿਹੜਾ ਪੈਸਾ ਆਏਗਾ ਕਿੱਥੋਂ, ਉਹ ਇਹ ਦੱਸਿਆ ਕਿ ਟੈਕਸਿਸ ਤੋਂ ਜਾਂ ਜਿਹੜੇ ਲੋਨਸ ਨੇ ਉਹਨਾਂ ਤੋਂ। ਫਿਰ ਦੂਸਰਾ ਕੀ ਹੈ, ਜੋ ਐਕਸਪੈਂਸਿਸ ਆ, ਠੀਕ ਹੈ, ਐਕਸਪੈਂਸਿਸ ਮਤਲਬ ਕੀ ਹੈ, ਚਾਹੇ ਤੁਸੀਂ ਕਿਸੇ ਨੂੰ ਪ੍ਰੈਜ਼ੀਡੈਂਟ ਨੂੰ ਸੈਲਰੀ ਦੇਣੀ ਹੈ, ਜਿਹੜੇ ਹੈਗੇ ਜੱਜ ਆਫ ਦਾ ਸੁਪਰੀਮ ਕੋਰਟ ਹੈਗੇ ਆ ਉਹਨਾਂ ਨੂੰ ਸੈਲਰੀ ਦੇਣੀ ਹੈ, ਤਾਂ ਉਹਦੇ ਲਈ ਵੀ ਜਿਹੜਾ ਸਾਰੇ ਦਾ ਸਾਰਾ ਆਏਗਾ ਤੁਹਾਡੇ ਕੋਲ, ਜਿਹੜਾ ਪੈਸਾ ਜਾਏਗਾ ਉਹ ਕਿੱਥੋਂ ਜਾਏਗਾ, ਕੰਸੋਲੀਡੇਟਡ ਫੰਡ ਤੋਂ। ਮਤਲਬ ਕਹਿਣ ਦਾ ਮਤਲਬ ਪੈਸਾ ਵੀ ਆ ਵੀ ਸਰਕਾਰ ਦਾ ਇੱਥੇ ਰਿਹਾ ਗਿਆ ਔਰ ਜਿਹੜਾ ਜਾ ਵੀ ਕਿੱਥੋਂ ਰਿਹਾ ਗਿਆ, ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ। ਹੁਣ ਮੇਨ ਕੀ ਇਹਦੇ 'ਚ ਜਿਹੜਾ ਪੁਆਇੰਟ ਯਾਦ ਰੱਖਣਾ ਹੈਗਾ ਕਿ ਅਗਰ ਇਹਦੇ 'ਚੋਂ ਆਪਾਂ ਪੈਸਾ ਵਿਡਰਾਅ ਕਰਨਾ ਹੈਗਾ ਤਾਂ ਉਹਦੀ ਅਪਰੂਵਲ ਕੌਣ ਦੇਗਾ, ਉਹਦੀ ਅਪਰੂਵਲ ਦੇਗਾ ਪਾਰਲੀਮੈਂਟ। ਬਾਕੀ ਸਾਰੀਆਂ ਗੱਲਾਂ ਅਲੱਗ ਤੁਹਾਡੀਆਂ ਰਹਿ ਗਈਆਂ ਨੇ, ਪਰ ਮੇਨ ਪੁਆਇੰਟ ਇਹਦੇ 'ਚ ਕੀ ਹੈ ਕਿ ਅਗਰ ਇਸ ਫੰਡ ਜਿਹੜਾ ਹੈਗਾ ਕੰਸੋਲੀਡੇਟਡ ਫੰਡ 'ਚੋਂ ਮਨੀ ਵਿਡਰਾਅ ਕਰਨੀ ਹੈ ਤਾਂ ਵਿਡਰਾਅ ਕਿਵੇਂ ਹੋਏਗੀ, ਵਿਦ ਦਾ ਅਪਰੂਵਲ ਆਫ ਦਾ ਪਾਰਲੀਮੈਂਟ। ਔਰ ਦੂਸਰੀ ਗੱਲ, ਜਿਹੜਾ ਤੁਹਾਡਾ CAG ਹੈ ਉਹ ਕਿਹਨੂੰ ਆਡਿਟ ਕਰਦਾ ਹੈਗਾ, ਤੁਹਾਡਾ ਉਹ ਕੰਸੋਲੀਡੇਟਡ ਫੰਡ ਆਫ ਇੰਡੀਆ ਦੀ ਆਡਿਟ ਕਰਦਾ ਹੈ, ਤੇ ਉਹਦੀ ਆਡਿਟ ਕਰਕੇ ਉਹਦੀ ਕੀ ਹੈ, ਰਿਪੋਰਟਸ ਦਿੰਦਾ ਕਿ ਅਗਰ ਕੋਈ ਘੁਟਾਲਾ ਵਗੈਰਾ ਹੋਇਆ ਹੁੰਦਾ ਹੈ ਤਾਂ ਉਹ ਸਾਰਾ CAG ਤੁਹਾਡੇ ਸਾਹਮਣੇ ਲਿਆ ਕੇ ਪਾਰਲੀਮੈਂਟ ਦੇ ਅੱਗੇ ਰੱਖ ਦਿੰਦਾ ਹੈ। ਸੋ ਇਹ ਤੁਹਾਡਾ ਹੈਗਾ ਕੰਸੋਲੀਡੇਟਡ ਫੰਡ, ਜਿਹਦੇ ਵਿੱਚ ਸਾਰੇ ਇਨਕਮ, ਸਾਰੇ ਐਕਸਪੈਂਸਿਸ ਇਸ ਉਹ ਫੰਡ ਦੇ ਵਿੱਚ ਹੀ ਹੋਣੇ ਆ। ਫਿਰ ਆਪਣੇ ਕੋਲ ਨੈਕਸਟ ਆ ਗਿਆ ਕੰਟੀਜੈਂਸੀ ਫੰਡ। ਅਗਰ ਇਹਨੂੰ ਦੇਖੀਏ ਤਾਂ ਇਹ ਕੰਟੀਜੈਂਸੀ ਫੰਡ ਤੁਹਾਡਾ ਕੀ ਹੈ, ਇਹ ਆਪਣਾ ਹੈ ਐਮਰਜੈਂਸੀ ਫੰਡ, ਜਿਹੜਾ ਕਿ ਕਿੰਨਾ ਹੁੰਦਾ ਹੈ, 500 ਕਰੋੜ। ਠੀਕ ਹੈ, ਔਰ 500 ਕਰੋੜ ਕਿਹਦੇ ਕੋਲੇ ਹੋਏਗਾ, ਉਹ ਪ੍ਰੈਜ਼ੀਡੈਂਟ ਦੇ ਅੰਡਰ ਹੋਏਗਾ, ਲੇਕਿਨ ਕੌਣ ਰੱਖੇਗਾ, ਸੈਕਟਰੀ ਆਫ ਦਾ ਮਿਨਿਸਟਰੀ ਆਫ ਦਾ ਫਾਈਨਾਂਸ ਔਨ ਦਾ ਬਿਹਾਫ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਆਰਟੀਕਲ ਇਹ ਯਾਦ ਹੀ ਹੈ ਤੁਹਾਨੂੰ, ਹੈ ਨਾ। ਸੋ ਇਹ ਕੀ ਹੈ, ਤੁਹਾਡਾ ਐਮਰਜੈਂਸੀ ਫੰਡ ਹੈ। ਸਿਮਿਲਰਲੀ ਜਿਹੜਾ ਐਮਰਜੈਂਸੀ ਫੰਡ ਹੋਏਗਾ ਉਹ ਸਟੇਟ ਆਪਣਾ ਅਲੱਗ ਤੋਂ ਐਸਟੈਬਲਿਸ਼ ਕਰੇਗੀ ਔਰ ਯੂਨੀਅਨ ਜਿਹੜਾ ਹੈਗਾ ਉਹ ਆਪਣਾ ਅਲੱਗ ਤੋਂ ਮੈਨੇਜ ਕਰੇਗੀ। ਫਿਰ ਹੈ ਪਬਲਿਕ ਅਕਾਊਂਟਸ ਆਫ ਇੰਡੀਆ। ਇਹਦੇ 'ਚ ਕੀ ਹੈ ਕਿ ਜੋ ਚੀਜ਼ਾਂ, ਜੋ ਇਨਕਮ, ਜੋ ਪੈਸਾ ਆਪਣੇ ਕੋਲੇ ਆਇਆ ਹੈਗਾ ਕੰਸੋਲੀਡੇਟਡ ਫੰਡ ਤੇ, ਉਸ ਤੋਂ ਇਲਾਵਾ ਵੀ ਅਗਰ ਆਪਣੇ ਕੋਲ ਕੁਝ ਪੈਸਾ ਆ ਰਿਹਾ ਹੈਗਾ ਉਹ ਆਪਣਾ ਕਿਹਦੇ 'ਚ ਆਏਗਾ, ਪਬਲਿਕ ਅਕਾਊਂਟਸ ਆਫ ਇੰਡੀਆ। ਕਹਿਣ ਦਾ ਮਤਲਬ ਕੋਈ ਬੈਂਕਸ ਦੇ ਸੇਵਿੰਗ ਦੇ ਵਿੱਚ ਸੇਵਿੰਗ ਅਕਾਊਂਟ ਦੇ ਵਿੱਚ ਆਪਣਾ ਪੈਸਾ ਪਿਆ ਹੈਗਾ, ਉਹ ਵੀ ਪਬਲਿਕ ਅਕਾਊਂਟਸ ਆਫ ਇੰਡੀਆ ਦੇ ਵਿੱਚ ਆਏਗਾ। ਫਿਰ ਤੁਹਾਡੇ ਕੋਲ NSS ਜਿਹੜੇ ਹੈਗੇ ਆ ਸਰਟੀਫਿਕੇਟ ਪਏ ਆ, ਉਹ ਵੀ ਤੁਹਾਡੇ ਕੋਲ ਕਿੱਥੇ ਆਏਗਾ, ਪਬਲਿਕ ਅਕਾਊਂਟਸ ਦੇ ਵਿੱਚ ਹੈ। ਫਿਰ ਤੁਹਾਡਾ ਕੀ ਆ ਗਿਆ, ਤੁਹਾਡਾ ਕੋਈ ਪ੍ਰੋਵੀਡੈਂਟ ਫੰਡ ਹੈ, ਕੋਈ ਪੋਸਟਲ ਇੰਸ਼ੋਰੈਂਸ ਹੈ, ਜਾਂ ਕੋਈ ਇੱਦਾਂ ਦਾ ਕੋਈ ਹੋਰ ਫੰਡਸ ਆ, ਉਹ ਸਾਰੇ ਕਹਿਣ ਦਾ ਮਤਲਬ ਜਿਹੜੀ ਇਨਕਮ ਆਪਾਂ ਕੰਸੋਲੀਡੇਟਡ ਫੰਡ ਦੇ ਵਿੱਚ ਨਹੀਂ ਪਾ ਰਹੇ, ਰਿਮੇਨਿੰਗ ਜਿਹੜੀ ਹੋਏਗੀ ਉਹ ਸਾਰੀ ਕਿੱਥੇ ਆਏਗੀ, ਪਬਲਿਕ ਅਕਾਊਂਟਸ ਦੇ ਵਿੱਚ ਆਏਗੀ। ਔਰ ਇਹਦੇ ਲਈ ਕਿਸੇ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ। ਅਗਰ ਆਪਾਂ ਪਬਲਿਕ ਅਕਾਊਂਟਸ ਆਫ ਇੰਡੀਆ 'ਚੋਂ ਕੋਈ ਫੰਡਸ ਯੂਜ਼ ਕਰਨੇ ਹੈ, ਪੈਸਾ ਵਿਡਰਾਅ ਕਰਨਾ ਹੈ, ਤਾਂ ਉਹਦੇ ਲਈ ਆਪਾਂ ਨੂੰ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ। ਇਨ ਕੇਸ ਆਫ ਕੰਸੋਲੀਡੇਟਡ ਫੰਡ ਵੀ ਹੈ ਆਪਾਂ ਯੂਜ਼ ਕੀਤਾ ਸੀਗਾ, ਵੀ ਨੀਡ ਟੂ ਗੈਟ ਅ ਪਰਮਿਸ਼ਨ ਫਰੋਮ ਦਾ ਪਾਰਲੀਮੈਂਟ ਇਫ ਯੂ ਵਾਂਟ ਟੂ ਵਿਡਰਾਅ ਦਾ ਮਨੀ ਫਰੋਮ ਦਾ ਕੰਸੋਲੀਡੇਟਡ ਫੰਡ। ਬਟ ਪਬਲਿਕ ਅਕਾਊਂਟਸ ਦੇ ਵਿੱਚ ਕੋਈ ਵੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ। ਇਹ ਤਿੰਨੋਂ ਆਪਣੇ ਜਿਹੜੇ ਸੀਗੇ, ਇਹ ਆਪਾਂ ਫੰਡਸ ਦੀ ਗੱਲ ਕਰ ਲਈ ਹੈ। ਇਹ ਸੀਗਾ ਜਿਹੜਾ ਪੋਰਸ਼ਨ ਸੀਗਾ ਆਪਣਾ ਥਿਓਰੈਟੀਕਲ ਜਿਹਾ ਪੋਰਸ਼ਨ ਸੀ ਆਪਣਾ, ਜੋ ਆਪਾਂ ਡਿਸਕਸ ਕੀਤੇ ਕੁਝ ਟਰਮਸ ਪਾਰਲੀਮੈਂਟਰੀ ਫਾਰਮ ਪਾਰਲੀਮੈਂਟ ਦੀ।
ਹੁਣ ਆਪਾਂ MCQ ਡਿਸਕਸ ਕਰਨ ਲੱਗੇ ਹਾਂ। ਜੋ ਚੀਜ਼ਾਂ ਆਪਾਂ ਪੜ੍ਹੀਆਂ ਨੂੰ ਦੇਖਦੇ ਕਿੰਨੀ ਕੁ ਸਮਝ ਆਈ ਹੈ, ਜਾਂ ਉਹਦੀ ਕੀ ਸਮਝ ਲਓ ਕਿ ਉਹਦੀ ਰਿਵੀਜ਼ਨ ਆਪਾਂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਕੀ ਹੈ ਕਿ ਡੈਡਲੌਕ ਆ ਗਿਆ ਬਿਟਵੀਨ ਦ ਲੋਕ ਸਭਾ ਐਂਡ ਦ ਰਾਜ ਸਭਾ, ਕਾਜ਼ ਫॉर ਅ ਜੁਆਇੰਟ ਸਿਟਿੰਗ ਆਫ ਦ ਪਾਰਲੀਮੈਂਟ ਡਿਊਰਿੰਗ ਦ ਪਾਸਿਸ ਆਫ। ਕਹਿਣ ਦਾ ਮਤਲਬ ਕੀ ਹੈ ਕਿ ਕਿਸੇ ਬਿੱਲ ਨੂੰ ਲੋਕ ਸਭਾ ਨੇ ਪਾਸ ਕਰਤਾ, ਲੇਕਿਨ ਰਾਜ ਸਭਾ ਨੇ ਨਾ ਤਾਂ ਉਹਨੂੰ ਰਿਜੈਕਟ ਕੀਤਾ ਗਿਆ, ਨਾ ਹੀ ਉਹਨੂੰ ਅਪਰੂਵ ਕੀਤਾ, ਉਹਨੇ ਆਪਣੇ ਕੋਲੇ ਰੱਖ ਲਿਆ। ਤਾਂ ਉਸ ਕੇਸ ਦੇ ਵਿੱਚ ਕੀ ਤੁਹਾਡੇ ਕੋਲ ਹੋ ਗਿਆ, ਡੈਡਲੌਕ ਹੋ ਗਿਆ। ਕਿਉਂਕਿ ਜੇ ਰਿਜੈਕਟ ਕਰਦੇ ਤਾਂ ਦੁਬਾਰਾ ਡਿਸਕਸ਼ਨ ਲਈ ਦੁਬਾਰਾ ਬਿੱਲ ਆ ਜਾਂਦਾ। ਹੁਣ ਨਾ ਤਾਂ ਪਾਸ ਕੀਤਾ, ਨਾ ਹੀ ਰਿਜੈਕਟ ਕੀਤਾ, ਤਾਂ ਉੱਥੇ ਤੁਹਾਡੇ ਕੋਲ ਕੀ ਆ ਗਿਆ, ਡੈਡਲੌਕ ਆ ਗਿਆ। ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਕੀ ਹੋਏਗੀ, ਜੁਆਇੰਟ ਸਿਟਿੰਗ ਹੋਏਗੀ। ਔਰ ਜੁਆਇੰਟ ਸਿਟਿੰਗ ਕੌਣ ਬੁਲਾਏਗਾ, ਪ੍ਰੈਜ਼ੀਡੈਂਟ ਬੁਲਾਏਗਾ। ਕਲੀਅਰ। ਲੇਕਿਨ ਜੋ ਜੁਆਇੰਟ ਸਿਟਿੰਗ ਹੈ ਉਹ ਪੋਸੀਬਲ ਕਿੱਥੇ ਹੈ, ਉਹ ਸਿਰਫ ਆਰਡੀਨਰੀ ਬਿੱਲ ਦੇ ਵਿੱਚ ਪੋਸੀਬਲ ਹੈ। ਮਨੀ ਬਿੱਲ ਦੇ ਵਿੱਚ ਤਾਂ ਕਿਹਦੇ ਕੋਲੇ ਸਿਰਫ ਲੋਕ ਸਭਾ ਦੇ ਕੋਲ ਹੀ ਪਾਵਰ ਹੁੰਦੀ ਹੈ, ਰਾਜ ਸਭਾ ਦੇ ਕੋਲ ਤਾਂ ਪਾਵਰ ਹੈ ਹੀ ਨਹੀਂ ਹੈ ਕੋਈ, ਹੈ ਨਾ। ਤਾਂ ਇਟ ਮੀਨਸ ਕੀ ਹੈ ਕਿ ਜਿਹੜਾ ਡੈਡਲੌਕ ਆ ਜਾਂ ਡੈਡਲੌਕ ਅਗਰ ਆ ਜਾਂਦਾ ਹੈ ਤਾਂ ਉਸ ਕੇਸ ਦੇ ਵਿੱਚ ਜੁਆਇੰਟ ਸਿਟਿੰਗ ਜਿਹੜੀ ਹੈਗੀ ਹੈ, ਉਹ ਜੁਆਇੰਟ ਸਿਟਿੰਗ ਕਿਸ ਕੇਸ ਦੇ ਕਿਸ ਟਾਈਪ ਆਫ ਬਿੱਲ ਦੇ ਲਈ ਪੋਸੀਬਲ ਹੈ, ਓਨਲੀ ਇਨ ਕੇਸ ਆਫ ਆਰਡੀਨਰੀ ਬਿੱਲਸ। ਤਾਂ ਆਪਣੇ ਕੋਲ ਆਂਸਰ ਕੀ ਹੋਏਗਾ, ਇਹ ਵਿਲ ਬੀ ਦਾ ਕਰੈਕਟ ਆਂਸਰ। ਨਾ ਤਾਂ ਕੌਨਸਟੀਟਿਊਸ਼ਨਲ ਬਿੱਲ ਹੈ, ਕੌਨਸਟੀਟਿਊਸ਼ਨਲ ਬਿੱਲ ਤਾਂ ਤੁਹਾਡਾ ਸਪੈਸ਼ਲ ਮੈਜੋਰਿਟੀ ਦੇ ਨਾਲ ਲੋਕ ਸਭਾ ਤੋਂ ਵੀ ਪਾਸ ਹੋਏਗਾ ਔਰ ਰਾਜ ਸਭਾ ਤੋਂ ਵੀ ਪਾਸ ਹੋਏਗਾ। ਚਾਹੇ ਲੋਕ ਸਭਾ 'ਚ ਇੰਟਰੋਡਿਊਸ ਕਰ ਲਓ, ਚਾਹੇ ਰਾਜ ਸਭਾ 'ਚ ਇੰਟਰੋਡਿਊਸ ਕਰ ਲਓ। ਸਿਮਿਲਰਲੀ ਆਰਡੀਨਰੀ ਬਿੱਲ ਵੀ ਹੈ, ਲੋਕ ਸਭਾ 'ਚ ਇੰਟਰੋਡਿਊਸ ਕਰ ਲਓ, ਰਾਜ ਸਭਾ 'ਚ ਇੰਟਰੋਡਿਊਸ ਕਰ ਲਓ, ਠੀਕ ਹੈ। ਬਟ ਮਨੀ ਬਿੱਲ ਕੀ ਹੈ, ਮਨੀ ਬਿੱਲ ਸਿਰਫ ਇੰਟਰੋਡਿਊਸ ਕਿੱਥੇ ਹੋਏਗਾ, ਤੁਹਾਡਾ ਲੋਕ ਸਭਾ ਦੇ ਵਿੱਚ ਹੋਏਗਾ। ਔਰ ਇੱਥੇ ਪੁੱਛਿਆ ਕੀ ਗਿਆ ਕਿ ਜੁਆਇੰਟ ਸਿਟਿੰਗ ਕਿੱਥੇ ਪੋਸੀਬਲ ਹੈ, ਓਨਲੀ ਇਨ ਕੇਸ ਆਫ ਆਰਡੀਨਰੀ ਬਿਲਸ। ਸੋ ਏ ਇਜ਼ ਦਾ ਕਰੈਕਟ ਆਂਸਰ ਆਫ ਦਿਸ ਕੁਐਸਚਨ। ਨੈਕਸਟ ਆਪਾਂ ਦੇਖ ਲੈਂਦੇ ਹਾਂ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਕੀ ਹੈ ਸਟੇਟਮੈਂਟ ਆਪਣੇ ਕੋਲ, ਕੀ ਹੈ, ਇਨ ਦਾ ਇਲੈਕਸ਼ਨ ਫॉर द ਲੋਕ ਸਭਾ or the state assembly the winning candidate must get at least 50% of the votes polled। ਕੀ ਕਹਿੰਦਾ, ਜੇ ਅਗਰ ਵਿਨਿੰਗ ਕੈਂਡੀਡੇਟ ਆ, ਆਪਣਾ ਲੋਕ ਸਭਾ ਦੇ MP ਦੇ ਇਲੈਕਸ਼ਨ ਹੋ ਰਹੇ ਆ ਜਾਂ MLA ਦੇ ਇਲੈਕਸ਼ਨ ਹੋ ਰਹੇ ਆ, ਤਾਂ ਜਿਹੜਾ ਵਿਨਿੰਗ ਕੈਂਡੀਡੇਟ ਹੈ ਕਿ ਉਹਨੂੰ 50% ਤੋਂ ਜ਼ਿਆਦਾ ਵੋਟ ਚਾਹੀਦੀ ਹੈ ਜਾਂ ਘੱਟੋ ਘੱਟ 50% ਵੋਟ ਚਾਹੀਦੀ ਹੈ। ਇਹ ਆਪਾਂ ਦੇਖਣਾ ਹੈ ਕਿਹੜੀ ਸਟੇਟਮੈਂਟ ਕਰੈਕਟ ਹੈ। ਫਿਰ ਦੂਜੀ ਆਪਾਂ ਰੀਡ ਆਊਟ ਕਰਦੇ ਹਾਂ, ਅਕੋਰਡਿੰਗ ਟੂ ਦ ਪ੍ਰੋਵੀਜ਼ਨ ਲੇਡ ਡਾਊਨ ਇਨ ਦ ਕਨਸਟੀਟਿਊਸ਼ਨ ਆਫ ਇੰਡੀਆ ਇਨ ਲੋਕ ਸਭਾ the speaker's post goes to the majority party and the deputy speakers to the opposition। ਹੁਣ ਇਹਦੇ 'ਚ ਤੁਹਾਨੂੰ ਪੁੱਛਿਆ ਕੀ ਗਿਆ ਹੈ, ਕਰੈਕਟ ਪੁੱਛਿਆ ਗਿਆ। ਸਭ ਤੋਂ ਪਹਿਲਾਂ ਤਾਂ ਕੀ ਹੈ ਕਿ ਜਿਹੜਾ ਇਲੈਕਸ਼ਨ ਦੇ ਵਿੱਚ ਆ ਆਪਾਂ ਜਿਹੜਾ ਮੈਥਡ ਫੋਲੋ ਕਰਦੇ ਨੇ, ਉਹ ਮੈਥਡ ਫੋਲੋ ਕਰ ਦਿੰਦੇ ਆ ਫਸਟ ਪਾਸਟ ਐਂਡ ਪੋਸਟ ਸਿਸਟਮ। ਕਹਿਣ ਦਾ ਮਤਲਬ ਕੀ ਹੈ, ਫੋਰ ਐਗਜ਼ਾਮਪਲ ਇਲੈਕਸ਼ਨ ਦੇ ਵਿੱਚ ਦੋ ਕੈਂਡੀਡੇਟ ਆ, ਤੁਹਾਡੇ ਕੋਲ ਇਹ ਨਹੀਂ ਹੈ ਕਿ ਉਹਨੂੰ 50% ਵੋਟਸ ਚਾਹੀਦੇ ਆ, ਉਹਨੂੰ ਕਿੰਨੇ ਚਾਹੀਦੇ ਆ, ਸਿਰਫ ਇੱਕ ਵੋਟ ਚਾਹੀਦੀ ਹੈ ਕਿ ਦੂਸਰੇ ਤੋਂ ਜ਼ਿਆਦਾ। ਸਪੋਜ਼ ਇਹਦੇ ਕੋਲ 200 ਵੋਟਸ ਪਏ ਆ, ਤਾਂ ਵਿਨਿੰਗ ਕੈਂਡੀਡੇਟ ਨੂੰ ਕਿੰਨੇ ਵੋਟਸ ਚਾਹੀਦੇ ਆ, 201 ਵੋਟਸ। ਸਪੋਜ਼ ਇਹਦੇ ਕੋਲ 100 ਵੋਟ ਪਿਆ ਗਿਆ, ਤਾਂ ਵਿਨਿੰਗ ਕੈਂਡੀਡੇਟ ਨੂੰ ਕਿੰਨੇ ਵੋਟਸ ਚਾਹੀਦੇ ਆ, 101 ਵੋਟ। ਕਹਿਣ ਦਾ ਮਤਲਬ ਕਿ ਆਪਾਂ ਜੋ ਮੈਥਡ ਫੋਲੋ ਕਰਦੇ ਆ, ਉਹ ਮੈਥਡ ਫੋਲੋ ਕਰਦੇ ਆ ਫਸਟ ਪਾਸਟ ਐਂਡ ਪੋਸਟ ਸਿਸਟਮ। ਕਹਿਣ ਦਾ ਮਤਲਬ ਜੋ ਪ੍ਰੀਵੀਅਸ ਵਨ ਆਪਣੇ ਕੋਲ ਜਿੰਨੇ ਵੋਟਸ ਆਏ ਆ, ਉਹ ਤੋਂ ਆਪਾਂ ਨੂੰ ਇੱਕ ਵੋਟ ਜ਼ਿਆਦਾ ਚਾਹੀਦਾ ਹੈ। ਤਾਂ ਫਸਟ ਸਟੇਟਮੈਂਟ ਤਾਂ ਤੁਹਾਡੀ ਕੀ ਹੋ ਗਈ ਹੈ, ਇਨਕਰੈਕਟ ਹੋ ਗਈ ਹੈ। ਹੁਣ ਸੈਕਿੰਡ ਆਪਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਸੈਕਿੰਡ ਸਟੇਟਮੈਂਟ ਹੈ ਉਹ ਕਰੈਕਟ ਹੈ ਜਾਂ ਨਹੀਂ ਹੈ ਨਾ। ਆਪਾਂ ਕੀ ਹੈ, ਅਕੋਰਡਿੰਗ ਟੂ ਦ ਪ੍ਰੋਵੀਜ਼ਨ ਲੇਡ ਡਾਊਨ ਇਨ ਦਾ ਕਨਸਟੀਟਿਊਸ਼ਨ। ਕਹਿੰਦਾ ਮਤਲਬ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਚੀਜ਼ ਗਿਵਨ ਹੈ ਕਿ ਜਿਹੜਾ ਲੋਕ ਸਭਾ ਦਾ ਸਪੀਕਰ ਹੋਏਗਾ ਉਹ ਮੈਜੋਰਿਟੀ ਪਾਰਟੀ ਨੂੰ ਜਾਏਗਾ, ਡਿਪਟੀ ਸਪੀਕਰ ਆਫ ਕਿਹਨੂੰ ਜਾਏਗਾ, ਉਹ ਆਪੋਜੀਸ਼ਨ ਨੂੰ ਜਾਏਗਾ। ਇਹ ਬਿਲਕੁਲ ਠੀਕ ਗੱਲ ਹੈ ਕਿ ਜਿਹੜਾ ਜਾਂਦਾ ਹੈਗਾ ਮੈਜੋਰਿਟੀ ਪਾਰਟੀ ਵਾਲਾ ਕੀ ਬਣ ਜਾਂਦਾ, ਸਪੀਕਰ, ਔਰ ਡਿਪਟੀ ਸਪੀਕਰ ਕਿੱਥੋਂ ਬਣਦਾ ਹੈਗਾ, ਆਪੋਜੀਸ਼ਨ ਵਾਲਾ। ਲੇਕਿਨ ਇਹਦੇ 'ਚ ਗਲਤ ਕੀ ਹੈ, ਇਹ ਚੀਜ਼ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖੀ ਹੋਈ। ਇਹ ਇੱਕ ਜਸਟ ਇੱਕ ਕਨਵੈਨਸ਼ਨ ਹੈ ਜੋ ਆਪਾਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਕਿ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਉਹ ਜਾਏਗੀ ਆਪੋਜੀਸ਼ਨ ਪਾਰਟੀ ਦੇ ਕੋਲੇ, ਔਰ ਸਪੀਕਰ ਦੀ ਪੋਸਟ ਜਾਏਗੀ ਜਿਹੜੀ ਮੈਜੋਰਿਟੀ ਪਾਰਟੀ ਹੋਏਗੀ। ਸੋ ਇਹ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਨੂੰ ਕੋਈ ਲਿਖਿਆ ਨਹੀਂ ਹੋਇਆ, ਲੇਕਿਨ ਇਹ ਆਪਣੇ ਕੋਲ ਇੱਕ ਕਨਵੈਨਸ਼ਨ ਹੈ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ these days, ਹੈ ਨਾ। ਤਾਂ ਸੈਕੰਡ ਸਟੇਟਮੈਂਟ ਵੀ ਤੁਹਾਡੇ ਕੋਲ ਕੀ ਹੋਗੀ, ਇਨਕਰੈਕਟ ਹੋਗੀ। ਸੋ ਵਿਚ ਆਫ ਦਾ ਫੋਲੋਇੰਗ ਆਰ ਦਾ ਕਰੈਕਟ ਸਟੇਟਮੈਂਟਸ। ਨਾ ਤਾਂ ਪਹਿਲੀ ਕਰੈਕਟ ਹੈ, ਨਾ ਹੀ ਦੂਜੀ ਕਰੈਕਟ ਹੈ। ਸੋ ਡੀ ਵਿਲ ਬੀ ਦਾ ਆਂਸਰ ਆਫ ਦਿਸ ਕੁਐਸਚਨ। ਸੋ ਇਹ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਆਪਾਂ ਦੇਖਦੇ ਹਾਂ, the Parliament of India exercises control over the functions of the Council of Ministers through। ਹੁਣ ਦੇਖੋ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਹੋਣਗੇ, ਆਪਾਂ ਦੇਖਿਆ ਸੀਗਾ ਆਰਟੀਕਲ 79 ਦੇ ਵਿੱਚ ਲੋਕ ਸਭਾ, ਰਾਜ ਸਭਾ ਐਂਡ ਪ੍ਰੈਜ਼ੀਡੈਂਟ। ਹੁਣ ਇਹ ਤਿੰਨੋਂ ਦੇ ਤਿੰਨੋਂ ਜਿਹੜੇ ਕਾਉਂਸਲ ਆਫ ਮਿਨਿਸਟਰ ਦੇ ਕਿੱਦਾਂ ਕੰਟਰੋਲ ਕਰਦੇ ਆ, ਇਹ ਆਪਾਂ ਡਿਫਰੈਂਟ ਮੋਸ਼ਨ ਦੇਖਿਆ ਸੀਗੇ। ਐਡਜਰਨਮੈਂਟ ਮੋਸ਼ਨ, ਕੁਐਸਚਨ ਆਰ, ਸਪਲੀਮੈਂਟਰੀ ਕੁਐਸਚਨ, ਇਹ ਤਿੰਨੋਂ ਮੈਥਡਸ ਨੂੰ ਆਪਾਂ ਯੂਜ਼ ਕਰਦੇ ਹਾਂ, ਔਰ ਵਿਦ ਹੈਲਪ ਆਫ ਥੀਸ ਮੈਥਡਸ ਆਪਾਂ ਵੀ ਕੈਨ ਕੰਟਰੋਲ ਦਾ ਫੰਕਸ਼ਨਸ ਆਫ ਦਾ ਕਾਉਂਸਲ ਆਫ ਮਿਨਿਸਟਰ। ਸੋ ਡੀ ਵਿਲ ਬੀ ਦਾ ਆਂਸਰ ਆਫ ਦਿਸ ਕੁਐਸਚਨ।
ਨੈਕਸਟ ਆਪ ਨੂੰ ਆ ਗਿਆ ਵਿਦ ਰੈਫਰੈਂਸ ਟੂ ਦਾ ਪਾਰਲੀਮੈਂਟ of India consider the following statement. A private member's bill is a bill presented by the member of the parliament who is not elected but only nominated by the president. कहने का मतलब की है कि प्राइवेट बिल ਜਿਹੜਾ ਉਹ ਬਿੱਲ ਹੁੰਦਾ ਹੈ ਜਿਹੜਾ ਕਿ ਇੱਕ ਮੈਂਬਰ ਪਾਰਲੀਮੈਂਟ ਇੰਟਰੋਡਿਊਸ ਕਰੇਗਾ ਲੇਕਿਨ ਕਿਹੜਾ ਸਿਰਫ ਨੋਮੀਨੇਟਡ ਨਹੀਂ। ਇਹ ਤਾਂ ਕੁਐਸਚਨ ਜਿਹੜਾ ਇਹ ਤਾਂ ਤੁਹਾਡੀ ਸਟੇਟਮੈਂਟ ਕੀ ਹੋ ਗਈ ਹੈ, ਗਲਤ ਹੋ ਗਈ ਹੈ। ਆਪਾਂ ਨੂੰ ਪੁੱਛਿਆ ਕੀ ਗਿਆ ਕਰੈਕਟ, ਆਪਾਂ ਦੇਖਿਆ ਕੀ ਸੀਗਾ ਪ੍ਰਾਈਵੇਟ ਬਿੱਲ ਨੂੰ ਕੌਣ ਇੰਟਰੋਡਿਊਸ ਕਰਦਾ ਹੈਗਾ, ਮੈਂਬਰ ਆਫ ਪਾਰਲੀਮੈਂਟ, ਚਾਹੇ ਉਹ ਤੁਹਾਡਾ ਨੋਮੀਨੇਟਡ ਹੈ ਚਾਹੇ ਤੁਹਾਡਾ ਇਲੈਕਟਡ ਹੈ ਨਾ। ਔਰ ਦੂਸਰਾ ਪਬਲਿਕ ਬਿੱਲ ਸੀਗਾ, ਪਬਲਿਕ ਬਿੱਲ ਦੇ ਲਈ ਤੁਹਾਡੇ ਕੋਲ ਕੌਣ ਹੋਏਗਾ, ਮਿਨਿਸਟਰ ਹੋਏਗਾ। तो फर्स्ट स्टेटमेंट क्यों गलत है, क्योंकि इन्होंने की बोलिया गया ओनली नॉमिनेटेड, नहीं नॉमिनेटेड नहीं है, वो चाहे इलेक्टेड है चाहे नॉमिनेटेड है, बट ही मस्ट बी द मेंबर ऑफ द पार्लियामेंट। दूसरी की है रिसेंटली अ प्राइवेट मेंबर्स बिल हैज बीन पास्ड इन द पार्लीमेंट ऑफ इंडिया फॉर द फर्स्ट टाइम इन द हिस्ट्री, है ना। तो ये भी स्टेटमेंट ਤੁਹਾਡੀ ਕੀ ਹੈ, ਰੋਂਗ ਹੈ। ਪਾਰਲੀਮੈਂਟ ਬਿਲਸ ਤਾਂ ਤੁਹਾਡੇ ਜਿਹੜੇ ਪ੍ਰਾਈਵੇਟ ਬਿਲਸ ਆ ਤੁਹਾਡੇ ਟਾਈਮ ਟੂ ਟਾਈਮ ਪਾਸ ਹੁੰਦੇ ਰਹਿੰਦੇ ਆ। ਇਹ ਫਸਟ ਟਾਈਮ ਵਾਲੀ ਤਾਂ ਕੋਈ ਹੈ ਨਹੀਂ ਕਿ ਹਿਸਟਰੀ 'ਚ ਰੀਸੈਂਟਲੀ ਹੀ ਪਾਸ ਹੋਇਆ ਹੈਗਾ। ਕਾਫੀ ਬਿਲਸ ਨੇ ਜੋ ਹੁਣ ਤੱਕ ਪ੍ਰਾਈਵੇਟ ਮੈਂਬਰਸ ਨੇ ਇੰਟਰੋਡਿਊਸ ਕੀਤੇ ਔਰ ਪਾਸ ਵੀ ਤੁਹਾਡੇ ਹੋਏ ਆ। ਸੋ ਫਸਟ ਸਟੇਟਮੈਂਟ ਵੀ ਤੁਹਾਡੀ ਕੀ ਹੈ, ਇਨਕਰੈਕਟ, ਸੈਕੰਡ ਵੀ ਇਨਕਰੈਕਟ ਹੈ। ਪੁੱਛਿਆ ਕੀ ਕਿਹਾ, ਕਰੈਕਟ। ਸੋ ਆਨਸਰ ਕੀ ਹੋਏਗਾ, ਨੀਦਰ वन nor second statement is the correct statement. So D will be the answer of this question. Next आपने बोला कि the Parliament of India acquires the power to legislate on any item in the state list in the national interest if the resolution of that effect is passed by the। कहने का मतलब की है कि स्टेट लिस्ट, देखो आप तीनों लिस्ट की गल की सीगी, स्टेट लिस्ट, यूनियन लिस्ट, कंकरेंट लिस्ट। स्टेट लिस्ट ਦੇ ਵਿੱਚ ਕੌਣ लॉ बनाएगा, स्टेट। यूनियन लिस्ट ਦੇ ਵਿੱਚ ਕੌਣ ਬਣਾਏਗੀ, यूनियन गवर्नमेंट। और कंकरेंट ਦੇ ਵਿੱਚ ਕੌਣ ਬਣਾਏਗਾ, स्टेट एंड यूनियन। ਆਪਾਂ ਗੱਲ ਕੀਤੀ ਸੀਗੀ ਕਿ ਅਗਰ स्टेट ਦੇ ਵਿੱਚ ਤੁਹਾਡੇ ਕੋਲੇ ਕੋਈ ਲਾਅ ਬਣਾਉਣਾ ਹੈਗਾ ਤਾਂ ਉਹਦੇ ਲਈ ਇੱਕ ਸਪੈਸ਼ਲ ਪਾਵਰ ਕਿਹਦੇ ਕੋਲੇ ਸੀ, ਰਾਜ ਸਭਾ ਦੇ ਕੋਲੇ। ਮੈਂ ਕਹਿੰਦਾ ਤਾਂ ਲੋਕ ਸਭਾ ਇਹਦੇ 'ਚ ਹੈ, ਲੋਕ ਸਭਾ ਇਹਦੇ 'ਚ ਹੈ ਤਾਂ ਕੈਂਸਲ ਹੀ ਹੋ ਗਿਆ। ਤਾਂ ਪਾਵਰ ਮੇਨ ਕਿਹਦੇ ਕੋਲੇ ਹੈ, ਰਾਜ ਸਭਾ ਦੇ ਕੋਲੇ। ਤਾਂ ਰਾਜ ਸਭਾ ਦੇ ਕੋਲੇ ਅਗਰ ਪਾਵਰ ਆ ਤਾਂ ਆਪਣੇ ਕੋਲ ਕੀ ਹੋ ਗਿਆ, ਇਹ ਰਾਜ ਸਭਾ ਕੀ ਕਰੇਗਾ, ਇਹ ਲਾਅ ਬਣਾਏਗੀ। ਰਾਜ ਸਭਾ ਬਾਈ ਮੈਜੋਰਿਟੀ ਨਾਟ ਲੈਸ ਦੈਨ 2/3 ਆਫ ਇਟਸ ਮੈਂਬਰ ਪ੍ਰੈਜ਼ੈਂਟ ਐਂਡ ਵੋਟਿੰਗ। ਕਹਿਣ ਦਾ ਮਤਲਬ ਕਿ ਰਾਜ ਸਭਾ ਦੇ ਕੋਲੇ ਇਹ ਪਾਵਰ ਹੈ ਕਿ ਉਹ ਸਟੇਟ ਲਿਸਟ ਦੇ ਵਿੱਚ ਕੋਈ ਕਾਨੂੰਨ ਬਣਾ ਸਕਦੀ ਹੈ। ਇਹ ਆਪਾਂ ਚੀਜ਼ ਪਹਿਲੇ ਡਿਸਕਸ ਕਰ ਚੁੱਕੇ ਹਾਂ। ਸੋ ਆਨਸਰ ਆਫ ਦਿਸ ਕੁਐਸਚਨ ਵਿਲ ਬੀ ਡੀ। ਨੈਕਸਟ ਤੁਹਾਡੇ ਕੋਲ ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਕਮੇਟੀ ਆਫ ਦਾ ਪਾਰਲੀਮੈਂਟ। ਲਾਰਜੈਸਟ ਕਮੇਟੀ ਦੇ ਕੀ ਮੈਂਬਰਸ ਦੀ ਗੱਲ ਕਰ ਰਹੇ ਹਾਂ। ਪਬਲਿਕ ਕਮੇਟੀ 'ਚ ਆਪਾਂ ਦੇਖੇ ਕਿੰਨੇ ਸੀਗੇ, 22 ਮੈਂਬਰ। ਇਹਦੇ 'ਚ ਕਿੰਨੇ ਸੀਗੇ, 30 ਮੈਂਬਰ। ਇਹਦੇ 'ਚ ਕਿੰਨੇ ਸੀਗੇ, 22 ਮੈਂਬਰ। ਔਰ ਇਹਦੇ 'ਚ ਕੀ ਹੈ, ਇਹ 'ਚ 15 ਮੈਂਬਰ ਹੁੰਦੇ ਆ। ਦੋਨਾਂ ਦੇ ਤੁਹਾਡੇ ਕੋਲੇ ਇਹਨੂੰ ਆਪਾਂ ਕਮੇਟੀ ਆਫ ਪਟੀਸ਼ਨ। ਸੋ ਲਾਰਜੈਸਟ ਪੁੱਛਿਆ, ਸੋ ਲਾਰਜੈਸਟ ਮੈਂਬਰ ਹੈਗੇ ਆਪਣੇ ਕੋਲੇ 30 ਦੇ 30 ਕਿਹਦੇ ਕੋਲੇ ਹੈ, ਕਮੇਟੀ ਔਨ ਐਸਟੀਮੇਟਸ। ਔਰ ਇਹ 30 ਦੇ 30 ਕਿੱਥੋਂ ਹੋਣੇ ਆ, ਲੋਕ ਸਭਾ ਦੇ ਵਿੱਚ। ਔਰ ਇਹਦੇ 'ਚ ਕੀ ਹੈ, 22 ਮੈਂਬਰ ਹੁੰਦੇ ਆ, 15 ਹੁੰਦੇ ਆ ਲੋਕ ਸਭਾ ਤੋਂ ਔਰ 7 ਹੁੰਦੇ ਆ ਰਾਜ ਸਭਾ ਤੋਂ। ਇਹਦੇ 'ਚ ਵੀ 15 ਲੋਕ ਸਭਾ, 7 ਰਾਜ ਸਭਾ। ਲਾਰਜੈਸਟ ਕਮੇਟੀ ਵਿੱਚ ਹੀ ਹੈ ਤਾਂ ਲਾਰਜੈਸਟ ਹੈ ਕਮੇਟੀ ਔਨ ਐਸਟੀਮੇਟਸ। ਸੋ ਆਨਸਰ ਆਫ ਦਿਸ ਕੁਐਸਚਨ ਵਿਲ ਬੀ ਬੀ। ਨੈਕਸਟ ਕੀ ਹੈ, ਅਗੇਨ ਤੁਹਾਡੇ ਕੋਲ ਕੀ ਆ ਗਿਆ, ਇੱਕ ਐਂਟੀ ਡਿਫੈਕਸ਼ਨ ਲਾਅ ਦੇ ਬੇਸਡ ਆਪਾਂ ਕੁਐਸਚਨ ਇਹ 'ਚ ਡਿਸਕਸ ਕਰ ਰਹੇ ਹਾਂ ਕਿ ਜੋ ਦਲ ਬਦਲ ਦੇ ਅਗੇਂਸਟ ਜਿਹੜਾ ਕਾਨੂੰਨ ਬਣਿਆ ਹੋਇਆ ਹੈਗਾ ਉਹ ਕਿਸ ਸ਼ਡਿਊਲ ਦੇ ਵਿੱਚ ਗਿਵਨ ਹੈ। ਤਾਂ ਇਹਦਾ ਤੁਸੀਂ ਆਨਸਰ ਯਾਦ ਰੱਖ ਲੈਣਾ ਹੈਗਾ। ਆਲਦੋ ਆਪਾਂ ਅੱਜ ਇਹਨੂੰ ਡਿਸਕਸ ਨਹੀਂ ਕੀਤਾ ਬਟ ਇਹਦਾ ਯਾਦ ਰੱਖਣਾ ਹੈਗਾ। ਇਹਦਾ 10th ਸ਼ਡਿਊਲ ਹੈ ਔਰ ਉਹਦੇ 'ਚ ਆਪਾਂ ਕੀ ਲਿਖਿਆ ਹੈਗਾ, ਐਂਟੀ ਡਿਫੈਕਸ਼ਨ ਲਾਅ। 52nd ਅਮੈਂਡਮੈਂਟ ਆਪਣੇ ਕੋਲੇ ਹੋਈ ਸੀਗੀ 1985 ਦੇ ਵਿੱਚ। ਇਹਦੇ ਨਾਲ ਆਪਾਂ ਕੀ ਕਰ ਲਿਆ ਸੀਗਾ, 10th ਸ਼ਡਿਊਲ ਆਪਾਂ ਐਡ ਕਰ ਲਿਆ ਸੀਗਾ। ਔਰ 10th ਸ਼ਡਿਊਲ ਦੇ ਵਿੱਚ ਕੀ ਆਪਣੇ ਕੋਲ ਆਇਆ ਕੀ ਹੈ, ਐਂਟੀ ਡਿਫੈਕਸ਼ਨ ਲਾਅ। ਐਂਟੀ ਡਿਫੈਕਸ਼ਨ ਲਾਅ ਦਾ ਮਤਲਬ ਕੀ ਹੈ ਕਿ ਸਪੋਜ਼ ਇੱਕ ਤੁਹਾਡੇ ਕੋਲੇ ਐਮਪੀ ਜਾਂ ਐਮਐਲਏ, ਠੀਕ ਹੈ, ਅਗਰ ਉਹ ਇੱਕ ਪਾਰਟੀ ਤੋਂ ਪਹਿਲੇ ਜਿੱਤ ਕੇ ਤੁਹਾਡੇ ਕੋਲ ਪਾਰਲੀਮੈਂਟ ਦੇ ਵਿੱਚ ਆ ਗਿਆ ਹੈ ਨਾ, ਤਾਂ ਉਸ ਤੋਂ ਬਾਅਦ ਕੀ ਹੈ, ਜਿੱਤਣ ਤੋਂ ਬਾਅਦ ਉਹਨੇ ਆਪਣੀ ਪਾਰਟੀ ਚੇਂਜ ਕਰ ਲਈ ਹੈ ਤਾਂ ਉਸ ਕੇਸ ਦੇ ਵਿੱਚ ਇਹਨੂੰ ਕੌਣ ਕਰੇਗਾ, ਉਹਨੂੰ ਡਿਸਕੁਆਲੀਫਾਈ ਕਰ ਦਾਂਗੇ। ਔਰ ਡਿਸਕੁਆਲੀਫਾਈ ਕੌਣ ਕਰੇਗਾ, ਚੇਅਰਮੈਨ ਆਫ ਦਾ ਹਾਊਸ, ਮੀਨਸ ਸਪੀਕਰ ਇਹਨੂੰ ਕੀ ਕਰ ਦੇਗਾ। ਅਗਰ ਆਪਾਂ ਲੋਕ ਸਭਾ ਦੀ ਗੱਲ ਕਰ ਰਹੇ ਹਾਂ, ਸਪੀਕਰ ਇਹਨੂੰ ਕੀ ਕਰ ਦੇਗਾ, ਔਨ ਦਾ ਬੇਸਿਸ ਆਫ ਐਂਟੀ ਡਿਫੈਕਸ਼ਨ ਲਾਅ ਉਹਨੂੰ ਕੀ ਕਰ ਦੇਗਾ, ਡਿਸਕੁਆਲੀਫਾਈ ਕਰ ਦੇਗਾ। ਸੋ ਇਹ ਆਪਾਂ ਗੱਲ ਜਿਹੜੀ ਕੀਤੀ ਹੈ ਕਿਸ ਸ਼ਡਿਊਲ ਦੇ ਵਿੱਚ ਕੀਤੀ ਹੈ, 10th ਸ਼ਡਿਊਲ ਦੇ ਵਿੱਚ। ਔਰ 10th ਸ਼ਡਿਊਲ ਆਪਾਂ ਐਡ ਕਦੋਂ ਕੀਤਾ ਹੈਗਾ, 52nd ਅਮੈਂਡਮੈਂਟ 1985 ਦੇ ਵਿੱਚ। ਨੈਕਸਟ ਕੀ ਹੈ, what will follow if money bill is subsequently amended by the ਰਾਜ ਸਭਾ। ਦੇਖੋ ਮਨੀ ਬਿੱਲ ਦੀ ਆਪਾਂ ਗੱਲ ਕਰ ਰਹੇ ਸੀ ਕਿ ਮਨੀ ਬਿੱਲ ਦੀ ਜਿਹੜੀ ਪਾਵਰਸ ਆ ਉਹ ਕਿਹਦੇ ਕੋਲੇ ਹੈ, ਰਾਜ ਸਭਾ ਦੇ ਕੋਲੇ ਕੋਈ ਵੀ ਪਾਵਰ ਨਹੀਂ ਹੈ। ਸਾਰੀਆਂ ਕਿਹਦੇ ਕੋਲੇ ਹੈ,
लोक सभा च इंट्रोड्यूस होएगा, लोक सभा ने इन्हें पास करना है, लेकिन राज्य सभा के कोल 14 दिन होंगे है। जस्ट राज्य सभा ਨੂੰ ਆਪਾਂ ਇੱਕ ਰੀਡਿੰਗ ਦੇ ਲਈ ਉਹਨੂੰ ਆਪਾਂ ਫਾਰਵਰਡ ਕਰ ਦਿੰਦੇ ਆ। 14 ਦਿਨ ਦੇ ਵਿੱਚ ਅਗਰ ਕੋਈ ਅਮੈਂਡਮੈਂਟ ਦੇ ਰਹੇ ਆ ਤਾਂ ਇਹ ਲੋਕ ਸਭਾ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਅਮੈਂਡਮੈਂਟਸ ਨੂੰ ਫੋਲੋ ਕਰਨਾ, ਉਹ ਅਮੈਂਡਮੈਂਟਸ ਨੂੰ ਇਨਕੋਰਪੋਰੇਟ ਕਰਨਾ ਬਿੱਲ ਦੇ ਵਿੱਚ ਜਾਂ नहीं करना है। सो 14 दिन ਦੇ ਵਿੱਚ अगर बिल नहीं भी रिटर्न ਹੁੰਦਾ है तो अल्टीमेटली बिल की हो जाएगा ਤੁਹਾਡਾ पास हो जाएगा। बट कंडीशन की है कि ਇਹਨੇ ਪੁੱਛਿਆ ਕਿ ਤੁਹਾਨੂੰ सबसीक्वेंटली अमेंडेड बाय द राज्य सभा, अगर राज्य सभा ने उस चीज़ ਨੂੰ अमेंड ਕੀਤਾ है तो उस केस ਦੇ ਵਿੱਚ ਕੀ ਹੋਏਗਾ, ਇਹ ਕੀ ਹੈ, द लोक सभा may still proceed with the bill accepting or not accepting the recommendation of the राज्य सभा। सो अल्टीमेटली डिसीजन किहदा होएगा, लोक सभा का डिसीजन होएगा कि जो राज्य सभा ने रैकमेंड किया उन्हें एक्सैप्ट करना है या नहीं एक्सैप्ट करना। सो ये आंसर तो कोई होगा, ए विल बी द आंसर ऑफ दिस क्वेश्चन। नेक्स्ट की है, द ऑथोराइजेशन ऑफ विड्रॉल ऑफ द फंड्स फ्रॉम द कंसोलिडेटेड फंड ऑफ इंडिया मस्ट कम फ्रॉम। आप देखा कि अगर कंसोलिडेटेड फंड चों कोई पैसा विड्रॉ करना है तो परमिशन अपन कितों लैनी पेगी, पार्लीमेंट तो लेनी पेगी। नेक्स्ट की है, all revenues received by the union government by the way of taxes and other receipts for conduct of business, government business are credited to the consolidated fund of India। ਆਪਾਂ ਦੇਖਿਆ ਕੋਈ ਵੀ ਟੈਕਸਸ ਨਵੇਂ ਲਾਏ ਆਪਾਂ, ਠੀਕ ਹੈ, ਉਹ ਸਾਰਾ ਪੈਸਾ ਕਿੱਥੇ ਆਏਗਾ, ਕੰਸੋਲੀਡੇਟਡ ਫੰਡ ਦੇ ਵਿੱਚ ਆਇਆ। ਕੋਈ ਲੋਨ ਨਵਾਂ ਲਿਆ ਗਿਆ, ਲੋਨ ਦਾ ਜਿਹੜਾ ਪੈਸਾ ਆਇਆ ਉਹ ਵੀ ਕਿੱਥੇ ਆਇਆ, ਕਿੱਥੇ ਕ੍ਰੈਡਿਟ ਹੋਇਆ ਆਗੇ, ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ। ਅਗਰ ਆਪਾਂ ਕੋਈ ਐਕਸਪੈਂਸਿਸ ਆ, ਕਿਸੇ ਸੈਲਰੀ ਦੇ ਰਹੇ ਹਾਂ ਪ੍ਰੈਜ਼ੀਡੈਂਟ ਦੀ, ਵਾਈਸ ਪ੍ਰੈਜ਼ੀਡੈਂਟ ਦੀ, ਉਹ ਵੀ ਪੈਸਾ ਕਿੱਥੋਂ ਡੈਬਿਟ ਹੋਏਗਾ, ਕੰਸੋਲੀਡੇਟਡ ਫੰਡ ਆਫ ਇੰਡੀਆ ਤੋਂ। ਸੋ ਸੀ ਵਿਲ ਬੀ ਦ ਆਂਸਰ ਆਫ ਦਿਸ ਕੁਐਸਚਨ। ਨੈਕਸਟ ਕੀ ਹੈ, when the annual union budget is not passed by the ਲੋਕ ਸਭਾ, ਅਗਰ ਯੂਨੀਅਨ ਬਜਟ ਨਹੀਂ ਪਾਸ ਹੁੰਦਾ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ, ਉਸ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਕਾਉਂਸਲ ਆਫ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪਏਗਾ। ਕਿੱਥੇ ਆਪਸ਼ਨ ਡੀ ਦੇ ਵਿੱਚ, ਦ ਪ੍ਰਾਈਮ ਮਿਨਿਸਟਰ ਸਬਮਿਟਸ ਹਿਜ਼ ਰੈਜੀਗਨੇਸ਼ਨ ਆਫ ਦ ਕਾਉਂਸਲ ਆਫ ਮਿਨਿਸਟਰ। ਇਹਦਾ ਮਤਲਬ ਅਗਰ ਬਜਟ ਨਹੀਂ ਪਾਸ ਹੋ ਪਾਉਂਦਾ ਤਾਂ ਉਸ ਕੇਸ ਦੇ ਵਿੱਚ ਕੀ ਹੈ, ਕਾਉਂਸਲ ਆਫ ਮਿਨਿਸਟਰ ਨੂੰ ਰਿਜ਼ਾਈਨ ਦੇਣਾ ਪਏਗਾ। ਸੋ ਡੀ ਵਿਲ ਬੀ ਦ ਆਂਸਰ ਆਫ ਦਿਸ ਕੁਐਸਚਨ। थोड़ा फास्ट क्यों कर रहे हैं, क्योंकि ऑलरेडी अपन चीज़ें डिस्कस कर रहे हैं। अगर तुम लगता है इनू स्क्रीन पॉज करो और पहला आंसर दे के देखो कि क्वेश्चन का आंसर आता या नहीं आता है। नैक्सट इज विच ऑफ द फॉलोइंग इज रिस्पॉन्सिबल फॉर द प्रेपरेशन एंड प्रेजेंटेशन ऑफ द यूनियन बजट टू द पार्लीमेंट। ठीक है, तो ये तुहाडे कोल की है, फाइनांस डिपार्टमेंट दे विच तुहाडे कोल हुंदा है डिपार्टमेंट ऑफ इकनॉमिक अफेयर्स। कौन प्रेजेंट करता है, फाइनांस मिनिस्टर ऑफ द यूनियन है ना, फाइनांस मिनिस्टर ऑफ इंडिया। लेकिन फाइनांस मिनिस्ट्री विच डिपार्टमेंट ऑफ इकनॉमिक अफेयर की करता है, उन्होंने प्रिपेयर करता है किसनू, बजट नू। सो बी विल बी द आंसर ऑफ दिस क्वेश्चन। विच वन ऑफ द फॉलोइंग बिल मस्ट बी पास्ड बाय ईच हाउस ऑफ द इंडियन पार्लीमेंट सैपरेटली बाय स्पैशल मेजोरिटी। ये आप देखा सीगा कि आर्टिकल अंडर 368 कॉन्स्टिट्यूशनल अमेंडमेंट बिल जिहड़ा होएगा वो लोक सभा तो भी पास होएगा, राज्य सभा तो भी पास होएगा, और होएगा कि तुहाडा स्पैशल मेजोरिटी दे नाल। सो तुहाडे कोल की है, डी इज द करैक्ट आंसर ऑफ दिस क्वेश्चन। तो सिंपल क्वेश्चन तुहाडे कोल आ गया, अरेंज द फॉलोइंग स्टेजेस इन द इनैक्टमेंट ऑफ द बजट। बजट दे विच की आपां देखना की है, सब तो पहले आपां की कीता सीगा, सब तो पहले अपने कोल सीगी प्रेजेंटेशन, पहले नंबर पर प्रेजेंटेशन। फिर अपने को की है, प्रेजेंटेशन तो बाद अपने को की हो गया, बजट स्पीच तो बाद जनरल डिस्कशन हो गई सी। जनरल डिस्कशन तो बाद आप चले गए सीगा कमेटी के कोल, कमेटी वाला आई थिंक इस पॉइंट है नहीं है। कमेटी तो बाद की सी, वोटिंग हुई है, वोटिंग तो बाद फॉर्मल अप्रूवल मिल गया, अप्रूवल तो बाद वो बिल की हो गया, तो पास हो गया। कहने का मतलब अपने को सीक्वेंस की बन गई 5 1 4 2 3। देखो 5 1 4 2 3। सो बी विल बी द आंसर ऑफ दिस क्वेश्चन। आप पहला ये किया हुआ है, वो अकॉर्डिंगली इनू आप अरेंज कर लेना है। नैक्सट की है, द पार्लीमेंट कैन मेक एनी लॉ फॉर द होल और एनी पार्ट ऑफ इंडिया फॉर इंप्लीमेंटिंग इंटरनेशनल ट्रीटीज़। अगर इंटरनेशनल ट्रीटीज़ किसी स्टेट के रिगार्डिंग किसी कंट्री आप कोई कर रहे हैं, कोई MOU साइन कर रहे हैं, कोई ट्रीटीज़ आप ਪ੍ਰੈਜ਼ੀਡੈਂਟ ਜਿਹੜਾ ਹੈਗਾ ਸਾਈਨ ਕਰ ਰਿਹਾ ਹੈਗਾ, ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਸਟੇਟ ਤੋਂ ਅਪਰੂਵਲ ਲੈਣਾ ਜ਼ਰੂਰੀ ਹੈ। ਤਾਂ ਉਹਦੇ 'ਚ ਇਹ ਤੁਹਾਡੇ ਕੋਲ ਆਨਸਰ ਕੀ ਹੋਏਗਾ ਕਿ ਵਿਦਆਊਟ ਦਾ ਕੰਸੈਂਟ ਆਫ ਦਾ ਸਟੇਟ ਆਪਾਂ ਟ੍ਰੀਟੀ ਜਿਹੜੀ ਹੈਗੀ ਉਹ ਸਾਈਨ ਕਰ ਸਕਦਾ ਪ੍ਰੈਜ਼ੀਡੈਂਟ ਟੂ ਦਾ ਫੋਰਨ ਕੰਟਰੀਜ਼, ਤਾਂ ਉਹਦੇ 'ਚ ਕੰਸੈਂਟ ਲੈਣ ਦੀ ਜ਼ਰੂਰਤ ਨਹੀਂ ਹੈ। ਸੋ ਡੀ ਵਿਲ ਬੀ ਦ ਆਨਸਰ ਆਫ ਦਿਸ ਕੁਐਸਚਨ।
ਸੋ ਇਹ ਕੁਝ ਜਿਹੜੇ ਪਾਰਲੀਮੈਂਟ ਬੇਸਡ ਆਪਾਂ ਕੁਐਸਚਨ ਡਿਸਕਸ ਕੀਤੇ ਆ, ਔਰ ਅਲੋਂਗ ਵਿਦ ਕੁਐਸਚਨਸ ਆਪਾਂ ਜਿਹੜਾ ਹੈਗਾ ਉਹਦਾ ਥਿਓਰੈਟੀਕਲ ਪੋਰਸ਼ਨ ਵੀ ਆਪਾਂ ਮੈਕਸਿਮਮ ਟੂ ਮੈਕਸਿਮਮ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਆਪਾਂ ਅੱਜ ਵਾਲੇ MCQs ਦੇ ਵਿੱਚ ਡਿਸਕਸ ਕੀਤਾ ਹੈਗਾ ਉਹਨਾਂ ਨੂੰ ਆਪਾਂ ਰਿਵਾਈਜ਼ ਕੀਤਾ ਹੈਗਾ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਔਰ ਚੈਨਲ ਨੂੰ ਸਟੂਡੈਂਟਸ ਜ਼ਰੂਰ ਸਬਸਕ੍ਰਾਈਬ ਕਰਨ ਜਿਨ੍ਹਾਂ ਨੇ ਪਹਿਲੇ ਸਬਸਕ੍ਰਾਈਬ ਨਹੀਂ ਕੀਤਾ। ਥੈਂਕ ਯੂ ਵੈਰੀ ਮਚ।